ਸੋ ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਜਿੰਨੇ ਵੀ PSSB ਦੇ ਜਾਂ PPSC ਦੇ ਪੇਪਰ ਆ, ਉਹਨਾਂ 'ਚ ਪੰਜਾਬ ਦੀ ਵੈਲਿਊ ਜਾਂ ਪੰਜਾਬ ਦੇ ਕੁਐਸਚਨਸ ਦੀ ਇੰਪੋਰਟੈਂਸ ਵਧਾ ਦਿੱਤੀ ਗਈ ਹੈ। ਤਾਂ ਉਸ ਤੋਂ ਬਾਅਦ ਪੰਜਾਬ ਇਕੱਲਾ ਹਿਸਟੋਰੀਕਲ ਯਾਨੀ ਕਿ ਇਤਿਹਾਸਕ ਪੱਖ ਤੋਂ ਨਹੀਂ, ਪਰ ਜੋਗ੍ਰਾਫੀਕਲ ਯਾਨੀ ਕਿ ਭੂਗੋਲਿਕ ਪੱਖ ਤੋਂ ਵੀ ਅਹਿਮੀਅਤ ਵਾਲਾ ਹੋ ਗਿਆ। ਹੁਣ ਪੰਜਾਬ ਦੀ ਵੀ ਇੰਪੋਰਟੈਂਸ ਵੱਧ ਗਈ ਆ, ਕਿਉਂਕਿ ਜਦੋਂ 20 ਸਵਾਲ ਪੁੱਛੇ ਜਾਣਗੇ ਪੰਜਾਬ 'ਚੋਂ ਤਾਂ ਓਬਵੀਅਸ ਜੀ ਗੱਲ ਆ, ਹਰ ਇੱਕ ਚੀਜ਼ ਪੁੱਛੀ ਜਾਊਗੀ। ਅਸੀਂ ਇਹ ਲੈਕਚਰ ਜਿਹੜਾ ਹੈ ਇਹ ਪੰਜਾਬ ਦੇ ਜਲ ਤੰਤਰ ਯਾਨੀ ਕਿ ਡਰੇਨੇਜ ਨਾਲ, ਜਿਹਦੇ 'ਚ ਪੰਜਾਬ ਦੀਆਂ ਨਹਿਰਾਂ, ਪੰਜਾਬ ਦੀਆਂ ਨਦੀਆਂ, SYL ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜੋ ਵੀ ਕਰੰਟ ਅਫੇਅਰਸ 'ਚ ਰਿਹਾ ਤੇ ਜੋ ਵੀ ਸਟੈਟਿਕ ਜਾਣਕਾਰੀ ਪੰਜਾਬ ਦੇ ਡਰੇਨੇਜ ਨਾਲ ਸੰਬੰਧਿਤ ਅਸੀਂ ਤੁਹਾਡੇ ਤੱਕ ਪਹੁੰਚਾ ਸਕਦੇ ਹੋਵਾਂਗੇ, ਅਸੀਂ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮਾਸਟਰ ਕਲਾਸਿਸ ਪਟਿਆਲਾ ਨਾਲ ਜੇ ਤੁਸੀਂ ਜੁੜਨਾ ਵੀ ਚਾਹੁੰਦੇ ਹੋ, ਬਿਕੋਜ਼ ਇਸ ਤਰੀਕੇ ਦਾ ਬਾਈਲਿੰਗੁਅਲ ਕਨਸੈਪਟ ਜੇ ਤੁਹਾਨੂੰ ਪਸੰਦ ਆ ਕਿ ਹਾਂ, ਕਿਉਂਕਿ ਅਸੀਂ ਸਾਰੇ ਹੀ ਕੋਰਸ ਤੇ ਸਾਰਾ ਸਬਜੈਕਟ ਬਾਈਲਿੰਗੁਅਲ ਦੇ ਰਹੇ ਹਾਂ। ਸਾਡੀ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਐਂਡਰੋਇਡ ਤੋਂ ਤਾਂ ਡਾਇਰੈਕਟ ਡਾਊਨਲੋਡ ਹੋਊਗੀ, ਬਟ ਆਈਫੋਨ ਤੇ ਤੁਸੀਂ ਮਾਈ ਇੰਸਟੀਟਿਊਟ ਨਾਮ ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਕੋਡ ਭਰ ਲਿਓ MVWOG। ਹੋਮ ਪੇਜ ਤੇ ਜੇ ਤਾਂ ਤੁਸੀਂ PSSB ਨਾਲ ਸੰਬੰਧਿਤ ਤਿਆਰੀ ਕਰ ਰਹੇ ਹੋ ਤਾਂ LPE ਬੈਚ ਲਓਗੇ, ਜੇ ਤੁਸੀਂ PSSB ਦੇ ਨਾਲ PPSC ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਫੁੱਲ ਬੈਚ ਲਓਗੇ। ਸੋ ਇਹ ਦੋਵੇਂ ਬੈਚਿਸ ਨੂੰ ਜਾ ਕੇ ਉਹਦੀਆਂ PDF ਤੇ ਕੰਟੈਂਟ ਚੈੱਕ ਕਰੋ। ਜਿਹੜੇ ਸਿਰਫ ਇਸ ਟੌਪਿਕ ਨਾਲ ਸੰਬੰਧਿਤ ਜਾਣਕਾਰੀ ਲਈ ਸਾਡੇ ਨਾਲ ਜੁੜੇ ਆ, ਉਹ ਸਿਰਫ ਇਹਦੇ ਤੇ ਹੀ YouTube ਤੇ ਇਸ ਲੈਕਚਰ ਨੂੰ ਕੰਪਲੀਟ ਦੇਖ ਸਕਦੇ ਆ। ਲਓ ਜੀ, ਸਟਾਰਟ ਕਰਦੇ ਹਾਂ ਆਪਾਂ ਆਪਣੇ ਟੌਪਿਕ ਨੂੰ। ਹੁਣ ਤਾਂ ਅਸੀਂ ਆਪਣੇ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ ਕਿ ਪੰਜਾਬ ਜਿਹੜਾ ਕਿ ਪਰਸ਼ੀਅਨ ਭਾਸ਼ਾ ਦਾ, ਫਾਰਸੀ ਭਾਸ਼ਾ ਦਾ ਸ਼ਬਦ ਆ ਜਿੱਥੋਂ ਇਹ ਬਣਿਆ। ਅਸਲ 'ਚ ਪੰਜਾਬ ਦੇ ਵਿੱਚ ਜਿਹੜੀ ਦਰਿਆਵਾਂ ਦੀ ਵੰਡ ਆ, ਜੇ ਦਰਿਆਵਾਂ ਦੀ ਸਟੋਰੀ ਦੇਖੀਏ ਤਾਂ ਜੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਵੈਦਿਕ ਸਮਾਂ ਚੱਲ ਰਿਹਾ ਸੀਗਾ, ਅੱਜ ਤੋਂ ਤਕਰੀਬਨ 3500-4000 ਸਾਲ ਪਹਿਲਾਂ, ਉਸ ਟਾਈਮ ਪੰਜਾਬ ਨੂੰ 7 ਦਰਿਆਵਾਂ ਦੀ ਧਰਤੀ, ਸਿੰਧੂ ਨਦੀ ਜਿਹਨੂੰ ਇੰਡਸ ਕਹਿੰਦੇ ਆ, ਉਸ ਤੋਂ ਬਾਅਦ ਉਹਦੀਆਂ ਜੇਹਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ, 5 ਨਦੀਆਂ, ਤੇ ਇੱਕ 5ਵੀਂ ਨਦੀ ਸਰਸਵਤੀ ਜਾਂ ਘੱਗਰ, ਜਿਹਨੂੰ ਅਸੀਂ ਸਰਸਵਤੀ ਘੱਗਰ ਵੀ ਕਹਿ ਦਿੰਦੇ ਆ। ਤਾਂ ਸਪਤ ਸਿੰਧੂ ਪੰਜਾਬ ਦਾ ਨਾਮ ਇਹਨਾਂ 7 ਨਦੀਆਂ ਤੋਂ ਪਿਆ ਸੀ। ਪਰ ਫਿਰ ਫਿਲਹਾਲ ਸਾਡੇ ਬਾਅਦ 'ਚ ਇਸ ਪੰਜਾਬ 'ਚੋਂ ਸਾਡੀਆਂ ਸਿਰਫ 5 ਨਦੀਆਂ ਰਹਿ ਗਈਆਂ, ਤੇ ਆਜ਼ਾਦੀ ਤੋਂ ਬਾਅਦ ਉਹਨਾਂ 'ਚੋਂ ਸਿਰਫ 3 ਨਦੀਆਂ ਹੀ ਪੰਜਾਬ ਦੇ ਹਿੱਸੇ, 3 ਵੀ ਕਿਉਂ, 2.5 ਨਦੀਆਂ ਹੀ ਪੰਜਾਬ ਦੇ ਹਿੱਸੇ ਆਈਆਂ ਤੇ ਬਾਕੀ ਪਾਕਿਸਤਾਨ ਵਾਲੇ ਪੰਜਾਬ ਦੇ ਹਿੱਸੇ ਚਲੇ ਗਈਆਂ। ਸੋ ਇਹ ਸਾਰੀਆਂ ਨਦੀਆਂ ਨੇ ਫਿਲਹਾਲ ਦੀ ਘੜੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਡਾ ਪੂਰਬੀ ਪੰਜਾਬ ਆ, ਚੜ੍ਹਦਾ ਪੰਜਾਬ ਆ, ਉਹ 'ਚ 3 ਦਰਿਆ ਹੀ ਕੰਮ ਦੇ ਨੇ, ਰਾਵੀ, ਬਿਆਸ ਤੇ ਸਤਲੁਜ। ਆਹੀ 2 ਦਰਿਆ ਨੇ ਜਿਹੜੇ ਕਾਫੀ ਹੱਦ ਤੱਕ ਪੰਜਾਬ 'ਚ ਹੈਗੇ ਆ। ਇਹ ਦਰਿਆ ਵੀ ਬਹੁਤ ਥੋੜਾ ਏਰੀਆ ਹੀ ਆ ਜਿਹੜਾ ਇਹ ਦਰਿਆ ਜਿਹੜਾ ਇਹ ਪੂਰਾ ਕਰਦਾ ਹੈ। ਇਸ ਤੋਂ ਬਿਨਾਂ ਵੀ ਘੱਗਰ ਨਦੀ ਜਿਹੜੀ ਕਿ ਬਹੁਤ ਤਕਰੀਬਨ ਹੁਣ ਪੋਲਿਊਸ਼ਨ ਨੂੰ ਹੀ ਕੈਰੀ ਕਰਦੀ ਆ, ਪਾਣੀ ਤਾਂ ਘੱਟ ਹੀ ਕੈਰੀ ਕਰਦੀ ਆ। ਕਾਲੀ ਬੇਈ, ਚਿੱਟੀ ਬੇਈ, ਠੀਕ ਆ, ਸੱਕੀ ਕਿਰਨ, ਇਹ ਕੁਝ ਪੰਜਾਬ ਦੀਆਂ ਸੀਜ਼ਨਲ ਨਦੀਆਂ ਨੇ ਜਿਨ੍ਹਾਂ ਨੂੰ ਆਪਾਂ ਜਸਟ ਪੰਜਾਬ ਦੇ ਮੌਸਮੀ ਨਾਲੇ ਕਹਿ ਸਕਦੇ ਹਾਂ। ਹੁਣ ਇਸ ਤੋਂ ਵੱਧ ਕੇ ਕੁਝ ਨਹੀਂ ਗੀਆਂ। ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਦਰਿਆਵਾਂ ਨੂੰ ਵਧੀਆ ਤਰੀਕੇ ਨਾਲ ਮੈਪ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਉਹ ਮੈਪ ਆ ਜਿੱਥੋਂ ਸਾਨੂੰ ਕੁਝ ਪੰਜਾਬ ਦੀਆਂ ਨਦੀਆਂ ਬਾਰੇ ਪੰਜਾਬੀ 'ਚ ਸਮਝ ਆਊਗਾ ਕਿ ਹਾਂ ਹੈ ਕੀ ਆ। ਦੇਖੋ, ਮੋਟੇ ਤੌਰ ਤੇ ਸਿੰਧੂ ਨਦੀ, ਇੰਡਸ, ਜੇਹਲਮ ਨਦੀ, ਚਨਾਬ ਨਦੀ, ਰਾਵੀ ਨਦੀ ਤੇ ਸਤਲੁਜ ਨਦੀ, ਇਹਨਾਂ ਨਦੀਆਂ ਬਾਰੇ ਸਮਝ ਪੈਦਾ ਕਰਦੇ ਹੋਏ ਇੱਕ ਗੱਲ ਤਾਂ ਸਾਨੂੰ ਸਮਝ ਆ ਰਹੀ ਹੈ ਕਿ ਪੰਜਾਬ ਦੀਆਂ 2 ਨਦੀਆਂ ਜਿਹੜੀਆਂ ਨੇ, ਇੱਕ ਸਿੰਧੂ ਨਦੀ ਆਪ ਤੇ ਇੱਕ ਉਹਦੀ ਇੱਕ ਟ੍ਰਿਬਿਊਟਰੀ ਆ, ਸਹਾਇਕ ਨਦੀ ਆ ਸਤਲੁਜ। ਇਹ ਦੋਵੇਂ ਨਦੀਆਂ ਭਾਰਤ ਤੋਂ ਬਾਹਰ, ਇੱਥੋਂ ਆ ਕੇ ਭਾਰਤ ਮੁੱਕ ਜਾਂਦਾ ਹੈ ਇਸ ਪੋਰਸ਼ਨ ਤੇ, ਉਹ ਭਾਰਤ ਤੋਂ ਬਾਹਰ ਤਿੱਬਤ ਵਾਲੇ ਇਲਾਕੇ 'ਚੋਂ ਸ਼ੁਰੂ ਹੁੰਦੀਆਂ ਹੈ, ਠੀਕ ਆ। ਤਾਂ ਇਹ ਤਿੱਬਤ ਦਾ ਜਿਹੜਾ ਇਲਾਕਾ ਹੈ ਜਿੱਥੋਂ ਮਤਲਬ ਕਿ ਸਤਲੁਜ ਨਦੀ ਸ਼ੁਰੂ ਹੁੰਦੀ ਆ, ਇਹਨੂੰ ਰਾਖਸ਼ਸ ਤਲ ਕਹਿ ਦਿੰਦਾ। ਵੈਸੇ ਰਕਸ ਤਲ ਵੀ ਕਹਿ ਦਿੰਦੇ ਆ, ਬਟ ਇਹ ਇੱਕ ਨੈਗੇਟਿਵ ਜਿਹਾ ਨਾਮ ਆ, ਰਾਖਸ਼ਸ ਤਲ। ਤਾਂ ਇਹ ਰਾਖਸ਼ਸ ਤਲ ਤੋਂ ਨਿਕਲਦੀ ਹੈ ਨਦੀ, ਫਿਰ ਇਹ ਨਦੀ ਇੱਥੋਂ ਹਿਮਾਚਲ 'ਚ ਐਂਟਰ ਹੁੰਦੀ ਆ, ਠੀਕ ਆ। ਇੱਥੋਂ ਸਿਪਿਕਾ ਨਾਮ ਦਾ ਇੱਕ ਦਰਾ ਹੈ, ਦਰਾ ਸਮਝਦੇ, ਪਹਾੜ ਦੇ ਵਿੱਚੋਂ ਗੈਪ। ਉਸ ਤੋਂ ਬਾਅਦ ਇਹ ਨਦੀ ਜਿਹੜੀ ਆ ਹਿਮਾਚਲ, ਤੇ ਹਿਮਾਚਲ ਤੋਂ ਬਾਅਦ ਇਹ ਨਦੀ ਜਿਹੜੀ ਆ ਹੁਸ਼ਿਆਰਪੁਰ ਦੇ ਥਰੂ ਹੁੰਦੀ ਤਲਵਾਰਾ ਦੇ ਥਰੂ ਇਹ ਪੰਜਾਬ 'ਚ ਐਂਟਰ ਹੁੰਦੀ ਆ। ਤੇ ਪੰਜਾਬ 'ਚ ਜਦੋਂ ਇਹ ਨਦੀ ਐਂਟਰ ਹੁੰਦੀ ਆ ਤੇ ਹਰੀਕੇ ਜਾ ਕੇ ਇਹਦੇ 'ਚ ਇੱਕ ਦੂਜੀ ਨਦੀ ਮਿਲਦੀ ਆ, ਦੈਟ ਇਜ਼ ਬਿਆਸ ਨਦੀ। ਬਿਆਸ ਹਿਮਾਚਲ ਦੇ ਬਿਆਸ ਕੁੰਡ ਤੋਂ ਰੋਹਤਾਂਗ ਪਾਸ ਦੇ ਨੇੜਿਓਂ ਹੀ ਸ਼ੁਰੂ ਹੁੰਦੀ ਆ। ਤਾਂ ਇਹ ਪੰਜਾਬ 'ਚ ਐਂਟਰ ਹੋ ਕੇ, ਆ ਲਓ ਜੀ, ਇਹ ਹਰੀਕੇ ਆ ਕੇ ਇਹਦੇ 'ਚ ਮਿਲਦੀ ਆ।
ਬਿਆਸ ਦੇ ਥੋੜੀ ਜਿਹੀ ਉੱਪਰੋਂ ਰੋਹਤਾਂਗ ਪਾਸ ਦਾ ਐਗਜ਼ੈਕਟ ਏਰੀਆ ਜਿਹੜਾ ਹੈ, ਉੱਥੋਂ ਪੀਰ ਪੰਜਾਲ ਦੀਆਂ ਪਹਾੜੀਆਂ ਤੋਂ ਥੱਲਿਓਂ ਇੱਕ ਨਦੀ ਰਾਵੀ ਨਦੀ ਨਿਕਲਦੀ ਆ, ਤੇ ਉਹ ਰਾਵੀ ਨਦੀ ਬੇਸਿਕਲੀ ਮਿਲਦੀ ਜਾ ਕੇ ਕਿਹਦੇ 'ਚ, ਚਨਾਬ 'ਚ। ਚਨਾਬ ਨੂੰ ਮਿਲਦੀ ਹੈ ਰੰਗਪੁਰ, ਪਾਕਿਸਤਾਨ ਆਕੂਪਾਈਡ ਇਲਾਕਾ, ਜਿਹੜਾ ਪਾਕਿਸਤਾਨ ਦਾ ਜਿਹੜਾ ਇਲਾਕਾ ਬੇਸਿਕਲੀ ਉੱਥੇ, ਠੀਕ ਆ, ਪਾਕਿਸਤਾਨ ਦਾ ਜਿਹੜਾ ਇਹ ਪਾਕਿਸਤਾਨ ਦਾ ਐਗਜ਼ੈਕਟ ਏਰੀਆ ਹੈ, ਉੱਥੇ ਮਿਲਦੀ ਹੈ ਜਾ ਕੇ, ਠੀਕ ਆ। ਜੇਹਲਮ ਨਦੀ ਜਿਹੜੀ ਆ ਉਹ ਜੰਮੂ ਕਸ਼ਮੀਰ ਚੋਂ ਨਿਕਲਦੀ ਆ, ਠੀਕ ਆ, ਜੰਮੂ ਕਸ਼ਮੀਰ ਚੋਂ ਨਿਕਲ ਕੇ ਉਹ ਨਦੀ ਚਨਾਬ 'ਚ ਜਾ ਕੇ ਮਿਲ ਜਾਂਦੀ ਆ ਤ੍ਰਿਮੂ ਨਾਮ ਦੀ ਜਗ੍ਹਾ ਤੇ। ਜਿਹੜੀ ਚਨਾਬ ਨਦੀ ਆ ਇਹ ਬੇਸਿਕਲੀ ਲਾਹੌਲ ਸਪੀਤੀ ਤੋਂ ਦੋ ਸਟਰੀਮਸ ਦੇ ਵਿੱਚ, ਦੋ ਨਦੀਆਂ ਦੇ ਰੂਪ 'ਚ ਨਿਕਲਦੀ ਆ। ਇੱਕ ਥੱਲੇ ਵਾਲੀ ਦਾ ਨਾਮ ਆ ਚੰਦਰਾ, ਉੱਪਰ ਵਾਲੀ ਦਾ ਨਾਮ ਆ ਭਾਗਾ। ਇਹ ਦੋਵੇਂ ਟਾਂਡੀ ਨਾਂ ਦੀ ਜਗ੍ਹਾ ਤੇ ਚੰਦਰ ਭਾਗਾ ਬਣਾ ਲੈਂਦੀਆਂ। ਜਦੋਂ ਥੋੜੀ ਜਿਹੀ ਉੱਪਰ ਜਾਂਦੀਆਂ ਤੇ ਕਸ਼ਮੀਰ ਪਹੁੰਚਦੀਆਂ ਤਾਂ ਉੱਥੇ ਜਾ ਕੇ ਇਹ ਬਣ ਜਾਂਦੀ ਹੈ ਜੀ ਚਨਾਬ ਨਦੀ, ਚੰਦਰ ਭਾਗਾ ਚਨਾਬ। ਫਿਰ ਇਹ ਨਦੀ ਫਲੋ ਕਰਦੀ ਆ ਤੇ ਅੱਗੇ ਜਾ ਕੇ ਇਹਦੇ 'ਚ ਸਭ ਤੋਂ ਪਹਿਲਾਂ ਮਿਲਦੀ ਆ ਕਿ ਨਦੀ ਜੇਹਲਮ। ਜੇਹਲਮ ਜਿਸ ਜਗ੍ਹਾ ਤੋਂ ਨਿਕਲਦੀ ਹੈ ਇੱਥੇ ਲਿਖਿਆ ਨਹੀਂ ਹੋਇਆ ਵੈਰੀਨਾਗ, ਜੇਹਲਮ ਵੈਰੀਨਾਗ ਨਾਮ ਦੀ ਜਗ੍ਹਾ ਤੋਂ ਨਿਕਲਦੀ ਆ। ਜੇਹਲਮ ਚਨਾਬ ਨੂੰ ਮਿਲਦੀ ਹੈ ਤ੍ਰਿਮੂ ਨਾਮ ਦੀ ਜਗ੍ਹਾ ਤੇ ਅੱਗੇ ਨਾਮ ਚੱਲਦਾ ਹੈ ਚਨਾਬ ਦਾ। ਵਜ੍ਹਾ ਦੋ ਨਦੀਆਂ ਜਦੋਂ ਮਿਲਦੀਆਂ ਹੈ ਤਾਂ ਅੱਗੇ ਨਾਮ ਉਸ ਨਦੀ ਦਾ ਜਾਂਦਾ ਜਿਹੜੀ ਪਿੱਛੋਂ ਜ਼ਿਆਦਾ ਪਾਣੀ ਲੈ ਕੇ ਆਉਂਦੀ ਹੈ। ਫਿਰ ਜਾ ਕੇ ਚਨਾਬ ਮਿਲਦੀ ਹੈ ਅੱਗੇ ਇਹਦੇ 'ਚ ਰਾਵੀ 'ਚ, ਰੰਗਪੁਰ ਨਾਮ ਦੀ ਜਗ੍ਹਾ ਤੇ ਪਾਕਿਸਤਾਨ 'ਚ। ਨਾਮ ਫਿਰ ਅੱਗੇ ਚਨਾਬ ਦਾ ਚੱਲਦਾ ਹੈ। ਚਨਾਬ ਅੱਗੇ ਜਾ ਕੇ ਮਿਲਦੀ ਆ ਸਤਲੁਜ ਨੂੰ, ਜਿਹੜੀ ਕਿ ਸਤਲੁਜ ਦੇ ਵਿੱਚ ਮਿਲੀ ਸੀ ਬਿਆਸ ਹਰੀਕੇ, ਅੱਗੇ ਨਾਮ ਸਤਲੁਜ ਦਾ ਚੱਲਦਾ ਹੈ। ਸਤਲੁਜ ਤੇ ਚਨਾਬ ਅੱਗੇ ਜਾ ਕੇ ਮਿਲਦੀਆਂ ਉੱਚ ਸ਼ਰੀਫ ਪਾਕਿਸਤਾਨ ਦੇ ਵਿੱਚ ਪੰਜਾਬ 'ਚ। ਉੱਥੋਂ ਅੱਗੇ ਕਿਸੇ ਦਾ ਨਾਂ ਨਹੀਂ ਚੱਲਦਾ, ਅੱਗੇ ਦਰਿਆ ਦਾ ਨਾਮ ਚੱਲਦਾ ਪੰਚਨੰਦ। ਪੰਚਨੰਦ ਉੱਪਰੋਂ ਆਉਣ ਵਾਲੀ ਸਿੰਧੂ ਨਦੀ ਇੰਡਸ ਨਦੀ 'ਚ ਮਿਲਦੀ ਆ ਮਿਥਾਨਕੋਟ ਪਾਕਿਸਤਾਨ ਦੇ ਵਿੱਚ, ਠੀਕ ਆ, ਪੰਜਾਬ 'ਚ ਹੀ ਹੈ ਵੀ। ਉੱਥੋਂ ਅੱਗੇ ਫਿਰ ਇਹ ਨਦੀ ਪੰਜਾਬ ਦੇ ਵਿੱਚੋਂ, ਪਾਕਿਸਤਾਨ ਦੇ ਪੰਜਾਬ 'ਚੋਂ ਸਿੰਧ 'ਚ ਲੰਘ ਜਾਂਦੀ ਹੈ ਤੇ ਸਿੰਧ ਦੇ ਵਿੱਚੋਂ ਕਰਾਚੀ ਦੇ ਕੋਲ ਫਿਰ ਇਹ ਅਰਬ ਸਾਗਰ, ਅਰਬ ਦੀ ਖਾੜੀ, ਅਰੇਬੀਅਨ ਸੀ, ਜੋ ਮਰਜ਼ੀ ਕਹਿ ਲਓ, ਉਹਦੇ 'ਚ ਡਿਸਚਾਰਜ ਹੋ ਜਾਂਦੀ ਹੈ ਫਾਈਨਲੀ। ਸੋ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਜਿਹੜੀਆਂ ਨਦੀਆਂ ਨੇ, ਸਿੰਧੂ ਨਦੀ ਤੇ ਸਿੰਧੂ ਦੀਆਂ 5 ਸਹਾਇਕ ਨਦੀਆਂ, ਇਹ ਕਿੱਥੋਂ ਕਿੱਥੋਂ ਸ਼ੁਰੂ ਹੋਈਆਂ। 2 ਨਦੀਆਂ ਪੰਜਾਬ ਦੇ ਵਿੱਚੋਂ ਸ਼ੁਰੂ ਨਹੀਂ ਹੁੰਦੀ, ਇੰਡੀਆ ਤੋਂ ਬਾਹਰੋਂ ਸ਼ੁਰੂ ਹੁੰਦੀਆਂ। ਬਾਕੀਆਂ ਦਾ ਓਰੀਜਨ ਸਾਡੇ ਇੰਡੀਆ ਦੀ ਇੱਕ ਦੀ ਸਟੇਟ ਜੰਮੂ ਕਸ਼ਮੀਰ ਵੈਰੀਨਾਗ, ਬਾਕੀ ਸਾਰੀਆਂ ਨਦੀਆਂ ਸ਼ੁਰੂ ਹੁੰਦੀਆਂ ਹਿਮਾਚਲ ਪ੍ਰਦੇਸ਼ ਤੋਂ। ਸੋ ਇਹ ਸਾਡੀਆਂ ਨਦੀਆਂ ਨੇ। ਕਿੱਥੇ ਕਿੱਥੇ ਕਿਹੜੀ ਨਦੀ ਕਿਹੜੇ ਨੂੰ ਕਿਹੜੇ ਜਗ੍ਹਾ ਤੇ ਮਿਲਦੀ ਆ, ਇਹ ਜਦੋਂ ਤੁਸੀਂ ਜਿੱਥੇ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਆਪਣੀ ਐਪ 'ਚ, ਉਹਦੇ ਥੱਲੇ PDF ਜਿਹੜੀ ਆ ਉੱਥੇ ਸਾਰੀ ਦੀ ਸਾਰੀ PDF ਤੁਹਾਨੂੰ ਐਜ਼ ਇਟ ਇਜ਼ ਮਿਲ ਜਾਣੀ ਆ, ਤਾਂ ਜੋ ਤੁਸੀਂ ਆਪਣਾ ਮੈਪ ਜਿਹੜਾ ਹੈ ਉਹਨੂੰ ਸਮਝਣ 'ਚ ਜਾਂ ਜੋ ਵੀ ਕੁਛ ਆ ਇਹਦੇ 'ਚ ਕਿਸੇ ਪ੍ਰਕਾਰ ਦੀ ਤੁਹਾਨੂੰ ਕੋਈ ਦਿੱਕਤ ਨਾ ਆਵੇ। ਆ ਲਓ ਜੀ। ਬਾਕੀ ਸਤਲੁਜ ਨਦੀ ਹੈ ਜਿਹੜੀ 1500 ਕਿਲੋਮੀਟਰ ਲੰਬਾਈ ਆ। ਰਕਸ਼ ਸਥਲ ਜਿਹੜੀ ਆ ਰਾਕਸ਼ਿਸ਼ ਤੋਂ ਬਣਿਆ ਹੋਇਆ ਉੱਥੋਂ ਨਿਕਲਦੀ ਹੈ ਤੇ ਫਾਈਨਲੀ ਇਹ ਨਦੀ ਜਿਹੜੀ ਆ ਚਨਾਬ ਨਦੀ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ, ਜਿੱਥੋਂ ਬਾਅਦ ਮਿਥਾਨਕੋਟ, ਜਿੱਥੇ ਫਾਈਨਲੀ ਬਾਅਦ 'ਚ ਇਹ ਨਦੀ ਆਪਣਾ ਇਹ ਨਦੀ ਮਿਲਦੀ ਆ ਉੱਚ ਸ਼ਰੀਫ, ਠੀਕ ਆ। ਤਾਂ ਉਸ ਤੋਂ ਬਾਅਦ ਇਹ ਨਦੀ ਜਿਹੜੀ ਆ ਕੋਈ ਅੱਜ ਦੀ ਨਦੀ ਤਾਂ ਹੈ ਨਹੀਂ, ਇਹ ਵੇਦਾਂ ਦੇ ਵਿੱਚ ਵੀ ਇਸ ਨਦੀ ਦਾ ਜ਼ਿਕਰ ਆਇਆ ਤਾਂ ਇਹਦਾ ਸੰਸਕ੍ਰਿਤ ਜਾਂ ਵੈਦਿਕ ਨਾਮ ਸ਼ਤੁਦਰੀ ਆ। ਜਿਹੜੇ ਸਮੇਂ ਦੀ ਇਹ ਨਦੀ ਆ ਉਸ ਸਮੇਂ ਸਾਡੇ ਦੇਸ਼ 'ਚ ਗ੍ਰੀਕ ਹਮਲਾਵਰ ਬਹੁਤ ਆਏ ਆ, ਅਲੈਗਜ਼ੈਂਡਰ ਤੋਂ, ਸਿਕੰਦਰ ਤੋਂ ਗ੍ਰੀਕਾਂ ਦੇ ਹਮਲੇ ਸ਼ੁਰੂ ਹੋ ਜਾਂਦੇ ਆ। ਉਹ ਇਹਨੂੰ ਹੈਸੀਡਰੋਸ ਕਹਿੰਦੇ ਸੀ, ਆਹ ਯਾਦ ਰੱਖਿਓ। ਉਹ ਇਸ ਨਦੀ ਨੂੰ ਹੈਸੀਡਰੋਸ ਨਾਮ ਨਾਲ ਬੁਲਾਉਂਦੇ ਸੀ। ਜੇ ਮੈਂ ਗੱਲ ਕਰਾਂ ਬਿਆਸ ਨਦੀ ਦੀ, ਬਿਆਸ ਨਦੀ ਦੀ ਇੰਪੋਰਟੈਂਸ ਗ੍ਰੀਕ ਨੂੰ ਪਤਾ ਹੈ, ਕਿਉਂਕਿ ਅਲੈਗਜ਼ੈਂਡਰ ਯਾਨੀ ਕਿ ਸਿਕੰਦਰ ਜਿਹੜਾ ਸੀਗਾ ਉਹਦੀ ਸਿਆਣਾ ਬਿਆਸ ਨਦੀ ਤੋਂ ਹੀ ਵਾਪਸ ਮੁੜ ਕੇ ਗਈ ਸੀਗੀ। ਇਹ ਬਿਆਸ ਕੁੰਡ ਹਿਮਾਚਲ ਚੋਂ ਨਿਕਲਦੀ ਆ, ਹਿਮਾਲਿਆ ਚੋਂ। ਇਹ ਸਤਲੁਜ ਨਦੀ 'ਚ ਆ ਕੇ ਮਿਲਦੀ ਆ ਹਰੀਕੇ ਪੱਤਣ, ਤਰਨਤਾਰਨ ਜ਼ਿਲ੍ਹੇ ਦੇ ਨੇੜੇ। 470 ਕਿਲੋਮੀਟਰ ਦੀ ਹੀ ਇੱਕ ਲੰਬਾਈ ਆ, ਪੰਜਾਬ ਤੇ ਹਰਿਆਣਾ, ਠੀਕ ਆ। ਤਾਂ ਵਿਪਾਸਾ ਇਹਦਾ ਵੈਦਿਕ ਨਾਮ ਆ ਤੇ ਹਾਈਫਾਸਿਸ ਇਹਨੂੰ ਗ੍ਰੀਕ 'ਚ ਕਿਹਾ ਜਾਂਦਾ ਹੈ। ਹਾਈਫਾਸਿਸ ਨਦੀ ਉਹਨਾਂ ਵਾਸਤੇ ਇਸ ਕਰਕੇ ਇੰਪੋਰਟੈਂਟ ਆ। ਫਿਰ ਗੱਲ ਕਰਦੇ ਹਾਂ ਰਾਵੀ ਨਦੀ ਦੀ। ਰਾਵੀ ਨਦੀ ਜਿਹੜੀ ਆ ਇਹ ਵੀ ਉੱਥੋਂ ਹਿਮਾਚਲ ਦੇ ਰੋਹਤਾਂਗ ਪਾਸ ਤੋਂ ਨਿਕਲਦੀ ਆ, ਕਾਂਗੜਾ ਜ਼ਿਲ੍ਹੇ ਚੋਂ। 720 ਕਿਲੋਮੀਟਰ ਦੀ ਲੰਬਾਈ ਆ। ਇਹ ਰਾਵੀ ਨਦੀ ਜਿਹੜੀ ਆ ਇਹ ਅੱਗੇ ਜਾ ਕੇ ਕਸ਼ਮੀਰ 'ਚ ਜਾ ਕੇ ਚਨਾਬ ਨਦੀ 'ਚ ਮਿਲ ਜਾਂਦੀ ਹੈ, ਠੀਕ ਆ। ਆ ਰਹੀ ਜੀ ਰਾਵੀ ਨਦੀ ਹਿਮਾਚਲ 'ਚੋਂ ਨਿਕਲ ਕੇ ਕਸ਼ਮੀਰ ਵੱਲ ਨੂੰ ਜਾਂਦੀ ਆ ਤੇ ਇਹ ਨਦੀ ਚਨਾਬ ਨੂੰ ਮਿਲਦੀ ਹੈ ਜਾ ਕੇ ਤ੍ਰਿਮੂ ਨਾਮ ਦੀ ਜਗ੍ਹਾ ਤੇ, ਪਾਕਿਸਤਾਨ ਵਾਲਾ ਇਲਾਕਾ ਹੈ ਤ੍ਰਿਮੂ, ਉੱਥੇ ਮਿਲਦੀ ਹੈ, ਠੀਕ ਆ। ਤਾਂ ਪ੍ਰਸੂਨੀ ਇਸ ਨਦੀ ਦਾ ਵੈਦਿਕ ਨਾਮ ਆ ਤੇ ਹਾਈਡਰੋਐਟਿਸ ਇਸ ਨਦੀ ਨੂੰ ਗ੍ਰੀਕ ਕਹਿੰਦੇ ਸੀ, ਹਾਈਡਰੋਐਟਿਸ। ਨੈਕਸਟ ਅੱਗੇ ਆ ਜਾਓ ਚਨਾਬ ਨਦੀ।
ਚਨਾਬ ਜਿਹੜੀ ਆ ਇਹ 5 ਟ੍ਰਿਬਿਊਟਰੀਜ਼ ਚੋਂ ਸਭ ਤੋਂ ਵੱਡੀ ਨਦੀ ਆ, ਮਤਲਬ ਕਿ ਦੂਜੇ ਨੰਬਰ ਦੀ ਸਤਲੁਜ ਤੋਂ ਬਾਅਦ, ਬਿਕੋਜ਼ ਇਸ ਤੋਂ ਪਹਿਲਾਂ ਸਤਲੁਜ ਦੀ ਲੰਬਾਈ ਹੈਗੀ ਆ 1500 ਕਿਲੋਮੀਟਰ। ਚਨਾਬ ਜਿਹੜੀ ਆ ਇਹ ਲਾਹੌਲ ਤੇ ਸਮਿਤੀ ਤੋਂ, ਲਾਹੌਲ ਤੋਂ ਚੰਦਰਾ, ਸਪੀਤੀ ਤੋਂ ਭਾਗਾ, ਫਿਰ ਅੱਗੇ ਜਾ ਕੇ ਟਾਂਡੀ ਨਾਂ ਦੀ ਜਗ੍ਹਾ ਤੇ ਇਹ ਬਣਾ ਦਿੰਦੀਆਂ ਏ ਚੰਦਰਭਾਗਾ, ਫਿਰ ਉਹੀ ਅੱਗੇ ਚਨਾਬ ਬਣਦੀ ਆ। ਫਿਰ ਇਹ ਨਦੀ ਜਿਹੜੀ ਆ ਅੱਗੇ ਜਾ ਕੇ ਪਹਿਲਾਂ ਇਹਦੇ ਚ ਰਾਵੀ ਮਰਜ ਹੁੰਦੀ ਆ, ਫਿਰ ਇਹਦੇ ਚ ਸਤਲੁਜ ਜਾਣੀ ਕਿ ਬਿਆਸ ਤੇ ਸਤਲੁਜ ਆ ਕੇ ਉਹ ਮਰਜ ਹੋ ਜਾਂਦੀਆਂ, ਠੀਕ ਆ। ਫਿਰ ਇਹ ਫਾਈਨਲੀ ਪੰਚਨੰਦ ਬਣ ਕੇ ਇਹ ਅੱਗੇ ਸਿੰਧੂ ਨਦੀ ਜਾਣੀ ਕਿ ਇੰਡਸ ਚ ਮਰਜ ਹੋ ਜਾਂਦੀ ਹੈ। ਸਾਰੀ ਸਟੋਰੀ ਮੈਂ ਸਮਝਾ ਰੱਖਿਆ। ਚਨਾਬ ਨਦੀ ਨੂੰ ਅਸਕੀਨੀ ਕਿਹਾ ਜਾਂਦਾ ਹੈ ਤੇ ਇਹਨੂੰ ਐਸਕੇ ਸਾਇੰਸ, ਇਹਨੂੰ ਗ੍ਰੀਕ ਕਹਿੰਦੇ ਸੀ। ਇੰਪੋਰਟੈਂਟ ਗੱਲ। ਫਿਰ ਲਾਸਟ 'ਚ ਰਹਿ ਗਈ ਆ ਜੇਹਲਮ ਨਦੀ। ਜੇਹਲਮ ਨਦੀ ਦੇ ਕੰਢੇ, ਜੇਹਲਮ ਨਦੀ ਦੀ ਸ਼ੁਰੂਆਤ 425 ਕਿਲੋਮੀਟਰ ਆ, ਸਭ ਤੋਂ ਉੱਪਰ ਇਹੀ ਆ, ਸਿੰਧੂ ਤੋਂ ਥੱਲੇ ਪਹਿਲੀ ਨਦੀ ਇਹੀ ਆਉਂਦੀ ਆ। ਜੇ ਆਪਾਂ ਨਾਰਥ ਤੋਂ ਸਾਊਥ ਵੱਲ ਨਦੀਆਂ ਦੇਖੀਏ, ਮਤਲਬ ਉੱਤਰ ਤੋਂ ਦੱਖਣ ਵੱਲ ਦੇਖੀਏ, ਮੈਪ ਦਿਖਾਇਆ ਹੋਇਆ ਮੈਂ, ਇਹ ਚਨਾਬ 'ਚ ਜਾ ਕੇ ਡਿਸਚਾਰਜ ਹੋ ਜਾਂਦੀ ਆ। ਇਹ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ ਵਿੱਚ ਇੱਕ ਇਲਾਕਾ ਹੈ ਤ੍ਰਿਮੂ, ਠੀਕ ਆ, ਉੱਥੇ ਜਾ ਕੇ ਇਹ ਉਹਦੇ 'ਚ ਸ਼ਾਮਲ ਹੋ ਜਾਂਦੀ ਆ, ਉਹਦੇ 'ਚ ਕੀ ਨਾਂ ਉਹਦਾ, ਚਨਾਬ 'ਚ। ਇਸ ਤੋਂ ਥੱਲੇ ਰਾਵੀ ਜਿਹੜੀ ਮਿਲਦੀ ਆ, ਮੈਂ ਗਲਤੀ ਨਾਲ ਸ਼ਾਇਦ ਤ੍ਰਿਮੂ ਬੋਲਤਾ ਸੀ, ਰੰਗਪੁਰ, ਠੀਕ ਆ, ਇਹ ਪਾਕਿਸਤਾਨ 'ਚ ਆ ਤੇ ਇਹ ਪਾਕਿਸਤਾਨ ਓਕੂਪਾਈਡ ਕਸ਼ਮੀਰ 'ਚ ਤ੍ਰਿਮੂ, ਜਿੱਥੇ ਚਨਾਬ ਦੇ ਵਿੱਚ ਜੇਹਲਮ ਮਿਲਦੀ ਆ। ਜੇਹਲਮ ਇਸ ਕਰਕੇ ਇੰਪੋਰਟੈਂਟ ਆ ਬਿਕੋਜ਼ ਜੇਹਲਮ ਨਦੀ ਦੇ ਕੰਢੇ ਤੇ ਹੀ ਬੜੀ ਜ਼ਬਰਦਸਤ ਲੜਾਈ ਹੋਈ ਸੀ, ਜਿਹਦੇ 'ਚ ਪੋਰਸ ਜਿਹੜਾ ਸੀਗਾ ਉਹ ਅਲੈਗਜ਼ੈਂਡਰ ਤੋਂ ਲੜਾਈ ਹਾਰਿਆ ਸੀਗਾ। ਇਹਨੂੰ ਵਿਤਾਸਤਾ ਕਿਹਾ ਜਾਂਦਾ, ਵੈਦਿਕ ਨਾਮ ਇਹਦਾ ਵਿਤਾਸਤਾ ਹੈ, ਜਾਂ ਸੰਸਕ੍ਰਿਤ ਨਾਮ ਕਹਿ ਲਓ, ਜਾਂ ਹਾਈਡਸਫਸ ਇਹ ਇਹਦਾ ਗ੍ਰੀਕ ਨਾਮ ਆ। ਸੋ ਦੋ ਨਦੀਆਂ ਗ੍ਰੀਕ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ, ਜਿੱਥੇ ਪੋਰਸ ਦੇ ਨਾਲ ਲੜਾਈ ਹੁੰਦੀ ਆ ਤੇ ਜਿੱਥੋਂ ਗ੍ਰੀਕ ਸੈਨਾ ਜਿਹੜੀ ਆ ਮੁੜ ਕੇ ਜਾਂਦੀ ਆ ਉਹ ਬਿਆਸ ਨਦੀ ਆ। ਮੈਂ ਇਹਨਾਂ 5 ਨਦੀਆਂ ਨਾਲ ਸੰਬੰਧਿਤ ਸਾਰੀ ਜਾਣਕਾਰੀ, ਇਹਨਾਂ ਦਾ ਓਰੀਜਨ ਯਾਨੀ ਕਿ ਕਿੱਥੋਂ ਇਹ ਪੈਦਾ ਹੁੰਦੀਆਂ, ਕਿੱਥੇ ਜਾ ਕੇ ਇਹ ਦੂਜੀ ਨਦੀ 'ਚ ਮਰਜ ਹੋ ਜਾਂਦੀਆਂ, ਇਹਨਾਂ ਦੀ ਲੰਬਾਈ, ਠੀਕ ਆ, ਤੇ ਇਸ ਤੋਂ ਬਾਅਦ ਇਹਨਾਂ ਦੇ ਵੈਦਿਕ ਨਾਮ ਯਾਨੀ ਕਿ ਸੰਸਕ੍ਰਿਤ ਨਾਮ ਤੇ ਇਹਨਾਂ ਦੇ ਗ੍ਰੀਕ ਨਾਮ, ਜੋ ਇਹਨਾਂ ਨੂੰ ਗ੍ਰੀਕ ਜਿਹੜੇ ਨਾਮ ਨਾਲ ਬੁਲਾਉਂਦੇ ਸੀ। ਸੋ ਇਹ ਇੱਕ ਬਹੁਤ ਇੰਪੋਰਟੈਂਟ ਟੇਬਲ ਆ, ਮੈਪ ਵੀ ਬਹੁਤ ਇੰਪੋਰਟੈਂਟ ਆ, ਤੁਹਾਡੇ ਕੰਮ ਆਊਗਾ। ਜੇ ਆਪਾਂ PCS ਦੇ ਪੱਧਰ ਦੀ ਗੱਲ ਕਰੀਏ ਜਾਂ PPSC ਦੇ ਪੱਧਰ ਦੀ ਗੱਲ ਕਰੀਏ ਤਾਂ 2018 ਚ PPSC ਨੇ PCS ਦੇ ਪੇਪਰ 'ਚ ਇਹਨਾਂ ਦਰਿਆਵਾਂ ਤੇ ਇਹਨਾਂ ਨਦੀਆਂ ਦੇ ਉੱਪਰ ਬਣੇ ਹੋਏ ਡੈਮ ਪੁੱਛੇ ਸੀ, ਹਾਈਡਰੋ ਪ੍ਰੋਜੈਕਟ, ਮਲਟੀ ਪ੍ਰੋਜੈਕਟ, ਜਿਹੜੇ ਮਲਟੀਪਰਪਸ ਪ੍ਰੋਜੈਕਟ। ਤਾਂ ਤੁਹਾਨੂੰ ਪਤਾ ਹੀ ਆ ਕਿ ਥੇਨ ਡੈਮ, ਜਿਹਨੂੰ ਅਸੀਂ ਰਣਜੀਤ ਸਾਗਰ ਡੈਮ ਵੀ ਕਹਿੰਦੇ ਆ, ਇਹ ਪਠਾਨਕੋਟ 'ਚ ਆ ਰਾਵੀ ਨਦੀ ਤੇ, ਬਹੁਤ ਇੰਪੋਰਟੈਂਟ ਨੇ। ਸ਼ਾਹਪੁਰ ਕੰਡੀ ਡੈਮ ਜਿਹੜਾ ਹੈ, ਜਿਹਦੇ ਪਾਣੀ ਨੂੰ ਲੈ ਕੇ ਬੜਾ ਵਿਵਾਦ ਆ, ਇਹ ਰਾਵੀ ਨਦੀ ਤੇ ਗੁਰਦਾਸਪੁਰ, ਕਿਉਂਕਿ ਇਹ ਵਿਵਾਦ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਵਿੱਚ ਆ, ਪਤਾ ਹੋਣਾ ਚਾਹੀਦਾ ਹੈ। ਚਮੇਰਾ ਡੈਮ ਜਿਹੜਾ ਹੈ ਇਹ ਰਾਵੀ ਨਦੀ ਤੇ ਆ, ਹਿਮਾਚਲ ਪ੍ਰਦੇਸ਼ 'ਚ, ਬਹੁਤ ਇੰਪੋਰਟੈਂਟ ਆ, ਠੀਕ ਆ। ਅਨੰਦਪੁਰ ਸਾਹਿਬ ਹਾਈਡਰੋ ਪ੍ਰੋਜੈਕਟ, ਇਹ ਭਾਖੜਾ ਡੈਮ ਤੋਂ ਥੋੜੀ ਜਿਹੀ ਥੱਲੇ ਆ, ਸਤਲੁਜ ਨਦੀ ਤੇ, ਰੋਪੜ 'ਚ। ਭਾਖੜਾ ਡੈਮ ਗੋਬਿੰਦ ਸਾਗਰ ਡੈਮ ਕਹਿ ਲਓ, ਕਿਉਂਕਿ ਭਾਖੜਾ ਡੈਮ ਜਿੱਥੇ ਵੀ ਆ ਉਹਦੇ ਮਗਰ ਜਿਹੜੀ ਝੀਲ ਆ ਉਹਨੂੰ ਗੋਬਿੰਦ ਸਾਗਰ ਝੀਲ ਕਹਿੰਦੇ ਆ। ਤਾਂ ਇਹ ਬਿਲਾਸਪੁਰ ਹਿਮਾਚਲ ਪ੍ਰਦੇਸ਼ 'ਚ ਆ, ਸਤਲੁਜ ਨਦੀ ਤੇ ਹੀ ਆ। ਕਰਚਮ ਵਾਂਗਟੂ ਇਹ ਸਤਲੁਜ ਨਦੀ ਤੇ ਹੀ ਆ, ਹਿਮਾਚਲ ਪ੍ਰਦੇਸ਼ 'ਚ। ਨਮਥਾ ਜਾਕਰੀ ਸਤਲੁਜ ਨਦੀ ਤੇ ਆ, ਹਿਮਾਚਲ ਪ੍ਰਦੇਸ਼ 'ਚ। ਕਰਚਮ ਵਾਂਗਟੂ ਤੇ ਨਪਥਾ ਜਾਕਰੀ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦੇ, ਅਸੀਂ ਉਲਝ ਜਾਂਦੇ ਆ। ਜਾਂ ਇੱਕ ਹੋਰ ਡੈਮ ਬੜਾ ਮਸ਼ਹੂਰ ਆ, ਕੋਲ ਡੈਮ ਆ, ਸਤਲੁਜ ਤੇ ਹਿਮਾਚਲ ਪ੍ਰਦੇਸ਼ 'ਚ। ਤੇ ਇਹਦੇ ਤੇ ਇੱਕ ਨਦੀ, ਇੱਕ ਡੈਮ ਹੋਰ ਵੀ ਆਪਣੇ ਕੋਲ, ਇੱਕ ਡੈਮ ਆਪਣੇ ਕੋਲ ਹੋਰ ਬੜਾ ਇੰਪੋਰਟੈਂਟ ਆ, ਦੈਟ ਇਜ਼ ਸੁਲੇਮਖਮੀ ਡੈਮ। ਇਹ ਸਤਲੁਜ ਤੇ ਨੀਗਾ, ਇਹਨੂੰ ਕ੍ਰੋਸ ਕਰ ਦਿੱਤਾ ਜਾਵੇ, ਇਹਨੂੰ ਰੁਕ ਜਾਓ ਹਜੇ, ਠੀਕ ਆ। ਤਾਂ ਇਹ ਚਨਾਬ ਨਦੀ ਤੇ ਆ, ਠੀਕ ਆ। ਬਾਕੀ ਇਹਨੂੰ ਰਹਿਣੀ ਦਿਓ ਹਜੇ, ਮੈਂ ਚੈੱਕ ਕਰ ਲੂੰਗਾ, ਐਵੇਂ ਮੈਂ ਕਨਫਰਮ ਕਰਕੇ ਦੱਸਦਾ ਤੁਹਾਨੂੰ। ਫਿਲਹਾਲ ਇਹਦੇ ਤੇ ਇਹਨੂੰ ਰੋਕ ਦਿੱਤਾ ਜਾਵੇ ਕਿ ਸੁਲੇਮਖੀ ਡੈਮ ਜਿਹੜਾ ਹੈ ਇਹ ਕਿਹੜੀ ਨਦੀ ਤੇ ਆ। ਫਿਲਹਾਲ ਤੁਸੀਂ ਖੁਦ ਵੀ ਸਰਚ ਕਰ ਸਕਦੇ ਹੋ, ਮੈਨੂੰ ਥੋੜੀ ਜਿਹੀ ਡਾਊਟ ਹੈ ਇਹਦੇ ਤੇ ਕਿ ਸ਼ਾਇਦ ਇਹ ਸਤਲੁਜ ਤੇ ਹੈਗਾ ਹੈ ਕਿ ਨਹੀਂ, ਠੀਕ ਆ। ਤਾਂ ਵੈਸੇ ਤਾਂ ਦੇਖੋ ਬਹੁਤ ਜ਼ਿਆਦਾ ਚਾਂਸ ਆ ਕਿ ਪਾਕਿਸਤਾਨ ਦੇ ਵਿੱਚ ਇਸੇ ਨਦੀ ਤੇ ਆ, ਬਟ ਫਿਰ ਵੀ ਮੈਂ ਕਹਿੰਦਾ ਇਹਨੂੰ ਲੈ ਕੇ ਸ਼ੋਰ ਹੋ ਜਿਓ। ਅੱਗੇ ਆਪਾਂ ਨੂੰ ਪਤਾ ਹੈ ਕਿ ਬਿਆਸ ਨਦੀ ਤੇ ਇੱਕ ਬਹੁਤ ਤਗੜਾ ਡੈਮ ਆ, ਪੌਂਗ ਡੈਮ। ਇਹਨੂੰ ਬਣਾਉਣ ਵਾਸਤੇ ਹੀ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਿਆ ਸੀਗਾ, ਉਹਦੇ 'ਚ ਇੱਕ ਕੰਮ ਆ ਵੀ ਸੀ ਨਾ ਉਹਨਾਂ ਦਾ। ਤਾਂ ਇਹ ਬਿਆਸ ਦਰਿਆ ਤੇ ਆ, ਹਿਮਾਚਲ ਪ੍ਰਦੇਸ਼ 'ਚ। ਪਾਂਦੋ ਡੈਮ, ਪੌਂਗ ਤੇ ਪਾਂਦੋ, ਇਹ ਵੀ ਬਿਆਸ ਦਰਿਆ ਤੇ ਆ, ਇਹ ਦੋ ਹੀ ਦੇ ਡੈਮ ਆ ਮਸ਼ਹੂਰ। ਇਸ ਤੋਂ ਬਾਅਦ ਇੱਕ ਛੋਟਾ ਜਿਹਾ ਹਾਈਡਰੋ ਪ੍ਰੋਜੈਕਟ ਆ, ਛੋਟਾ ਜਿਹਾ ਬਹੁਤ, ਦੈਟ ਇਜ਼ ਦੇਹਰ ਹਾਈਡਰੋ ਪ੍ਰੋਜੈਕਟ, ਇਹ ਵੀ ਹਿਮਾਚਲ ਪ੍ਰਦੇਸ਼ ਤੇ ਆ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਚਨਾਬ ਨਦੀ ਦੇ, ਕਸ਼ਮੀਰ ਦੇ, ਸਲਲ। ਇਹ ਪੇਪਰ 'ਚ ਆਇਆ ਸੀਗਾ PCS 2018 'ਚ, ਇਹਨਾਂ ਦੋਵਾਂ 'ਚੋਂ ਹੀ ਸੀ ਇੱਕ, ਸਲਲ, ਬਗਲੀਹਾਰ ਤੇ ਰੈਟਲ। ਇਹ ਤਿੰਨੇ ਹਾਈਡਰੋ ਪ੍ਰੋਜੈਕਟ ਚਨਾਬ ਨਦੀ ਤੇ ਆ ਤੇ ਤਿੰਨੇ ਹੀ ਇੰਪੋਰਟੈਂਟ ਆ। ਕੀਰੂ ਹਾਈਡਰੋ ਪ੍ਰੋਜੈਕਟ ਚਨਾਬ ਨਦੀ ਤੇ ਆ ਕਸ਼ਮੀਰ ਦੇ ਵਿੱਚ, ਪਰ ਆਹ ਤਿੰਨੇ ਤਾਂ ਬਹੁਤ ਇੰਪੋਰਟੈਂਟ ਆ, ਸਲਲ, ਬਗਲੀਹਾਰ ਤੇ ਰੈਟਲ। ਤਿੰਨੇ ਹਾਈਡਰੋ ਪ੍ਰੋਜੈਕਟ ਆ। ਰੈਟਲ ਨੂੰ ਲੈ ਕੇ ਪਾਕਿਸਤਾਨ ਤੇ ਭਾਰਤ 'ਚ ਇੱਕ ਕਨਫਲਿਕਟ ਹੈਗਾ ਹੈ। ਉਸ ਤੋਂ ਬਾਅਦ ਕਵਾਰ ਹਾਈਡਰੋ ਪ੍ਰੋਜੈਕਟ ਆ ਚਨਾਬ ਨਦੀ ਤੇ ਜੰਮੂ ਕਸ਼ਮੀਰ 'ਚ। ਉਰੀ
ਉਰੀ ਹਾਈਡਰੋ ਪ੍ਰੋਜੈਕਟ ਆ, ਪਤਾ ਹੀ ਹੈ ਕਿ ਉਰੀ ਨਾਮ ਦੀ ਜਗ੍ਹਾ ਤੇ ਚਨਾਬ ਜੰਮੂ ਕਸ਼ਮੀਰ 'ਚ। ਮੰਗਲਾ ਇਹ ਵੀ ਉਹਦੇ ਤੇ ਚਨਾਬ 'ਚ ਆ, ਪਰ ਇਹ ਉਸ ਇਲਾਕੇ 'ਚ ਜਿੱਥੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਆ। ਦਮਸਲ ਜਿਹੜਾ ਹੈ, ਦਮਸਲ ਡੈਮ ਦਮਸਲ ਰਿਵਰ ਤੇ ਆ, ਤੇ ਕੁਸ਼ਲਿਆ ਡੈਮ ਕੁਸ਼ਲਿਆ ਰਿਵਰ ਤੇ ਹਰਿਆਣਾ ਸਟੇਟ 'ਚ। ਇਹ ਛੋਟੀਆਂ ਛੋਟੀਆਂ ਸੀਜ਼ਨਲ ਰਿਵਰਸ ਨੇ, ਉਹਨਾਂ ਤੇ ਆ। ਪਰ ਗੱਲ ਯਾਦ ਰੱਖਿਓ, ਆਹ 3-4 ਆਹ ਇਸ ਪੇਜ ਤੇ ਜਿਹੜੇ ਆਏ ਕੀਰੂ ਤੋਂ ਉੱਪਰ ਸਾਰੇ ਜਿੰਨੇ ਪ੍ਰੋਜੈਕਟ ਆ, ਇਹ ਸਾਰੇ ਪੰਜਾਬ ਦੇ ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ ਇੰਨੇ ਕੁ ਇੰਪੋਰਟੈਂਟ ਆ, ਅਸੀਂ ਇਹਨਾਂ ਚੋਂ 1-2 ਯਾਦ ਕਰੀ ਬੈਠੇ ਹੁੰਦੇ ਆ ਤੇ ਸਾਨੂੰ ਲੱਗਦਾ ਹੁੰਦਾ ਕਿ ਉਹਨਾਂ ਚੋਂ ਪੇਪਰ 'ਚ ਆ ਜਾਊਗਾ। ਪਰ ਜਦੋਂ ਪੇਪਰ 20 ਨੰਬਰ ਚੋਂ ਸਿਰਫ ਤੁਹਾਡੇ ਤੋਂ ਪੰਜਾਬ 'ਚ ਹੀ ਪੁੱਛੂਗਾ ਤਾਂ ਤੁਹਾਡੇ ਲਈ ਪੜਾਉਣ ਵਾਲੇ ਨੂੰ ਬਹੁਤ ਖੋਜਬੀਨ ਕਰਕੇ ਆਉਣਾ ਪਊਗਾ। ਇਹ ਨਹੀਂਗਾ ਕਿ 5 ਘੰਟੇ 'ਚ ਸਾਰਾ ਪੰਜਾਬ ਦਾ ਲੈਕਚਰ ਖਤਮ ਕਰਤਾ ਤੇ ਤੁਸੀਂ ਕਿਸੇ ਦਾ 4 ਘੰਟੇ ਦਾ ਪੂਰਾ ਪੰਜਾਬ ਦਾ ਕਰਕਸ ਸੁਣ ਲਿਆ ਤੇ ਤੁਸੀਂ ਉਹਦੇ 'ਚੋਂ ਸੋਚ ਲਓਗੇ ਕਿ ਸਾਡੇ 20 ਚੋਂ 20 ਨੰਬਰ ਆ ਜਾਣਗੇ। ਬਈ ਪੰਜਾਬ ਵਰਗੇ ਟੌਪਿਕ 'ਚੋਂ 20 ਨੰਬਰ ਆਉਣੇ ਆ। ਕਿਸੇ ਇੱਕ ਜਗ੍ਹਾ ਤੋਂ ਪੰਜਾਬ ਚੱਕੋ ਤੇ ਉਹਨੂੰ ਥੋਰੋਲੀ ਕਵਰ ਕਰੋ। ਲਓ ਜੀ, ਆਹ ਕਨਸੈਪਟ ਕਲੀਅਰ ਹੋ ਗਿਆ। ਆ ਜਾਓ ਜੀ ਅੱਗੇ ਹੁਣ ਨੈਕਸਟ। ਉਸ ਤੋਂ ਬਾਅਦ ਅੱਗੇ ਆਪਾਂ ਆ ਗਏ ਪੰਜਾਬ 'ਚ ਚੱਲਣ ਵਾਲੇ ਦਰਿਆ। ਦੇਖੋ, ਇੱਕ ਤਾਂ ਉਹ ਜਿਹੜੇ ਦਰਿਆਵਾਂ ਦੇ ਬਿਲਕੁਲ ਜਸਟ ਹੁਣ ਅਵਸ਼ੇਸ਼ ਹੀ ਰਹਿ ਗਏ, ਬੁੱਧਾ ਨਾਲਾ ਤੇ ਸਕੀ ਕਿਰਨ ਨਾਲਾ। ਪਰ ਜੇ ਮੈਂ ਕਹਾਂ ਪੰਜਾਬ ਦੇ ਪੈਰੀਨੀਅਲ ਰਿਵਰ ਜਿਹੜੇ ਲਗਾਤਾਰ ਵਹਿੰਦੇ ਆ ਸਾਰਾ ਸਾਲ, ਸਤਲੁਜ, ਬਿਆਸ, ਰਾਵੀ, ਜਿਹੜੇ ਸੀਜ਼ਨਲ ਨੇ ਜਾਂ ਕਿਸੇ ਹੋਰ 'ਚ ਬਹਿ ਜਾਂਦੇ ਆ, ਚਿੱਟੀ ਵੇਈ, ਕਾਲੀ ਵੇਈ, ਉੱਜ, ਸੋਵਣ, ਘੱਗਰ, ਸੋਣ ਤੇ ਆਨੰਦਪੁਰ ਚੋਆ, ਆਨੰਦਪੁਰ ਚੋਆ, ਬਲਾਚੌਰ ਵਾਲਾ ਚੋਆ, ਠੀਕ ਆ, ਤੇ ਨੂਰਪੁਰ ਬੇਦੀ ਵਾਲਾ ਚੋਆ, ਸੁਖਣਾ ਚੋਆ, ਪਟਿਆਲਾ ਕੀ ਰਾਓ ਜਿਹੜੀ ਪਟਿਆਲੇ ਵਾਲੀ ਨਦੀ ਹੋ ਗਈ, ਜੈਤੀਆਂ ਦੇਵੀ ਕੀ ਰਾਓ। ਸੋ ਇਹ ਛੋਟੀਆਂ ਛੋਟੀਆਂ ਨਦੀਆਂ ਨੇ ਜਿਨ੍ਹਾਂ ਨੂੰ ਆਪਾਂ ਪੈਰੀਨੀਅਲ ਨਹੀਂ ਕਹਿ ਸਕਦੇ, ਜਸਟ ਸੀਜ਼ਨਲ ਦਰਿਆ ਕਹਿ ਸਕਦੇ ਹਾਂ, ਮੌਸਮੀ ਦਰਿਆ ਕਹਿ ਸਕਦੇ ਹਾਂ, ਜਾਂ ਇਹ ਦੂਜੀਆਂ ਨਦੀਆਂ 'ਚ ਮਿਲਣ ਵਾਲੇ ਦਰਿਆ ਹੈ। ਬਸ ਇਹ ਕਹਾਣੀ ਇਹਨਾਂ ਦੀ। ਹੁਣ ਜੇ ਅਸੀਂ ਇਹਨਾਂ ਡਰੇਨੇਜ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਬਿਕੋਜ਼ ਜੇ ਅਸੀਂ ਬਿਲਕੁਲ ਟਿਪੀਕਲੀ ਜਾਈਏ ਕਿ ਹਾਂ ਯਾਰ ਇਹਨਾਂ ਨਦੀਆਂ ਬਾਰੇ ਸਾਨੂੰ ਕੱਲੀ ਜਾਣਕਾਰੀ ਹੋਣੀ ਚਾਹੀਦੀ ਆ, ਬਿਕੋਜ਼ ਇਹ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ ਤੇ ਸਾਨੂੰ ਇਹਨੂੰ ਸੀਰੀਅਸਲੀ ਕਰਨਾ ਚਾਹੀਦਾ। ਤੇ ਲਓ ਜੀ, ਫਿਰ ਆਪਾਂ ਉਸ ਹਿਸਾਬ ਨਾਲ ਚੱਲਦੇ ਹਾਂ। ਹੁਣ ਸਭ ਤੋਂ ਪਹਿਲਾਂ ਰਾਵੀ ਨਦੀ ਬਾਰੇ। ਰਾਵੀ ਨਦੀ ਮੁਲਤਾਨ ਤਹਿਸੀਲ ਕਾਂਗੜਾ ਚੋਂ ਨਿਕਲਦੀ ਹੈ, ਠੀਕ ਆ। ਜਿੰਨੀਆਂ ਵੀ 5 ਦੀਆਂ 5 ਪੈਰੀਨੀਅਲ ਰਿਵਰਸ ਨੇ, ਮਤਲਬ ਕਿ ਸਾਰਾ ਸਾਲ ਵਹਿਣ ਵਾਲੀਆਂ ਨਦੀਆਂ ਹੈ, ਉਹਨਾਂ 'ਚੋਂ ਸਭ ਤੋਂ ਛੋਟੀ ਨਦੀ ਹੈ, ਠੀਕ ਆ। ਇਹ ਕਿੱਥੋਂ ਨਿਕਲ ਕੇ ਆਉਂਦੀ ਆ? ਬਾਰਾ ਬਘਾਲ, ਬਾਰਾਬੰਸੂ ਤੇ ਚੰਬਾ ਜ਼ਿਲ੍ਹਾ, ਠੀਕ ਆ। ਉਸ ਤੋਂ ਬਾਅਦ ਇਹ ਮਤਲਬ ਕਿ ਇਹਦੇ ਤੇ ਮਾਧੋਪੁਰ 'ਚ ਇਹਦੇ ਤੇ ਉਹ ਵੀ ਬਣਿਆ ਹੋਇਆ ਹੈ, ਮਤਲਬ ਕਿ ਪਠਾਨਕੋਟ ਤੇ ਹੈਡ ਵਰਕਸ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਪਠਾਨਕੋਟ ਜ਼ਿਲ੍ਹੇ 'ਚ, ਠੀਕ ਆ। ਰਾਵੀ ਜਿਹੜੀ ਆ ਪਠਾਨਕੋਟ ਤੇ ਗੁਰਦਾਸਪੁਰ ਤੇ ਅੰਮ੍ਰਿਤਸਰ, ਇਹਨਾਂ 3 ਜ਼ਿਲ੍ਹਿਆਂ ਦੇ ਵਿੱਚੋਂ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਬਣਾ ਕੇ ਫਿਰ ਇਹ ਪਾਕਿਸਤਾਨ 'ਚ ਦੇ ਨਰੋਵਾਲ ਜ਼ਿਲ੍ਹੇ 'ਚ ਐਂਟਰ ਕਰ ਜਾਂਦੀ ਆ। ਉੱਥੋਂ ਬਾਅਦ ਇਹ ਪਾਕਿਸਤਾਨ ਚਲੇ ਜਾਂਦੀ ਆ। ਲਓ ਜੀ, ਆਹ ਆਪਾਂ ਨੂੰ ਪਤਾ ਹੈ। ਪਾਕਿਸਤਾਨ, ਇਹ ਕੱਕੜ ਪਾਕਿਸਤਾਨ ਦਾ ਇੱਕ ਪਿੰਡ ਹੈ, ਕੱਕੜ ਪਿੰਡ, ਜਿੱਥੋਂ ਇਹ ਪਾਕਿਸਤਾਨ 'ਚ ਐਂਟਰ ਕਰਦੀ ਹੈ ਤੇ ਅੱਗੇ ਜਾ ਕੇ ਇਹ ਚਨਾਬ ਨਦੀ 'ਚ ਮਿਲ ਜਾਂਦੀ ਹੈ। ਆਪਾਂ ਪੜ੍ਹਿਆ ਵੀ ਸੀ ਕਿ ਰਾਵੀ ਚਨਾਬ 'ਚ ਰੰਗਪੁਰ ਪਿੰਡ ਜਾ ਕੇ ਮਿਲ ਜਾਂਦੀ ਹੈ। ਸੋ ਆਹ ਰਾਵੀ ਨਦੀ ਦੀ ਕਨਸੈਪਟ ਹੋ ਗਿਆ। ਜੇ ਰਾਵੀ ਨਦੀ ਦੀ ਗੱਲ ਕਰੀਏ ਤਾਂ ਕਠੂਆ ਜ਼ਿਲ੍ਹਾ ਜਿਹੜਾ ਕਿ ਜੰਮੂ ਕਸ਼ਮੀਰ ਦਾ ਇੱਕ ਵਾਰ ਇੱਕ ਬੱਚੀ ਦੇ ਰੇਪ ਦੇ ਕਰਕੇ ਮਸ਼ਹੂਰ ਹੋ ਗਿਆ ਸੀ, ਉੱਥੇ ਇੱਕ ਉਜ ਰਿਵਰ ਆ ਜਿਹੜੀ ਇਹਦੀ ਸਭ ਤੋਂ ਇੰਪੋਰਟੈਂਟ ਟ੍ਰਿਬਿਊਟਰੀ ਆ, ਠੀਕ ਆ। ਟ੍ਰਿਬਿਊਟਰੀਜ਼ ਮਤਲਬ ਯਾਦ ਰੱਖਣਾ ਪਊਗਾ, ਛੋਟੀਆਂ ਛੋਟੀਆਂ ਨਦੀਆਂ ਜਿਹੜੀਆਂ ਅਹਿਮੀਅਤ ਰੱਖਦੀਆਂ ਇਹਦੇ ਵਾਸਤੇ, ਠੀਕ ਆ। ਤਾਂ ਉਸ ਤੋਂ ਬਾਅਦ ਇਹਦੇ ਤੇ ਕਿਹੜੇ ਪ੍ਰੋਜੈਕਟ ਬਣੇ ਹੋਏ ਆ? ਕੱਠਰਧਾਰ, ਮਾਧੋਪੁਰ ਹੈਡ ਵਰਕਸ, ਮਾਧੋਪੁਰ ਬਿਆਸ ਲਿੰਕ ਜਿਹਨੂੰ ਕਠੂਆ ਫੀਡਰ ਵੀ ਕਹਿ ਦਿੰਦੇ ਆ। ਹੋਰ ਇਹਦੇ ਤੇ ਇੱਕ ਬੜਾ ਮਸ਼ਹੂਰ ਡੈਮ ਰਣਜੀਤ ਸਾਗਰ ਡੈਮ, ਜਿਹਨੂੰ ਥੇਨ ਡੈਮ ਵੀ ਕਹਿ ਦਿੰਦੇ ਆ, ਜਿਹੜਾ ਕਿ ਇਹਦੇ ਤੇ 1981 ਚ ਪੰਜਾਬ 'ਚ ਹੀ ਬਣਿਆ ਹੋਇਆ ਹੈ, ਠੀਕ ਆ। ਸੋ ਇਹ ਇੰਪੋਰਟੈਂਟ ਆ, ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਸੀਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੇਨ ਪੁਆਇੰਟ ਪੜ੍ਹਾਏ ਆ ਰਾਵੀ ਨਦੀ ਦੇ। ਰਾਵੀ ਨਦੀ ਤੋਂ ਬਾਅਦ ਜਿਹੜੀ ਦੂਜੀ ਨਦੀ ਪੰਜਾਬ 'ਚ ਬਹੁਤ ਮਸ਼ਹੂਰ ਆ, ਦੈਟ ਇਜ਼ ਬਿਆਸ, ਜਿਹੜੀ ਕਿ ਬਿਆਸ ਕੁੰਡ ਤੋਂ ਚੱਲਦੀ ਆ। ਲੰਬਾਈ ਇਹਦੀ 470 ਕਿਲੋਮੀਟਰ ਆ, ਠੀਕ ਆ। ਤੇ ਇਹਦਾ ਡਰੇਨੇਜ ਸਿਸਟਮ ਜਿਹੜਾ ਹੈ, ਇਹਦਾ ਡਰੇਨੇਜ ਏਰੀਆ ਜਿੰਨੇ ਏਰੀਏ ਨੂੰ ਇਹ ਕਵਰ ਕਰਦੀ ਆ 20,000 ਸਕੁਅਰ ਕਿਲੋਮੀਟਰ ਦੇ ਅਰਾਊਂਡ ਇਹਦਾ ਏਰੀਆ ਹੈ, ਠੀਕ ਆ। ਇਸੇ ਨਦੀ ਤੇ ਹੀ 326 BC ਦੇ ਵਿੱਚ ਅਲੈਗਜ਼ੈਂਡਰਾ ਜਿਹੜਾ ਉਹ ਵਾਪਸ ਮੁੜ ਗਿਆ ਸੀ। ਇਹ ਇਸ ਨਦੀ ਦੀ ਇੱਕ ਖਾਸੀਅਤ ਆ। ਇਸ ਨਦੀ ਦਾ ਓਰੀਜਨ ਜਿਹੜਾ ਹੈ ਉਹ ਵਿਪਾਸਾ ਨਾਮ ਤੋਂ ਹੋਇਆ ਹੈ, ਵੇਦ ਵਿਆਸ ਤੋਂ ਇਹ ਨਾਮ ਚੱਕਿਆ ਗਿਆ। ਵੇਦ ਵਿਆਸ ਜੀ ਜਿਨ੍ਹਾਂ ਦਾ ਨਾਮ ਮਹਾਭਾਰਤ ਨਾਲ ਜੁੜਦਾ ਹੈ, ਤਾਂ ਉਹਨਾਂ ਤੋਂ ਵਿਆਸ ਕੁੰਡ ਹੀ ਇਹਦਾ ਨਾਮ ਵਿਆਸ ਕੁੰਡ ਤੇ ਫਿਰ ਬਿਆਸ ਕੁੰਡ ਪਿਆ। ਮੰਡੀ ਤੇ ਕੁੱਲੂ ਜ਼ਿਲ੍ਹਿਆਂ 'ਚੋਂ ਲੰਘਦੀ ਹੋਈ ਇਹ ਜਿਹੜੀ ਆ
ਧੌਲਾਧਾਰ ਦੀਆਂ ਪਹਾੜੀਆਂ ਚੋਂ ਜਿਹੜੀ ਰੇਂਜ ਆ, ਮਾਊਂਟੇਨ ਰੇਂਜ ਆ, ਉਹਦੇ ਚੋਂ ਨਿਕਲਦੀ ਆ। ਤੇ ਪੰਜਾਬ 'ਚ ਤਲਵਾਰਾ ਨਾਮ ਦੀ ਜਗ੍ਹਾ, ਤਲਵਾਰਾ ਕਿੱਥੇ ਆ ਪਤਾ ਹੀ ਆਪਾਂ ਨੂੰ, ਹੁਸ਼ਿਆਰਪੁਰ ਜ਼ਿਲ੍ਹੇ 'ਚ, ਕਿਉਂਕਿ ਤਲਵਾਰਾ ਸਾਹਿਬ ਦੇ ਨਾਮ ਤੋਂ ਇਹ ਕਾਫੀ ਮਸ਼ਹੂਰ ਹੋ ਗਿਆ ਸੀ। ਹਿਮਾਚਲ 'ਚ ਇਹਦੇ ਤੇ ਪਾਂਦੋ ਡੈਮ ਆ ਤੇ ਇੱਕ ਪੌਂਗ ਡੈਮ ਆ। ਪੌਂਗ ਪੰਜਾਬ 'ਚ ਨਹੀਂ ਕਹਿ ਸਕਦੇ, ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਹੀ ਆ। ਹਰੀਕੇ ਆ ਕੇ ਇਹ ਪੰਜਾਬ 'ਚ 100 ਕਿਲੋਮੀਟਰ ਫਲੋ ਕਰਨ ਤੋਂ ਬਾਅਦ ਹਰੀਕੇ ਤਰਨਤਾਰਨ ਆ ਕੇ ਇਹ ਤਰਨਤਾਰਨ ਫਿਰੋਜ਼ਪੁਰ ਬਾਰਡਰ ਤੇ ਇਹ ਉਹਦੇ 'ਚ ਮਰਜ ਹੋ ਜਾਂਦੀ ਆ ਸਤਲੁਜ 'ਚ। ਉੱਥੋਂ ਹੀ ਇਹਦੇ 'ਚੋਂ ਇੱਕ ਰਾਜਸਥਾਨ ਫੀਡਰ ਕਨਾਲ ਨਿਕਲਦੀ ਹੈ, ਜਿਹਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਜਾਂਦਾ ਹੈ। ਇੰਦਰਾ ਗਾਂਧੀ ਕਨਾਲ, ਅੱਛਾ ਆ ਲਿਖਿਆ ਹੋਇਆ ਇੰਦਰਾ ਗਾਂਧੀ ਕਮਾਂਡ ਕਨਾਲ, ਜਿੱਥੋਂ ਪਾਣੀ ਜਿਹੜਾ ਹੈ ਰਾਜਸਥਾਨ ਨੂੰ ਜਾਂਦਾ ਹੈ। ਇਹ ਵੀ ਇੱਕ ਪੰਜਾਬ ਤੇ ਰਾਜਸਥਾਨ ਦੇ ਵਿੱਚ ਕੰਟਰੋਵਰਸ਼ੀਅਲ ਵਿਸ਼ਾ ਰਿਹਾ ਹੀ ਆ। ਇਹਦੀਆਂ ਸਹਾਇਕ ਨਦੀਆਂ ਦੀ ਗੱਲ ਕਰਾਂ, ਟ੍ਰਿਬਿਊਟਰੀਜ਼ ਦੀ ਗੱਲ ਕਰਾਂ ਤਾਂ ਪਾਰਬਤੀ, ਜਿਹੜੀ ਨਦੀ ਦੇ ਕੰਢੇ ਤੇ ਮਣੀਕਰਨ ਸਾਹਿਬ ਵਾਲਾ ਗੁਰਦੁਆਰਾ ਹੈ, ਉਹ ਪਾਰਬਤੀ ਨਦੀ ਆ, ਆਉਂਦੀਆਂ ਨੇ ਇੱਕ। ਤੇ ਉਲ ਸੋਹਣ ਪੰਜਾਬ 'ਚ ਆ ਕੇ ਇਹਦੇ 'ਚ ਇੱਕ ਨਦੀ ਮਿਲਦੀ ਹੈ ਕਾਲੀ ਬਈ। ਕਾਲੀ ਬਈ ਬਿਆਸ ਦੀ ਟ੍ਰਿਬਿਊਟਰੀ ਆ ਤੇ ਚਿੱਟੀ ਬਈ ਸਤਲੁਜ ਦੀ ਟ੍ਰਿਬਿਊਟਰੀ ਆ। ਇਹੋ ਜਿਹੀਆਂ ਗੱਲਾਂ ਬਹੁਤ ਇੰਪੋਰਟੈਂਟ ਆ। ਕਾਲੀ ਬਈ ਬਿਆਸ ਨੂੰ ਐਟ ਹਰੀਕਾ ਆਫਟਰ ਕ੍ਰੋਇੰਗ ਹੁਸ਼ਿਆਰਪੁਰ ਐਂਡ ਕਪੂਰਥਲਾ, ਇਹਨਾਂ ਦੋ ਸ਼ਹਿਰਾਂ 'ਚੋਂ ਲੰਘਣ ਤੋਂ ਬਾਅਦ ਉਹ ਹਰੀਕੇ ਆ ਕੇ ਕਾਲੀ ਬਈ ਬਿਆਸ ਨੂੰ ਮਿਲਦੀ ਆ। ਪੌਂਗ ਤੇ ਪਾਂਦੋ ਇਸ ਦਰਿਆ ਦੇ ਉੱਪਰ ਬਣੇ ਹੋਏ ਡੈਮ ਨੇ। ਇੰਪੋਰਟੈਂਟ ਗੱਲਾਂ ਸੀਗੀਆਂ, ਬਿਕੋਜ਼ ਹਰ ਇੱਕ ਛੋਟੀ ਤੋਂ ਛੋਟੀ ਗੱਲ ਜਿਹੜੀ ਮੈਨੂੰ ਲੱਗਦਾ ਹੈ ਕਿ ਤੁਹਾਡੇ ਵਾਸਤੇ ਲੈ ਕੇ ਆਉਣੀ ਬਹੁਤ ਜ਼ਰੂਰੀ ਆ, ਉਹ ਤਾਂ ਹੈ ਹੀ ਆ। ਹੁਣ ਗੱਲ ਕਰਦੇ ਹਾਂ ਅੱਗੇ ਸਤਲੁਜ ਨਦੀ ਦੀ। ਸਤਲੁਜ ਨਦੀ ਦਾ ਓਰੀਜਨ ਤਿੱਬਤ ਦਾ ਰਕਸਥਲ ਲੇਕ ਆ, ਠੀਕ ਆ। ਤਾਂ ਉਸ ਤੋਂ ਬਾਅਦ ਇਹ ਨਦੀ ਜਿਹੜੀ ਆ, ਇਹ ਨਦੀ ਬਿਲਕੁਲ ਨੇੜੇ ਆ ਮਾਨਸਰੋਵਰ ਲੇਕ ਦੇ, ਬੜੀ ਨੇੜਿਓਂ ਨਿਕਲਦੀ ਆ। ਮਾਨਸਰੋਵਰ ਲੇਕ ਉਹ ਆ ਜਿੱਥੋਂ ਇੰਡਸ ਨਦੀ ਨਿਕਲਦੀ ਆ, ਠੀਕ ਆ। ਇਹ ਇੱਕ ਖਾਈ ਬਣਾਉਂਦੀ ਹੋਈ ਹਿਮਾਲਿਆ 'ਚ ਐਂਟਰ ਕਰਦੀ ਆ ਤੇ ਭਾਰਤ 'ਚ ਜਿਸ ਦਰੇ 'ਚੋਂ ਖਾਈ ਦਾ ਮਤਲਬ ਹੁੰਦਾ ਗੋਰਜ, ਜਿਸ ਦਰੇ 'ਚੋਂ ਪਹਾੜਾਂ ਦੇ ਜਿਸ ਦਰੇ 'ਚੋਂ ਲੰਘ ਕੇ ਇਹ ਇੱਥੋਂ ਐ ਹੁੰਦੀ ਆ, ਉਹਨੂੰ ਕਹਿੰਦੇ ਛਿੱਪੀਕਾ ਛਿੱਪੀਕਾ ਦਰਾ, ਉੱਥੋਂ ਇਹ ਪੰਜਾਬ 'ਚ ਐਂਟਰ ਹੁੰਦੀ ਆ ਤੇ ਭਾਰਤ 'ਚ ਐਂਟਰ ਹਿਮਾਚਲ ਤੇ ਹਿਮਾਚਲ ਤੋਂ ਬਾਅਦ ਇਹ ਪੰਜਾਬ 'ਚ ਐਂਟਰ ਹੁੰਦੀ ਆ, ਠੀਕ ਆ। ਨੰਗਲ ਦੇ ਕੋਲ ਤੇ ਨੰਗਲ ਤੋਂ ਬਾਅਦ ਇਹ ਰੋਪੜ 'ਚ ਜਾਂਦੀ ਆ, ਠੀਕ ਆ। ਤਾਂ ਪਾਕਿਸਤਾਨ 'ਚ ਫਿਰ ਇਹ ਹਰੀਕੇ ਪਹੁੰਚਦੀ ਆ, ਹਰੀਕੇ ਦੇ 'ਚ ਬਿਆਸ ਮਿਲਦੀ ਆ। ਉਸ ਤੋਂ ਬਾਅਦ ਇਹ ਸੁਲੇਮਕੀ ਨਾਮ ਦੀ ਜਗ੍ਹਾ ਤੇ ਪਾਕਿਸਤਾਨ 'ਚ ਐਂਟਰ ਹੋ ਜਾਂਦੀ ਆ, ਠੀਕ ਆ। ਇਹਦੇ ਤੇ ਕਈ ਡੈਮ ਨੇ ਜਿਹੜੇ ਬੜੇ ਮਸ਼ਹੂਰ ਨੇ। ਭਾਖੜਾ ਡੈਮ ਨੇ, ਕਰਚਮ ਬਾਗੜੂ ਹੋ ਗਿਆ, ਨਮਥਾ ਜਾਕਰੀ ਹੋ ਗਿਆ, ਨੰਗਲ ਹੋ ਗਿਆ, ਠੀਕ ਆ। ਆਨੰਦਪੁਰ ਹਾਈਡਰੋ ਪ੍ਰੋਜੈਕਟ ਹੋ ਗਿਆ। ਬਹੁਤੇ ਇਹਦਾ ਚੋਂ ਹਿਮਾਚਲ 'ਚ ਨੇ, ਕੁਛ ਇਹਦੇ ਚੋਂ ਉਹਦੇ 'ਚ ਵੀ ਨੇ, ਪੰਜਾਬ 'ਚ ਵੀ ਨੇ। ਸੋਨ, ਬਿਆਸ, ਚਿੱਟੀ ਬਈ, ਇਹ ਸਾਰੀਆਂ ਇਹਦੀਆਂ ਸਹਾਇਕ ਨਦੀਆਂ ਨੇ, ਠੀਕ ਆ। ਤਾਂ ਚਿੱਟੀ ਬਈ ਇਹਨੂੰ ਗਿੱਦੜ ਪਿੰਡੀ ਮਿਲਦੀ ਆ, ਜਿਹੜਾ ਕਿ ਮਖੂ ਫਿਰੋਜ਼ਪੁਰ ਦੇ ਨੇੜੇ ਆ, ਠੀਕ ਆ। ਰੋਪੜ ਤੇ ਹਰੀਕੇ ਹੈਡਵਰਕਸ ਇਹਦੇ ਤੇ ਬਣੇ ਹੋਏ ਆ ਤੇ ਓਬਵੀਅਸ ਜੀ ਗੱਲ ਆ, ਉੱਥੋਂ ਹੀ ਇਹਦੇ ਚੋਂ ਸਰਹੰਦ ਨਹਿਰ ਨਿਕਲਦੀ ਹੈ, ਰੋਪੜ ਚੋਂ ਹੀ, ਠੀਕ ਆ। ਤਾਂ ਸਾਨੂੰ ਕਈ ਵਾਰੀ ਪੇਪਰ 'ਚ ਆ ਜਾਂਦਾ ਕਿ ਸਰਹੰਦ ਨਹਿਰ ਕਿੱਥੋਂ ਨਿਕਲਦੀ ਆ, ਰਾਜਸਥਾਨ ਫੀਡਰ ਕਿੱਥੋਂ ਨਿਕਲਦਾ, ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਘੱਗਰ ਨਦੀ। ਘੱਗਰ ਬੇਸਿਕਲੀ ਕਈ ਲੋਕ ਤਾਂ ਕਹਿੰਦੇ ਆ ਕਿ ਸਰਸਵਤੀ ਦਾ ਨਵਾਂ ਨਾਮ, ਕਈ ਲੋਕ ਕਹਿੰਦੇ ਆ ਕਿ ਸਰਸਵਤੀ ਦੀ ਟ੍ਰਿਬਿਊਟਰੀ ਹੁੰਦੀ ਸੀ। ਤਾਂ ਘੱਗਰ ਬਾਰੇ ਇਹ ਕਿਹਾ ਜਾਂਦਾ ਕਿ ਜਿਹੜੀ ਪੁਰਾਣੀ ਸਰਸਵਤੀ ਆ, ਉਹਦੇ ਸਬੂਤ ਦੇ ਤੌਰ ਤੇ ਹੀ ਬਸ ਘੱਗਰ ਆ ਫਿਲਹਾਲ। ਅੱਜ ਦੇ ਜ਼ਮਾਨੇ 'ਚ ਇਨਲੈਂਡ ਡਰੇਨੇਜ ਦਾ ਮਤਲਬ ਆ ਉਹ ਨਦੀ ਜਿਹੜੀ ਸਮੁੰਦਰ ਤੱਕ ਜਾਂ ਕਿਸੇ ਹੋਰ ਨਦੀ ਤੱਕ ਨਾ ਪਹੁੰਚ ਸਕੇ, ਰਾਹ 'ਚ ਹੀ ਖਤਮ ਵਗੈਰਾ ਹੋ ਜੇ, ਉਹਨੂੰ ਇਨਲੈਂਡ ਰਿਵਰ ਕਹਿੰਦੇ ਆ। ਅੱਜ ਦੇ ਜ਼ਮਾਨੇ 'ਚ ਇੱਕ ਸੀਜ਼ਨਲ ਰਿਵਰ ਹੀ ਆ, ਜਿਹੜੀ ਕਿ ਸਿਰਮੌਰ ਜ਼ਿਲ੍ਹੇ ਹਿਮਾਚਲ ਤੋਂ ਸਟਾਰਟ ਹੁੰਦੀ ਆ ਤੇ ਇਹ ਮਣੀ ਮਾਜਰਾ ਦੇ ਕੋਲੋਂ, ਮਤਲਬ ਆਪਣੇ ਚੰਡੀਗੜ੍ਹ ਦੇ ਕੋਲੋਂ ਵਹਿੰਦੀ ਹੋਈ ਪਟਿਆਲਾ, ਘਨੌਰ ਤੇ ਹਰਿਆਣਾ, ਖਨੌਰੀ, ਇੱਥੋਂ ਨਿਕਲਦੀ ਹੋਈ ਰਾਜਸਥਾਨ ਵੱਲ ਨੂੰ ਚਲੇ ਜਾਂਦੀ ਆ ਤੇ ਰਾਜਸਥਾਨ 'ਚ ਜਾ ਕੇ ਇਹ ਡਿਸਚਾਰਜ ਹੋ ਜਾਂਦੀ ਹੈ। ਬਸ ਐਡੀ ਕੁ ਗੱਲ ਆ। ਜਿਹੜੇ ਇਲਾਕੇ ਭਾਰਤ ਦੇ, ਪੰਜਾਬ ਦੇ ਬਿਲਕੁਲ ਪਹਾੜਾਂ ਦੀਆਂ ਜੜ੍ਹਾਂ 'ਚ ਨੇ, ਜਿਵੇਂ ਹੁਸ਼ਿਆਰਪੁਰ ਹੋ ਗਿਆ, ਰੂਪਨਗਰ ਹੋ ਗਿਆ, ਠੀਕ ਆ, ਮੋਹਾਲੀ ਦੇ ਕੁਛ ਇਲਾਕੇ ਹੋ ਗਏ, ਉੱਥੇ ਜਿਹੜੀਆਂ ਉੱਪਰੋਂ ਪਾਣੀ ਦੀਆਂ ਸਟਰੀਮਸ ਆਉਂਦੀਆਂ ਨੇ, ਉਹ ਉੱਥੋਂ ਦੀ ਦਲਦਲੀ ਮਿੱਟੀ ਦੇ ਅੰਦਰੋਂ ਵਗਦੀਆਂ, ਉਹਨਾਂ ਨੂੰ ਆਪਾਂ ਚੋਏ ਕਹਿੰਦੇ ਆ। ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਸੀਜ਼ਨਲ ਚੋਏ ਵੀ ਨੇ, ਠੀਕ ਆ। ਉਹਨਾਂ ਬਾਰੇ ਗੱਲ ਕਰਦੇ ਆ। ਇਹ ਜ਼ਿਆਦਾਤਰ ਜਿਹੜੇ ਪਹਾੜਾਂ ਦੇ ਕੋਲ ਨੇ, ਠੀਕ ਆ। ਤਾਂ ਇਹਨਾਂ 'ਚੋਂ ਬਹੁਤ ਸਾਰਿਆਂ ਨੂੰ ਚੋਇਆਂ ਨੂੰ ਸਰਕਾਰਾਂ ਨੇ ਬੰਦ ਕਰਤਾ, ਬਿਕੋਜ਼ ਇਹ ਜ਼ਮੀਨ ਨੂੰ ਪ੍ਰੋਪਰ ਤਰੀਕੇ ਨਾਲ ਇਰੀਗੇਟ ਨਹੀਂ ਹੋਣ ਦਿੰਦੇ, ਜਾਂ ਕਹਿ ਲਓ ਕਿ ਖੇਤੀ ਹੋਣ 'ਚ ਬਹੁਤ ਵੱਡੀ ਅੜਿੱਕਾ ਬਣਦੇ ਆ। ਬੰਨਾ ਚੋਆ, ਤੁੰਸਨ, ਬਲਾਚੌਰ, ਗੜ੍ਹਸ਼ੰਕਰ, ਇਹ ਸਾਰੇ ਹੁਸ਼ਿਆਰਪੁਰ, ਰੋਪੜ ਜਾਣੀ ਕਿ ਰੂਪਨਗਰ ਹੋ ਗਿਆ, ਹੁਸ਼ਿਆਰਪੁਰ ਹੋ ਗਿਆ ਤੇ ਆਪਣਾ ਉਹ ਏਰੀਏ ਜਿਹੜੇ ਬਿਲਕੁਲ ਆਪਣੇ ਉਹਦੇ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਆ, ਉੱਥੇ ਇਹ ਮੁੱਖ ਚੋਏ ਨੇ, ਜਾਣੀ ਕਿ ਹੁਸ਼ਿਆਰਪੁਰ ਹੋ ਗਿਆ, ਰੂਪਨਗਰ ਹੋ ਗਿਆ ਤੇ ਮੋਹਾਲੀ ਜ਼ਿਲ੍ਹਾ ਹੋ ਗਿਆ, ਠੀਕ ਆ। ਤਾਂ
ਇਹਨਾਂ ਏਰੀਆਜ਼ ਨੂੰ ਆਪਾਂ ਕਹਿ ਦਿੰਦੇ ਹਾਂ ਕੰਢੀ ਦਾ ਇਲਾਕਾ, ਸਮੁੰਦਰ ਦੇ ਕੰਢੇ ਦਾ, ਬਿਲਕੁਲ ਉਹ ਦਰਿਆਵਾਂ ਦੇ ਦਰਿਆ ਨਹੀਂ ਕਹਿਣਾ, ਪਹਾੜਾਂ ਦੇ ਕੰਢੇ ਦਾ ਇਲਾਕਾ, ਬਿਲਕੁਲ ਇਹਨੂੰ ਕੰਢੀ ਦਾ ਇਲਾਕਾ ਕਹਿ ਦਿੰਦੇ ਆ। ਤਾਂ ਸਰਕਾਰ ਨੇ ਇਸ ਕੰਢੀ ਦੇ ਇਲਾਕੇ ਨੂੰ ਡਿਵੈਲਪ ਕਰਨ ਵਾਸਤੇ, ਠੀਕ ਆ, ਇਸ ਇਲਾਕੇ ਨੂੰ ਡਿਵੈਲਪ ਕਰਨ ਵਾਸਤੇ ਕੰਢੀ ਏਰੀਆ ਡਿਵੈਲਪਮੈਂਟ ਪ੍ਰੋਜੈਕਟ ਵੀ ਬਣਾਇਆ ਹੈ। ਤੇ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਸ ਡਿਵੈਲਪਮੈਂਟ ਪ੍ਰੋਜੈਕਟ ਦੇ ਨਾਮ ਤੇ ਕਈ ਵਾਰੀ ਉਸ ਕੰਢੀ ਦੇ ਇਲਾਕੇ ਦੇ ਜਿਹੜੇ ਰੁੱਖ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ, ਉਹਨਾਂ ਜੰਗਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਚੱਲ ਜਾਂਦਾ। ਕਈ ਵਾਰੀ ਇਸ ਪੂਰੇ ਪ੍ਰੋਜੈਕਟ ਨੂੰ ਕਈ ਵਾਰੀ ਕੰਟਰੋਵਰਸ਼ੀਅਲ ਮੰਨ ਲਿਆ ਜਾਂਦਾ ਹੈ, ਤੇ ਆਪਾਂ ਹੁਣ ਵੀ ਦੇਖਦੇ ਹਾਂ। ਇਸ ਤੋਂ ਬਿਨਾਂ, ਚੋਇਆਂ ਤੋਂ ਬਿਨਾਂ ਛੋਟੀਆਂ ਨਹਿਰਾਂ ਜਿਹੜੀਆਂ ਨੇ, ਜਿਵੇਂ ਜੈਂਤੀਆ ਦੇਵੀ ਕੀ ਰਾਓ, ਪਟਿਆਲਾ ਕੀ ਰਾਓ ਤੇ ਬੁੱਢਾ ਨਾਲਾ, ਇਹ ਕੁਝ ਇਹੋ ਜਿਹੀਆਂ ਨਦੀਆਂ ਨੇ ਜਿਹੜੀਆਂ ਸ਼ਹਿਰਾਂ ਦੇ ਡਰੇਨੇਜ ਨਾਲ ਜੁੜੀਆਂ ਹੋਈਆਂ ਨੇ, ਤੇ ਹਰ ਇੱਕ ਸ਼ਹਿਰ ਦੇ ਵਿੱਚ ਇਹਨਾਂ ਦੀ ਆਪੋ ਆਪਣੀ ਆਸਥਾ ਹੈ। ਮੀਨਸ ਕਿ ਉੱਥੋਂ ਦੇ ਸ਼ਹਿਰ ਇਹਨੂੰ ਆਪੋ ਆਪਣੀ ਆਸਥਾ ਦੇ ਹਿਸਾਬ ਨਾਲ ਵੀ ਦੇਖਦੇ ਆ। ਜਿਵੇਂ ਪਟਿਆਲੇ ਵਾਲੀ ਨਦੀ ਹੋ ਗਈ, ਜਿਹਨੂੰ ਪਟਿਆਲਾ ਕੀ ਰਾਓ ਕਹਿ ਦਿੰਦੇ ਆ, ਜੈਂਤੀਆ ਦੇਵੀ ਕੀ ਰਾਓ, ਬੁੱਢਾ ਨਾਲਾ ਲੁਧਿਆਣੇ ਵਾਲਾ, ਹਰ ਇੱਕ ਦੀ ਆਪੋ ਆਪਣੀ ਆਸਥਾ ਹੈਗੀ ਆ। ਸੋ ਇਹ ਤਾਂ ਹੋ ਗਿਆ ਕੁੱਲ ਮਿਲਾ ਕੇ ਪੰਜਾਬ ਦਾ ਪੂਰੇ ਦਾ ਪੂਰਾ ਡਰੇਨੇਜ ਜੋ ਨੈਚੁਰਲ ਆ। ਗੱਲ ਕਰਨੀ ਚਾਹਾਂਗੇ ਹੁਣ ਪੰਜਾਬ ਦੀਆਂ ਕਨਾਲਸ ਤੇ, ਪੰਜਾਬ ਦਾ ਜਿਹੜਾ ਨਹਿਰੀ ਵਿਕਾਸ ਆ ਜਾਂ ਨਹਿਰੀ ਸਿਸਟਮ ਆ ਉਹਦੀ ਡਿਵੈਲਪਮੈਂਟ। ਅਸਲ 'ਚ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਨਹਿਰੀ ਸਿਸਟਮ ਦੀ, ਤਾਂ ਪੰਜਾਬ ਦਾ ਨਹਿਰੀ ਸਿਸਟਮ 1850 ਤੋਂ ਬਾਅਦ ਸ਼ੁਰੂ ਹੋਇਆ ਹੈ। ਉਹਦੀ ਇੱਕ ਵਜ੍ਹਾ ਹੈ, ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਆ 1839-40 ਦੇ ਕਰੀਬ, ਠੀਕ ਆ। ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਕੀ ਹੁੰਦਾ ਹੈ ਕਿ 1850 ਦੇ ਅਰਾਊਂਡ ਅੰਗਰੇਜ਼ ਪੂਰੇ ਪੰਜਾਬ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਆ ਜਾਂ ਕੈਪਚਰ ਕਰ ਲੈਂਦੇ ਆ। 1850 ਤੱਕ ਜਾਂਦੇ ਜਦੋਂ ਅੰਗਰੇਜ਼ ਪੂਰੇ ਪੰਜਾਬ ਨੂੰ ਕੈਪਚਰ ਕਰ ਲੈਂਦੇ ਆ, ਤਾਂ ਉਸ ਤੋਂ ਬਾਅਦ ਇੱਕ ਸਮੱਸਿਆ ਆਉਂਦੀ ਆ ਕਿ ਪੰਜਾਬ ਦੇ ਉਹ ਸੈਨਿਕ ਜਿਹੜੇ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਸੀਗੇ ਤੇ ਜਿਨ੍ਹਾਂ ਨੂੰ ਤੁਸੀਂ ਹੁਣ ਦਬਾਤਾ, ਕੱਢਤਾ ਨੌਕਰੀ ਚੋਂ, ਉਹ ਕਿਤੇ ਬਗਾਵਤ ਨਾ ਕਰ ਦੇਣ। ਇਸ ਕਰਕੇ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਜ਼ਮੀਨਾਂ, ਅੱਜ ਦੇ ਪਾਕਿਸਤਾਨ ਦੇ ਪੰਜਾਬ ਵਾਲੇ ਇਲਾਕੇ 'ਚ ਰਾਵਲਪਿੰਡੀ ਹੋ ਗਿਆ ਜਾਂ ਇਹਦੇ ਨੇੜੇ ਇੱਕ ਮੌਂਟੈਗਰੀ ਸ਼ਹਿਰ ਵਸਾਇਆ ਸੀਗਾ, ਉੱਥੇ ਨੇੜੇ ਜ਼ਮੀਨਾਂ ਦੇ ਕੇ ਨਾ ਅੰਗਰੇਜ਼ ਕੀ ਕਰਦੇ ਆ, ਉੱਥੋਂ ਨਹਿਰਾਂ ਦਾ ਵਿਕਾਸ ਕਰ ਦਿੰਦੇ ਆ, ਨਹਿਰਾਂ ਦੀ ਡਿਵੈਲਪਮੈਂਟ ਕਰਦੇ ਆ। ਜਿਵੇਂ ਇੱਕ ਝਨਾਬ ਰਹਿਲ ਚੋਂ ਕਨਾਲ ਕੱਢੀ ਸੀ, ਝਨਾਬ ਕਨਾਲ, ਫਿਰ ਉਸ ਤੋਂ ਬਾਅਦ ਝਨਾਬ ਰਹਿਲ ਤੋਂ ਇੱਕ ਕਨਾਲ ਜਿਹੜੀ ਸੀਗੀ, ਇੱਕ ਕਨਾਲ ਜਿਹੜੀ ਆ ਉਹ ਆਪਣੀ ਝੱਜ ਕਨਾਲ ਸੀਗੀ, ਝਨਾਬ ਨੂੰ ਜੇਹਲਮ ਨਾਲ ਜੋੜਿਆ, ਉੱਥੋਂ ਨਹਿਰ ਕੱਢੀ। ਇਸ ਤਰੀਕੇ ਨਾਲ ਛੋਟੀਆਂ ਕਨਾਲਸ ਕੱਢੀਆਂ, ਠੀਕ ਆ। ਬਿਆਸ ਨੂੰ ਰਾਵੀ ਨਾਲ ਜੋੜਤਾ ਤਾਂ ਬਰੀ ਕਨਾਲ ਹੋ ਗਈ। ਇਹ ਕਨਾਲਸ ਜਿਹੜੀਆਂ ਸੀ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਇਲਾਕੇ 'ਚ ਕੱਢੀਆਂ ਗਈਆਂ, ਉੱਥੇ ਉਹਨਾਂ ਲੋਕਾਂ ਨੂੰ ਸੈਟਲ ਕੀਤਾ ਗਿਆ, ਤੇ ਜਿੱਥੇ ਉਹਨਾਂ ਲੋਕਾਂ ਨੂੰ ਸੈਟਲ ਕੀਤਾ ਗਿਆ ਉਹਨਾਂ ਨੂੰ ਥੋੜੇ ਮੁਰੱਬੇ ਦਿੱਤੇ ਗਏ ਕਿ ਤੁਸੀਂ ਇਹਨਾਂ ਮੁਰੱਬਿਆਂ 'ਚ ਵਾਹੀ ਕਰੋ, ਖੇਤੀ ਕਰੋ। ਉਹਨਾਂ ਦੇ ਪਿੰਡਾਂ ਦੇ ਨਾਮ ਹੀ ਐਵੇਂ ਰੱਖੇ ਗਏ ਅੰਗਰੇਜ਼ਾਂ ਨੇ, ਚੱਕ 11, ਚੱਕ 12, ਚੱਕ 13, ਚੱਕ 14। ਇਹ ਪਿੰਡ ਜਿਹੜੇ ਸੀਗੇ ਇਹ ਆਰਟੀਫਿਸ਼ੀਅਲ ਪਿੰਡ ਸੀ, ਉਹ ਕੁਦਰਤੀ ਪੁਰਾਣੇ ਪਿੰਡ ਨਹੀਂ ਸੀਗੇ। ਇਹ ਸਪੈਸ਼ਲ ਕਲੋਨੀਆਂ ਵਸਾਈਆਂ ਗਈਆਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਸੈਨਿਕਾਂ ਨੂੰ, ਉਹਨਾਂ ਦੇ ਗੁੱਸੇ ਨੂੰ, ਉਹਨਾਂ ਦੇ ਰਿਵੋਲਟ ਨੂੰ ਦਬਾਉਣ ਵਾਸਤੇ। ਲੋਕ ਖੇਤੀ 'ਚ ਬਿਜ਼ੀ ਹੋ ਗਏ। 1900 ਤੱਕ ਚੱਕ ਕੇ ਜਾਂਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਉਪਜਾਊ ਕਰ ਲਈਆਂ। ਹੁਣ ਅੰਗਰੇਜ਼ਾਂ ਨੂੰ ਲੱਗਿਆ ਕਿ ਇਹਨਾਂ ਲੋਕਾਂ ਤੋਂ ਇਹਨਾਂ ਜ਼ਮੀਨਾਂ ਦੇ ਪੈਸੇ ਲਏ ਜਾਣ, ਉਦੋਂ ਤਾਂ ਲਏ ਨਹੀਂ ਸੀ। ਫਿਰ ਉਹਨਾਂ ਨੇ ਪੈਸੇ ਲੈਣ ਵਾਸਤੇ ਵੱਖਰੇ ਕਾਨੂੰਨ ਪਾਸ ਕੀਤੇ, ਜਿਹਦੇ ਕਰਕੇ 1907 'ਚ ਪੰਜਾਬ ਦਾ ਅਨਰੈਸਟ, ਪੰਜਾਬ 'ਚ ਅਰਾਜਕਤਾ ਫੈਲ ਗਈ। ਫਿਰ ਇੱਕ ਕਾਨੂੰਨ ਲੈ ਕੇ ਆਏ ਅੰਗਰੇਜ਼ ਕਿਸਾਨੀ ਦੇ, ਇੱਕ ਲੈਂਡ ਐਕਵਾਈਜੇਸ਼ਨ ਵਾਸਤੇ ਬਿੱਲ ਲੈ ਕੇ ਆਏ ਸੀ, ਉਹ ਕਲੋਨਾਈਜੇਸ਼ਨ ਬਿੱਲ, ਠੀਕ ਆ। ਇੱਕ ਤਾਂ ਕਲੋਨਾਈਜੇਸ਼ਨ, ਪੰਜਾਬ ਕਲੋਨਾਈਜੇਸ਼ਨ ਬਿੱਲ ਲੈ ਕੇ ਆਏ, ਠੀਕ ਆ। ਇਸ ਤੋਂ ਪਹਿਲਾਂ ਵੀ ਇੱਕ ਅੱਧਾ ਬਿੱਲ ਹੋਰ ਲੈ ਕੇ ਆਏ ਸੀ, ਪੰਜਾਬ ਲੈਂਡ ਅਲਾਈਨੇਸ਼ਨ ਐਕਟ। ਇਹਨਾਂ ਦੋਵਾਂ ਕਾਨੂੰਨਾਂ ਦਾ ਸਖਤ ਵਿਰੋਧ ਹੋਇਆ ਤੇ ਅੰਗਰੇਜ਼ਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ। ਤੇ ਇਹ ਉਹ ਸਿਸਟਮ ਸੀ ਕਿ ਪੰਜਾਬ 'ਚ ਨਹਿਰਾਂ ਦਾ ਵਿਕਾਸ, ਪਰ ਆਜ਼ਾਦੀ ਤੋਂ ਬਾਅਦ ਇਹ ਸਾਰੇ ਦਾ ਸਾਰਾ ਵਿਕਾਸ ਪਾਕਿਸਤਾਨ ਵਾਲੇ ਪਾਸੇ ਚਲੇ ਗਿਆ। ਪੰਜਾਬ ਵਾਲੇ ਪਾਸੇ ਵਿਕਾਸ ਨੂੰ ਨਵੇਂ ਸਿਰਿਓਂ ਉਲੀਕਣਾ ਪਿਆ ਤੇ ਪੰਜਾਬ 'ਚ ਨਵਾਂ ਤੰਤਰ ਕਨਾਲਸ ਦਾ ਬਣਾਇਆ ਗਿਆ। ਲੋ ਉਹੀ ਪੜ੍ਹਨਾ ਹੁਣ ਆਪਾਂ ਕਿ ਜਿਹੜਾ ਪੰਜਾਬ 'ਚ ਨਵਾਂ ਤੰਤਰ ਬਣਾਇਆ ਗਿਆ। ਸਰਹੰਦ ਕਨਾਲ, ਬਿਸਤ ਕਨਾਲ, ਠੀਕ ਆ, ਬਿਆਸ ਤੇ ਸਤਲੁਜ ਨੂੰ ਜੋੜਦੀ ਹੋਈ, ਬਿਆਸ ਤੇ ਰਾਵੀ ਨੂੰ ਜੋੜਦੀ, ਬਰੀ ਦਵਾਬ, ਭਾਖੜਾ ਜਿਹਨੂੰ BML ਕਿਹਾ ਜਾਂਦਾ, ਫਿਰੋਜ਼ਪੁਰ ਸਰਹੰਦ ਫੀਡਰ, ਮਖੂ ਕਨਾਲ, ਸ਼ਹਿਨਾਰਫ ਕਨਾਲ ਹਿਮਾਚਲ ਚੋਂ ਪਾਣੀ ਲੈ, ਕਸ਼ਮੀਰ ਕਨਾਲ ਕਸ਼ਮੀਰ ਵੱਲ ਨੂੰ ਪਾਣੀ, ਰਾਜਸਥਾਨ ਫੀਡਰ ਜਿਹਨੂੰ ਆਪਾਂ ਉਹ ਇੰਦਰਾ ਗਾਂਧੀ ਕਨਾਲ ਤੇ ਬੀਕਾਨੇਰ ਕਨਾਲ। ਇਹ ਕੁਛ ਕਨਾਲਸ ਨੇ ਜਿਹੜੀਆਂ ਕੁਛ ਤਾਂ ਉੱਥੋਂ ਕੱਢੀਆਂ ਗਈਆਂ ਰੋਪੜ ਤੋਂ, ਕੁਛ ਕੱਢੀਆਂ ਗਈਆਂ ਮਖੂ ਤੋਂ, ਤੇ ਕੁਛ ਕਨਾਲਸ ਕੱਢੀਆਂ ਗਈਆਂ ਆਪਣੀਆਂ ਉੱਥੋਂ ਮਾਧੋਪੁਰ ਤੋਂ, ਮਤਲਬ ਕਿ ਪਠਾਨਕੋਟ ਤੋਂ, ਤੇ ਕੁਛ ਹਰੀਕੇ ਤੋਂ। ਇਹ ਸਾਰੀਆਂ ਕਨਾਲਸ ਮਿਲ ਕੇ ਪੰਜਾਬ 'ਚ ਇੱਕ ਤੰਤਰ ਬਣਾਉਂਦੀਆਂ ਜਿਹਨੂੰ ਕਨਾਲ ਸਿਸਟਮ ਕਿਹਾ ਹੈ। ਮੁੱਖ 8 ਕਨਾਲਸ ਜਿਹੜੀਆਂ ਨੇ ਗੱਲ ਕਰਦੇ ਆ ਉਹਨਾਂ ਦੀ। ਸਰਹੰਦ ਕਨਾਲ ਮੋਸਟ ਇੰਪੋਰਟੈਂਟ, 60 ਕਿਲੋਮੀਟਰ ਲੰਬੀ ਆ ਤੇ ਰੋਪੜ ਤੋਂ ਨਿਕਲਦੀ ਆ।
ਗੱਲ ਕਰਦੇ ਹਾਂ ਬਿਸਤ ਕਨਾਲ ਦੀ, 43 ਕਿਲੋਮੀਟਰ ਲੰਮੀ ਆ ਤੇ ਰੋਪੜ ਤੋਂ ਨਿਕਲਦੀ ਹੈ। ਅਪਰ ਬਰੀ ਕਨਾਲ ਜਿਹੜੀ ਆ ਰਾਵੀ ਤੋਂ ਨਿਕਲਦੀ ਆ ਤੇ ਮਾਧੋਪੁਰ ਤੋਂ ਨਿਕਲਦੀ ਆ ਤੇ 42 ਕਿਲੋਮੀਟਰ ਲੰਮੀ ਆ। ਸਰਹੰਦ ਫੀਡਰ 136 ਕਿਲੋਮੀਟਰ ਹਰੀਕੇ ਤੋਂ ਨਿਕਲਦੀ ਆ। ਸਰਹੰਦ ਫੀਡਰ 2 ਆ ਰਹੀ ਤੇ ਸਰਹੰਦ ਕਨਾਲ ਆ ਰਹੀ, ਇਹਨਾਂ ਦੋਵਾਂ ਦੇ ਹੈੱਡ ਸਟਾਰਟਿੰਗ ਪੁਆਇੰਟ ਹੀ ਅੱਡ ਅੱਡ ਨੇ, ਪੇਪਰਾਂ 'ਚ ਆਉਣ ਵਾਲੇ ਸਵਾਲ ਆ। ਪੂਰਬੀ ਕਨਾਲ, ਈਸਟ ਕਨਾਲ 8 ਕਿਲੋਮੀਟਰ ਆ ਤੇ ਹੁਸੈਨੀਵਾਲਾ ਤੋਂ ਨਿਕਲਦੀ ਆ ਫਿਰੋਜ਼ਪੁਰ ਤੋਂ। ਭਾਖੜਾ ਮੇਨ ਲਾਈਨ 161 ਕਿਲੋਮੀਟਰ ਲੰਮੀ ਹੈ, ਇਹਨਾਂ ਸਾਰਿਆਂ 'ਚ ਲੰਮੀ ਹੈ ਤੇ ਨੰਗਲ ਤੋਂ ਨਿਕਲਦੀ ਹੈ। ਸ਼ਾਹ ਨਹਿਰ ਇਹ ਮੁਕੇਰੀਆਂ ਤੋਂ ਨਿਕਲਦੀ ਹੈ ਤੇ 2.5 ਕਿਲੋਮੀਟਰ ਲੰਮੀ ਹੈ। ਤੇ ਰਾਜਸਥਾਨ ਫੀਡਰ 150 ਕਿਲੋਮੀਟਰ ਦੇ ਅਰਾਊਂਡ ਆ, ਹਰੀਕੇ ਤੋਂ ਨਿਕਲਦੀ ਹੈ, ਇਸੇ ਦਾ ਨਾਮ ਇੰਦਰਾ ਗਾਂਧੀ ਕਨਾਲ ਆ। ਇਹ ਕਨਾਲਸ ਪੰਜਾਬ ਤੇ ਪੰਜਾਬ ਦੇ ਨਾਲ ਦੇ ਸੂਬਿਆਂ ਨੂੰ ਪਾਣੀ ਦੇਣ ਵਾਸਤੇ ਬਣਾਈਆਂ ਗਈਆਂ ਕਨਾਲਸ ਨੇ। ਵਜ੍ਹਾ 1947 ਤੋਂ ਬਾਅਦ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਵੰਡਣਾ ਪਿਆ। ਕਈ ਟੈਕਨੀਕਲ ਕਾਰਨ ਨੇ, ਅਸੀਂ ਜਜ਼ਬਾਤੀ ਹੋ ਕੇ ਕਈ ਵਾਰੀ ਕਹਿ ਦਿੰਦੇ ਹਾਂ ਕਿ ਅਸੀਂ 1 ਇੰਚ ਪਾਣੀ ਨਹੀਂ ਲਵਾਂਗੇ, ਪਰ ਕੁਝ ਟੈਕਨੀਕਲਿਟੀਜ਼ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣਗੀਆਂ। ਉਹਨਾਂ ਟੈਕਨੀਕਲਿਟੀਜ਼ ਨੂੰ ਸਮਝ ਕੇ ਬਿਨਾਂ ਜਜ਼ਬਾਤੀ ਹੋਏ, ਉਹਨਾਂ ਟੈਕਨੀਕਲਿਟੀਜ਼ ਨੂੰ ਸਮਝਣ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਿਆਣੇ ਹੋ, ਇਹ ਤੈਅ ਕਰ ਸਕਦੇ ਹੋ ਕਿ ਪੰਜਾਬ ਦਾ ਪਾਣੀ ਬਾਹਰ ਜਾਣਾ ਕਿ ਨਹੀਂ। ਬਿਕੋਜ਼ ਅਸੀਂ ਕੀ ਆ, ਮੈਂ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਕਹੂੰਗਾ, ਬਟ ਮੈਂ ਤਾਂ ਇੱਕ ਗੱਲ ਕਹਿ ਸਕਦਾ, ਜਿਨ੍ਹਾਂ ਲੀਡਰਾਂ ਨੂੰ ਅਸੀਂ ਸਿਆਣੇ ਸਮਝ ਕੇ ਆਪਣੇ ਮੋਹਤਵਾਰ ਚੁਣ ਲਿਆ ਸੀਗਾ ਕਿ ਅਸੀਂ ਇਹਨਾਂ ਦੇ ਥਰੂ ਇਹ ਸਾਡੇ ਫੈਸਲੇ ਕਰਾਉਣਗੇ, ਉਹ ਕਿਸੇ ਵੀ ਧੜੇ ਦੇ ਹੋਣ, ਠੀਕ ਆ, ਉਹ ਤਾਂ ਕਿਸੇ ਨੂੰ ਦੇਸ਼ ਭਗਤ ਜਾਂ ਅੱਤਵਾਦੀ ਕਹਿਣ ਦਾ ਫੈਸਲਾ ਨਹੀਂ ਕਰ ਪਾ ਰਹੇ ਕਿ ਕੀ ਆ। ਅਸੀਂ ਉਹਨਾਂ ਤੋਂ ਕੀ ਉਮੀਦ ਕਰਾਵਾਂਗੇ ਕਿ ਉਹਨਾਂ ਦੀ ਦੂਰਦਰਸ਼ੀ ਸੋਚ ਹੋਊਗੀ ਕਿ ਉਹ ਇਹਨਾਂ ਰਾਈਪੇਰੀਅਨ ਲਾਜ਼ ਦਾ ਸਾਨੂੰ ਫੈਸਲਾ ਕਰਕੇ ਦੇਣਗੇ, ਠੀਕ ਆ। ਤਾਂ ਸਾਨੂੰ ਆਪ ਹੀ ਸਮਝਣਾ ਪਊਗਾ, ਉਹ ਕਿਤਾਬਾਂ ਆਪ ਫੋਲਣੀਆਂ ਪੈਣਗੀਆਂ ਜਿੱਥੇ ਉਹ ਰਾਈਪੇਰੀਅਨ ਲਾਅ ਲਿਖੇ ਹੋਏ ਆ, ਜਿਨ੍ਹਾਂ ਦੇ ਅਕੋਰਡਿੰਗ ਦੇਸ਼ਾਂ ਦੇ ਪਾਣੀ ਵੰਡੇ ਜਾਂਦੇ ਆ ਤੇ ਦੇਸ਼ਾਂ ਤੋਂ ਬਾਅਦ ਸਟੇਟਾਂ ਦੇ ਆਪਸੀ ਮਸਲੇ ਵੀ ਹੱਲ ਹੁੰਦੇ ਆ, ਠੀਕ ਆ। ਕੋਈ ਮਸਲਾ ਨਹੀਂ ਇਹੋ ਜਿਹਾ ਜਿਹੜਾ ਮਤਲਬ ਕਿ ਤਲਵਾਰ ਨਾਲ ਹੀ ਹੱਲ ਹੋਊਗਾ। ਬਹੁਤ ਮਸਲੇ ਜਿਹੜੇ ਆ ਉਹ ਟੇਬਲ ਟਾਕਸ ਨਾਲ ਹੱਲ ਹੁੰਦੇ ਆ ਤੇ ਸਾਨੂੰ ਹੱਲ ਕਰਨੇ ਚਾਹੀਦੇ ਆ। ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਕਿਸੇ ਮਸਲੇ 'ਚ ਆਪਣੇ ਘਰ ਦਾ ਕੋਈ ਜੀ ਉਹਦਾ ਨੁਕਸਾਨ ਹੋ ਰਿਹਾ ਹੈ, ਤਾਂ ਕਦੀ ਹੋਇਆ ਕਿ ਅਸੀਂ ਉਸ ਮਸਲੇ ਨੂੰ ਤਲਵਾਰਾਂ ਨਾਲ ਹੱਲ ਕੀਤਾ ਹੋਵੇ? ਨਹੀਂ, ਅਸੀਂ ਆਪਣੇ ਚਾਚੇ ਤਾਇਆਂ ਨਾਲ ਵੀ ਮਸਲੇ ਟੇਬਲ ਟਾਕਸ ਤੇ ਬਹਿ ਕੇ ਹੱਲ ਕਰਦੇ ਹਾਂ। ਉਹ ਇਸੇ ਕਰਕੇ ਕਿਉਂਕਿ ਉਹ 'ਚ ਸਾਨੂੰ ਪਤਾ ਹੋ ਰਿਹਾ ਹੈ, ਪਤਾ ਹੁੰਦਾ ਕਿ ਇਹ 'ਚ ਸਾਡਾ ਨਿੱਜੀ ਨੁਕਸਾਨ ਆ। ਤੇ ਇਸ ਤੋਂ ਬਾਹਰਲਿਆਂ ਵਾਸਤੇ ਜੇ ਅਸੀਂ ਇਹ ਕਹਿਣਾ ਸ਼ੁਰੂ ਕਰ ਦਈਏ ਕਿ ਅਸੀਂ 1 ਇੰਚ ਨਹੀਂ ਦੇਣਾ, ਆਹ ਨਹੀਂ ਕਰਨਾ, ਅਸੀਂ ਉਹ ਨਹੀਂ ਕਰਨਾ, ਬਹੁਤ ਮਸਲੇ ਟੇਬਲ ਟਾਕਸ ਨਾਲ ਹੱਲ ਹੁੰਦੇ ਆ। ਬਿਕੋਜ਼ ਇੱਕ ਸਟੇਟ ਜਿਹੜੀ ਆ ਨਾ, ਉਹ ਇੱਕ ਪਾਣੀ ਦੇ ਆਸਰੇ ਨਹੀਂ ਚੱਲਦੀ। ਪਾਣੀ ਤੋਂ ਬਿਨਾ ਸਾਡੇ ਕੋਲ ਕੋਲਾ ਵੀ ਆ, ਸਾਡੇ ਕੋਲ ਹੋਰ ਬਹੁਤ ਸੰਸਾਧਨ ਨੇ ਜਿਹੜੇ ਸਾਨੂੰ ਦੂਜੀਆਂ ਸਟੇਟਸ ਤੋਂ ਵੀ ਲੋੜ ਆ, ਤੇ ਬਹੁਤ ਮਿਊਚੁਅਲ ਅੰਡਰਸਟੈਂਡਿੰਗ ਆ। ਸਾਨੂੰ ਕਈ ਵਾਰੀ ਕੋਈ ਕਹਿ ਦਿੰਦਾ ਕਿ ਤੁਹਾਨੂੰ ਪਤਾ ਕਿ ਕੋਲਾ ਸਾਨੂੰ ਪੈਸਿਆਂ ਦਾ ਮਿਲਦਾ ਤੇ ਪਾਣੀ ਅਸੀਂ ਫ੍ਰੀ ਦਿੰਦੇ ਆ। ਤੁਸੀਂ ਕਿਸੇ ਦੀ ਗੱਲ ਸੁਣ ਲਈ, ਕਿਸੇ ਨੇ ਉਹ ਡਾਕੂਮੈਂਟ, ਉਹ ਕਾਗਜ਼ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਕਿੱਥੇ ਨੇ ਉਹ ਕਾਗਜ਼। ਅਸੀਂ ਫੇਸਬੁੱਕ ਤੇ ਹੀਰੋ ਬਣਨ ਦੀ ਬਜਾਏ ਅਕਲ ਤੋਂ ਕੰਮ ਲਈਏ। ਜੇ ਵਾਕਈ ਸਾਡੇ ਪੰਜਾਬ ਨਾਲ ਧੱਕਾ ਹੋ ਰਿਹਾ ਤੇ ਅਸੀਂ ਉਹਦੇ ਤੇ ਪਹਿਲਾਂ ਗਰਾਊਂਡ ਤੇ ਲੈ ਕੇ ਆਈਏ ਕਿ ਹਾਂ ਆਹ ਡਾਕੂਮੈਂਟ, ਜਿੱਥੋਂ ਕਿਸੇ ਦੀਆਂ ਕਈਆਂ ਕਹਾਈਆਂ ਗੱਲਾਂ ਤੇ ਯਕੀਨ ਨਾ ਕਰੋ। ਬਿਕੋਜ਼ ਸਾਨੂੰ ਇਸ ਕਰਕੇ ਮੂਰਖ ਬਣਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਲਈ ਮੂਰਖ ਬਣਨਾ ਆਸਾਨ ਬਹੁਤ ਆ। ਸਾਨੂੰ ਇੱਕ ਹਲਕਾ ਜਿਹਾ ਲੀਡਰ ਜਜ਼ਬਾਤੀ ਕਰਕੇ ਸਾਡੇ ਤੋਂ ਵੋਟਾਂ ਪਵਾ ਜਾਂਦਾ ਹੈ। ਅਸੀਂ ਕਿਸੇ ਵੀ ਲੀਡਰ ਨੂੰ ਵੋਟਾਂ ਪਾਈਏ, ਉਹਦੇ 'ਚ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਪਰ ਜਜ਼ਬਾਤੀ ਹੋ ਕੇ ਵੋਟਾਂ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ। ਬਾਅਦ 'ਚ ਅਸੀਂ ਕਿਹਨੂੰ ਜਸਟੀਫਿਕੇਸ਼ਨਾਂ ਦਿੰਦੇ ਰਵਾਂਗੇ। ਜਿਹੜੇ ਬੰਦਿਆਂ ਨੂੰ ਅਸੀਂ ਵੋਟਾਂ ਪਾਈਆਂ ਹੁੰਦੀਆਂ, ਬਾਅਦ 'ਚੋਂ ਸਾਨੂੰ 20 ਬੰਦਿਆਂ 'ਚ ਖੜ ਕੇ ਸ਼ਰਮਿੰਦਾ ਕਰਨ ਜੋਗਾ ਕਰ ਦਿੰਦੇ ਆ। ਸੋ ਬੜੇ ਧਿਆਨ ਨਾਲ, ਬਹੁਤ ਦਿਮਾਗ ਨਾਲ ਸਾਨੂੰ ਆਪਣੇ ਫੈਸਲੇ, ਕਿਸੇ ਪੋਲੀਟੀਕਲ ਪਾਰਟੀ ਨੂੰ ਤੇ ਜੇ ਤੁਸੀਂ ਸੋਚ ਲਓਗੇ ਕਿ ਇਹ ਤੁਹਾਡਾ ਭਲਾ ਕਰ ਦੇਣਗੇ, ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਤੁਹਾਡਾ ਭਲਾ ਕਰਨਗੀਆਂ ਜੇ ਤੁਹਾਡੇ 'ਚ ਚੱਜ ਦੀ ਅਕਲ ਹੋਊਗੀ। ਇਹਦੇ 'ਚ ਕੋਈ ਦੋ ਰਾਏ ਨਹੀਂ। ਅਸੀਂ ਆਪਣੀ ਸਾਰੀ ਅਕਲ ਜਿਹੜੀ ਆ ਜੀ ਉਹ ਉਧਾਰ ਦਿੱਤੀ ਹੋਈ ਆ, ਇਹ ਨਹੀਂ ਪਤਾ ਕਿੱਥੇ, ਕਿਉਂਕਿ ਅਸੀਂ ਪੜ੍ਹਨਾ ਹੀ ਛੱਡਤਾ। ਸਾਨੂੰ ਕਿਸੇ ਨੇ ਕਹਿਤਾ ਕਿ ਬਈ ਪੰਜਾਬ ਨੂੰ ਕੋਲਾ ਪੈਸਿਆਂ ਦਾ ਖਰੀਦਣਾ ਪੈ ਰਿਹਾ, ਪਾਣੀ ਫ੍ਰੀ ਦੇ ਰਿਹਾ ਪੰਜਾਬ, ਬਸ ਅਸੀਂ ਇਸ ਗੱਲ ਤੇ ਯਕੀਨ ਕਰ ਲਿਆ। ਸਾਨੂੰ ਉਹ ਸਾਰੇ ਰਾਈਪੇਰੀਅਨ ਲਾਅ 1960 ਤੋਂ ਸਮਝਣਾ ਪਊਗਾ ਸਾਨੂੰ ਕਿ ਪਾਣੀਆਂ ਦਾ ਮਸਲਾ ਸੀਗਾ ਕੀ। 1960 ਵੀ ਆਊਗਾ, ਫਿਰ 1966 ਵੀ ਆਊਗਾ, ਫਿਰ 1972 ਵੀ ਆਊਗਾ, ਫਿਰ 1984 ਵੀ ਆਊਗਾ, ਸਾਰਾ ਕੁਝ ਆਊਗਾ। ਫਿਰ ਜਾ ਕੇ ਫਿਰ 2004 ਵੀ ਆਊਗਾ, 2016 ਵੀ ਆਊਗਾ, ਫਿਰ ਜਾ ਕੇ ਸਾਡੀ ਸਮਝ ਡਿਵੈਲਪ ਹੋਊਗੀ ਪਾਣੀਆਂ ਦੀ ਵੰਡ ਨੂੰ ਲੈ ਕੇ। ਫਿਰ ਭਾਵੇਂ ਤੁਸੀਂ ਇੱਕ ਪਾਸੇ ਨੂੰ ਹੋ ਜਿਓ, ਭਾਵੇਂ ਦੂਜੇ ਪਾਸੇ ਨੂੰ, ਫਿਰ ਨਹੀਂ ਮੈਂ ਕਹੂੰਗਾ ਕਿ ਕੌਣ ਗਲਤ ਆ ਕੌਣ ਸਹੀ ਹੈ। ਬਿਕੋਜ਼ ਕਿਸੇ
ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਸਮਝ ਕੇ ਤੁਸੀਂ ਜੇ ਮੇਰੇ ਤੋਂ ਉਲਟ ਵਾਲੇ ਧੜੇ 'ਚ ਵੀ ਖੜੇ ਹੋਵੋਗੇ ਤਾਂ ਮੈਨੂੰ ਕੋਈ ਇਤਰਾਜ਼ ਤਾਂ ਨਹੀਂ ਹੋਊਗਾ। ਐਟਲੀਸਟ ਮੈਂ ਇੰਨਾ ਕੌਨਫੀਡੈਂਟ ਤਾਂ ਹੋਊਂਗਾ ਕਿ ਹਾਂ ਇਹ ਉਸ ਪਾਸੇ ਦਾ ਸਟੈਂਡ ਲੈਣਾ ਚਾਹੁੰਦੇ ਆ, ਬਿਲਕੁਲ ਕੋਈ ਪ੍ਰੋਬਲਮ ਨਹੀਂ ਮੈਨੂੰ। ਘੱਟੋ ਘੱਟ ਇਹਨਾਂ ਨੂੰ ਨੌਲੇਜ ਤਾਂ ਹੈਗੀ ਆ ਮਸਲੇ ਦੀ। ਸਭ ਤੋਂ ਪਹਿਲਾਂ ਕਿਸੇ ਮਸਲੇ ਪ੍ਰਤੀ ਆਪਣੀ ਨੌਲੇਜ ਡਿਵੈਲਪ ਕਰੀਏ, ਫਿਰ ਆਪਾਂ ਅੱਗੇ ਗੱਲ ਕਰਦੇ ਹਾਂ। ਲਓ ਜੀ, ਇੰਨਾ ਲੈਕਚਰ ਇਸੇ ਕਰਕੇ ਹੀ ਤਾਂ ਕਿ ਆਪਾਂ ਅਗਲੇ ਟੌਪਿਕ ਪ੍ਰਤੀ ਆਪਣੀ ਸਮਝ ਪੈਦਾ ਕਰ ਸਕੀਏ। ਦੈਟ ਇਜ਼ SYL। SYL ਦਾ ਮਤਲਬ ਸ਼ਾਰਦਾ ਯਮੁਨਾ ਲਿੰਕ ਤਾਂ ਹੈ ਨਹੀਂ, ਸਤਲੁਜ ਯਮੁਨਾ ਲਿੰਕ ਆ। ਪੰਜਾਬ ਦੀ ਸਤਲੁਜ ਤੋਂ ਹਰਿਆਣੇ ਦੀ ਯਮੁਨਾ ਤੱਕ ਦਾ ਇੱਕ ਲਿੰਕ ਜਿਹੜਾ 214 ਕਿਲੋਮੀਟਰ ਲੰਮਾ ਲਿੰਕ ਆ, ਠੀਕ ਆ, ਜਿਹਦੇ 'ਚ 92 ਕਿਲੋਮੀਟਰ ਪੰਜਾਬ ਨੇ ਆਪਣੀ ਸਾਈਡ ਤੇ ਬਣਾਉਣੇ ਸੀ ਤੇ ਬਾਕੀ ਹਰਿਆਣੇ ਵਾਲੇ ਪਾਸੇ ਸੀਗਾ। ਹਰਿਆਣੇ ਨੇ ਆਪਣਾ ਕੰਮ ਪੂਰਾ ਕਰਤਾ, ਠੀਕ ਆ, ਤੇ ਪੰਜਾਬ ਜਿਹੜਾ ਸੀਗਾ ਉਹਦਾ ਕੰਮ ਕੁਝ ਕੰਟਰੋਵਰਸੀਜ਼ ਕਰਕੇ ਅਟਕਿਆ ਰਹਿ ਗਿਆ। ਉਹਦੀ ਵਜ੍ਹਾ ਕੀ ਸੀ, ਸਟੋਰੀ ਸਮਝਦੇ ਹਾਂ ਕਿ ਸਭ ਤੋਂ ਪਹਿਲਾਂ ਕੀ ਹੋਇਆ 1955 'ਚ, ਜਦੋਂ ਪੈਪਸੂ ਤੇ ਪੰਜਾਬ ਤੇ ਰਾਜਸਥਾਨ ਉਦੋਂ ਰਾਜਪੂਤਾਨਾ ਹੁੰਦਾ ਸੀਗਾ। ਇਹ ਸਾਰੀਆਂ ਸਟੇਟਾਂ ਅੱਡ ਅੱਡ ਹੁੰਦੀਆਂ ਸੀ। ਜਿੰਨਾ ਸਾਡੇ ਨੇੜੇ ਤੇੜੇ ਪਾਣੀ ਸੀਗਾ ਉਹ ਸਾਰਾ ਪਾਣੀ ਸਾਨੂੰ ਇਸ ਤਰੀਕੇ ਨਾਲ ਵੰਡਿਆ ਗਿਆ। 5.9 ਮਿਲੀਅਨ ਏਕੜ ਫੀਟ ਪਾਣੀ ਜਿਹੜਾ ਸੀਗਾ ਉਹ ਪੰਜਾਬ ਨੂੰ ਦਿੱਤਾ ਗਿਆ। ਪੈਪਸੂ ਨੂੰ ਮਿਲਿਆ 1.3, ਰਾਜਸਥਾਨ ਨੂੰ ਮਿਲਿਆ 8 ਮਿਲੀਅਨ ਏਕੜ ਫੀਟ ਤੇ ਕਸ਼ਮੀਰ ਨੂੰ ਐਲੋਕੇਟ ਹੋਇਆ 0.065। ਫਿਰ ਸਾਲ ਆਇਆ 1956, ਪੈਪਸੂ ਤੇ ਪੰਜਾਬ ਮਰਜ ਹੋ ਗਿਆ। ਜਦੋਂ ਪੈਪਸੂ ਤੇ ਪੰਜਾਬ ਮਰਜ ਹੋਏ ਫਿਰ ਪੰਜਾਬ ਦਾ ਹਿੱਸਾ ਵੱਧ ਕੇ ਹੋ ਗਿਆ 7.2। ਪੰਜਾਬ ਦਾ ਹਿੱਸਾ ਵੱਧ ਕੇ ਇੰਨਾ ਹੋ ਗਿਆ। ਫਿਰ ਆਇਆ ਸਾਲ ਸਤੰਬਰ 1960। ਪਾਕਿਸਤਾਨ ਤੇ ਭਾਰਤ ਦੇ ਵਿੱਚ ਇੰਡਸ, ਜੇਹਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ ਇਹ ਨਦੀਆਂ ਦੀ ਸੰਧੀ ਹੋਈ। ਇਹਨਾਂ ਨਦੀਆਂ 'ਚੋਂ ਜਿਹੜੀਆਂ ਉੱਪਰਲੀਆਂ 3 ਨਦੀਆਂ ਨੇ, ਉੱਪਰਲੀਆਂ 3 ਨਦੀਆਂ ਤਾਂ ਦੇ ਦਿੱਤੀਆਂ ਗਈਆਂ ਪਾਕਿਸਤਾਨ ਨੂੰ ਪਾਣੀ ਦੀ ਵੰਡ ਦੇ ਹਿਸਾਬ ਨਾਲ। ਥੱਲੜੀਆਂ 3 ਨਦੀਆਂ ਦਾ ਪਾਣੀ ਜਿਹੜਾ ਸੀ, ਥੱਲੇ ਵਾਲੀਆਂ 3 ਨਦੀਆਂ ਦਾ ਪਾਣੀ ਮਿਲਿਆ ਭਾਰਤ ਨੂੰ। ਉੱਪਰਲੀਆਂ 3 ਨਦੀਆਂ ਇੰਡਸ, ਜੇਹਲਮ ਤੇ ਚਨਾਬ ਇਹ ਪਾਕਿਸਤਾਨ ਦੇ ਵੰਡੇ ਆਈਆਂ ਨਦੀਆਂ, ਲੰਘਦੀਆਂ ਕਸ਼ਮੀਰ ਚੋਂ ਸੀ। ਕਸ਼ਮੀਰ ਨੂੰ ਕਿੰਨਾ ਦੁੱਖ ਲੱਗਿਆ ਹੋਊਗਾ ਕਿ ਸਾਡੇ ਵਿੱਚੋਂ 3 ਨਦੀਆਂ ਲੰਘ ਰਹੀਆਂ ਤੇ ਅਸੀਂ ਉਹਦਾ ਇੱਕ ਬੂੰਦ ਪਾਣੀ ਨਹੀਂ ਵਰਤ ਸਕਦੇ। ਤਾਂ ਕਸ਼ਮੀਰ ਨਾਲ ਸਭ ਤੋਂ ਮਾੜੀ ਹੋਈ ਜਦੋਂ ਸਤੰਬਰ 1960 ਦੇ ਵਿੱਚ ਪਾਣੀ ਦੇ ਉੱਪਰਲੀਆਂ 3 ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਦੇਣਾ ਪੈ ਗਿਆ ਤੇ ਥੱਲੜੀਆਂ 3 ਨਦੀਆਂ ਜਿਹੜੀਆਂ ਕਿ ਕਸ਼ਮੀਰ ਚੋਂ ਲੰਘਦੀਆਂ ਨਹੀਂ। ਕਸ਼ਮੀਰ ਨੇ ਪੁੱਛਿਆ ਅਸੀਂ ਕੀ ਕਰਾਂਗੇ, ਕਹਿੰਦੇ ਤੁਹਾਨੂੰ ਰਾਵੀ ਦਾ ਪਾਣੀ ਮੋੜ ਕੇ ਮਾਧੋਪੁਰ ਤੋਂ ਤੁਹਾਨੂੰ ਦੇ ਦਿਆ ਕਰਾਂਗੇ। ਆਪਾਂ ਨੂੰ ਸਿਰਫ ਆਪਣੇ ਹਿੱਸੇ ਵਰਲਡ ਬੈਂਕ ਨੇ ਟ੍ਰੀਟੀ ਕਰਾਈ ਹੈ, ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਉਹਨਾਂ ਨੇ ਬਹਿ ਕੇ ਵਿੱਚ ਸਮਝੌਤਾ ਕਰਾਇਆ, ਕਹਿੰਦੇ ਜਿਵੇਂ ਉਹਨਾਂ ਨੇ ਕਿਹਾ ਕਰਨਾ ਪੈਣਾ ਹੁਣ, ਬਿਕੋਜ਼ ਰਾਈਪੇਰੀਅਨ ਲਾਜ਼ ਦੇ ਅਕੋਰਡਿੰਗ ਆਹੀ ਆ। ਤਾਂ ਪੰਜਾਬ ਨੂੰ ਆਪਣਾ ਪਾਣੀ ਹੁਣ ਵੰਡਣਾ ਪੈਣਾ ਸੀਗਾ ਕਿਹਨਾਂ ਨਾਲ, ਹਰਿਆਣੇ ਨਾਲ। ਤਾਂ ਇਸ ਕਰਕੇ ਕਿਉਂਕਿ ਹਰਿਆਣਾ ਤਾਂ ਨਿਕਲੇ ਹੀ ਪੰਜਾਬ ਚੋਂ ਸੀ। ਰਾਜਸਥਾਨ ਨਾਲ ਇਸ ਕਰਕੇ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਪ੍ਰੀ ਕਨਸਟੀਟਿਊਸ਼ਨਲ ਸੰਧੀਆਂ ਹੋ ਚੁੱਕੀਆਂ ਸੀਗੀਆਂ ਪਟਿਆਲੇ ਵਾਲੇ ਰਾਜੇ ਤੇ ਰਾਜਸਥਾਨ ਦੇ ਰਾਜਪੂਤਾਨਾ ਰਾਜਿਆਂ 'ਚ, ਤਾਂ ਉਹਨਾਂ ਟ੍ਰੀਟੀਆਂ ਨੂੰ ਤੋੜਿਆ ਨਹੀਂ ਸੀ ਜਾ ਸਕਦਾ। ਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਨਾਲ ਇਸ ਕਰਕੇ ਕਿਉਂਕਿ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਕਸ਼ਮੀਰ ਦੇ ਵਿੱਚੋਂ ਲੰਘਣ ਵਾਲਾ ਪਾਣੀ ਕਸ਼ਮੀਰ ਦਾ ਰਿਹਾ ਹੀ ਨਹੀਂ। ਇਸ ਤੋਂ ਬਾਅਦ 1966 ਦੇ ਵਿੱਚ ਪੰਜਾਬ ਜਿਹੜਾ ਸੀਗਾ ਉਹ ਟ੍ਰਾਈਫੈਕਚਰ ਹੋ ਗਿਆ, ਹਰਿਆਣਾ ਇਹਦੇ ਚੋਂ ਕ੍ਰੀਏਟ ਹੋ ਗਿਆ। ਹਰਿਆਣੇ ਨੇ ਆਪਣੇ ਵਾਸਤੇ 4.1 ਮਿਲੀਅਨ ਏਕੜ ਫੀਟ ਪਾਣੀ ਮੰਗਿਆ, ਜਿਹੜਾ ਪੰਜਾਬ ਦਾ ਕੁੱਲ ਹਿੱਸਾ ਸੀ 7.2 ਜੋ ਮੈਂ ਦੱਸਿਆ। ਇਹ ਇਸ਼ੂ ਜਿਹੜਾ ਸੀਗਾ ਇਹ ਰਿਜ਼ੋਲਵ ਨਹੀਂ ਹੋਇਆ ਤੇ ਫਿਰ ਹਰਿਆਣੇ ਨੇ ਕੇਸ ਕਰਤਾ। 1976 'ਚ ਸੈਂਟਰ ਸਰਕਾਰ ਨੇ ਫਿਰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਠੀਕ ਆ 3.5 ਤੇ 3.5 ਪੰਜਾਬ ਤੇ ਹਰਿਆਣਾ ਨੂੰ ਦਿਓ ਤੇ ਦਿੱਲੀ ਨੂੰ ਦਿਓ 0.2 MAF, ਕਿਉਂਕਿ ਉੱਥੇ ਵੀ ਪੀਣ ਦੇ ਪਾਣੀ ਦੀ ਸਮੱਸਿਆ ਹੈਗੀ ਆ। ਇਹ ਜਿਹੜਾ ਪਾਣੀ ਆ 3 AF ਜਿਹੜਾ ਪੰਜਾਬ ਦਾ ਤੇ 3 AF 3.5 MAF ਹਰਿਆਣੇ ਦਾ, ਉਹਦੇ ਵਾਸਤੇ ਇੱਕ ਨਹਿਰ ਬਣਾਈ ਜਾਊਗੀ ਸਤਲੁਜ ਯਮੁਨਾ ਲਿੰਕ। ਯਮੁਨਾ ਦੇ ਪਰਲੇ ਪਾਸੇ ਵੀ ਇੱਕ ਨਦੀ ਹੈਗੀ ਆ ਰਾਜਸਥਾਨ ਉੱਤਰਾਖੰਡ ਚੋਂ ਨੇਪਾਲ ਵਾਲੇ ਪਾਸੇ ਆਉਂਦੀ ਆ, ਯੂਪੀ ਚੋਂ, ਸ਼ਾਰਦਾ। ਬੜੇ ਲੋਕਾਂ ਨੇ ਸਲਾਹ ਦਿੱਤੀ ਕਿ ਸ਼ਾਰਦਾ ਨੂੰ ਯਮੁਨਾ ਨਾਲ ਜੋੜ ਲਓ, ਉਹਦੇ 'ਚ ਉਹਦਾ ਪਾਣੀ ਆ ਜਾਊਗਾ, ਫਿਰ ਉਸ ਤੋਂ ਬਾਅਦ ਅੱਗੇ ਟਰਾਂਸਫਰ ਕੀਤਾ ਜਾਵੇ। ਬਟ ਕੁਝ ਫਿਜ਼ੀਬਿਲਿਟੀਜ਼ ਨਾ ਹੋਣ ਕਰਕੇ ਉਹ ਨਦੀ ਨਹੀਂ ਜੋੜੀ ਜਾ ਸਕੀ। ਇਸ ਕਰਕੇ ਸਤਲੁਜ ਨੂੰ ਹੀ ਜੋੜਨਾ ਪੈ ਰਿਹਾ, ਬਿਕੋਜ਼ ਇੱਕ ਬਹੁਤ ਜਗ੍ਹਾ ਚੀਜ਼ਾਂ ਮੈਟਰ ਕਰਦੀਆਂ, ਟੈਰੇਨ ਦੇਖਣੀ ਪੈਂਦੀ ਆ, ਆਲਾ ਦੁਆਲਾ ਦੇਖਣਾ ਪੈਂਦਾ ਹੈ, ਸਭ ਕੁਝ ਦੇਖਣਾ ਪੈਂਦਾ ਹੈ। ਸੋ ਉਹ ਪ੍ਰੋਜੈਕਟ ਜਿਹੜਾ ਸੀ ਉਹ ਕਾਮਯਾਬ ਨਹੀਂ ਹੋਇਆ। ਜਦੋਂ ਸਤਲੁਜ ਯਮੁਨਾ ਲਿੰਕ ਨੂੰ ਬਣਨ ਦੀ ਗੱਲ ਆਈ ਤਾਂ ਇਸ ਤੋਂ ਬਾਅਦ ਪੰਜਾਬ ਨੇ ਇਹਦਾ ਵਿਰੋਧ ਕੀਤਾ। ਪੰਜਾਬ ਜਿਹੜਾ ਸੀਗਾ ਉਹ ਪਾਣੀ ਨੂੰ ਆਪਣੇ ਹਿਸਾਬ ਨਾਲ ਮੰਗਣਾ ਚਾਹੁੰਦਾ ਸੀਗਾ, ਬਟ ਗੱਲ ਨਹੀਂ ਬਣੀ।
1977 ਚ ਸੈਂਟਰ ਸਰਕਾਰ ਨੇ ਦਬਾਅ ਪਾਇਆ ਤੇ ਪੰਜਾਬ ਦੇ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ, ਹਰਿਆਣੇ ਦੇ ਮੁੱਖ ਮੰਤਰੀ ਸੀ ਚੌਧਰੀ ਦੇਵੀ ਲਾਲ। ਸੈਂਟਰ ਦੀ ਇੰਦਰਾ ਗਾਂਧੀ ਸੈਂਟਰ ਦੀ ਜਨਤਾ ਦਲ ਪਾਰਟੀ ਨੇ ਜਦੋਂ ਪ੍ਰੈਸ਼ਰ ਪਾਇਆ ਤਾਂ ਪ੍ਰੈਸ਼ਰ ਤੋਂ ਬਾਅਦ ਪੰਜਾਬ ਨੇ ਚੈੱਕ ਫੜਿਆ ਕੁਝ ਪੈਸਿਆਂ ਦਾ ਤੇ ਸਤਲੁਜ ਯਮੁਨਾ ਲਿੰਕ ਨੂੰ ਬਣਾਉਣ ਵਾਸਤੇ ਜ਼ਮੀਨਾਂ ਅਕਵਾਇਰ ਕਰਨ ਦਾ ਪ੍ਰੋਜੈਕਟ ਜਿਹੜਾ ਸੀਗਾ ਉਹਨੂੰ ਸ਼ੁਰੂ ਕਰਤਾ। 77 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਠੀਕ ਆ। ਫਿਰ ਉਸ ਤੋਂ ਬਾਅਦ ਮਤਲਬ ਇੱਕ ਨੋਟੀਫਿਕੇਸ਼ਨ ਪ੍ਰੋਪਰਲੀ ਜਾਰੀ ਹੋਈ। ਹਰਿਆਣੇ ਨੇ ਆਪਣਾ ਪ੍ਰੋਜੈਕਟ ਜਿਹੜਾ ਸੀਗਾ ਜੂਨ 1980 ਤੱਕ ਜਿਹੜਾ ਆਪਣੇ ਹਿੱਸੇ ਦਾ ਉਹ ਸੀਗਾ ਨਹਿਰ ਬਣਾਉਣੀ ਉਹ ਪੂਰੀ ਕਰ ਲਈ ਤੇ 31 ਦਸੰਬਰ 1981 ਨੂੰ ਪੰਜਾਬ ਹਰਿਆਣੇ ਤੇ ਰਾਜਸਥਾਨ 'ਚ ਐਗਰੀਮੈਂਟ ਹੋ ਗਿਆ ਕਿ ਕਿਉਂਕਿ ਪੰਜਾਬ ਆਪਣੇ ਪਾਣੀ ਦੇ ਸ਼ੇਅਰ ਨੂੰ ਲੈ ਕੇ ਲਗਾਤਾਰ ਇਤਰਾਜ਼ ਕਰ ਰਿਹਾ ਸੀਗਾ, ਠੀਕ ਆ। ਦੁਬਾਰਾ ਫਿਰ ਸਰਵੇ ਹੋਇਆ ਤੇ ਸਰਵੇ ਕਰਕੇ ਪਤਾ ਲੱਗਿਆ ਕਿ ਜਿਹੜਾ ਟੋਟਲ ਪਾਣੀ ਆਪਾਂ 14 MAF ਦੱਸ ਰਹੇ ਸੀ ਨਾ ਉਹ ਨਦੀ 'ਚ ਓਨਾ ਨਹੀਂਗਾ, ਉਹ 17.17 MAF ਤੇ ਉਸ ਫਾਰਮੂਲੇ ਦੇ ਹਿਸਾਬ ਨਾਲ ਪੰਜਾਬ ਦਾ ਸ਼ੇਅਰ ਵੱਧ ਗਿਆ। ਹਰਿਆਣੇ ਦਾ ਉਹੀ ਰੱਖਿਆ 3.5 ਹੀ ਤੇ ਰਾਜਸਥਾਨ ਦਾ ਸ਼ੇਅਰ 8.6 ਹੋ ਗਿਆ। ਮਤਲਬ ਕਿਉਂਕਿ ਜਦੋਂ ਪਾਣੀ ਦਾ ਦੁਬਾਰਾ ਸਰਵੇ ਹੋਇਆ ਤਾਂ ਪਹਿਲਾਂ ਪਾਣੀ 15 MAF ਦੇ ਅਰਾਊਂਡ ਸੀਗਾ, ਹੁਣ ਉਹੀ ਪਾਣੀ ਜਦੋਂ ਚੈੱਕ ਕੀਤਾ ਨਦੀ 'ਚ 17 MAF, ਉਹਦੇ ਮੁਤਾਬਕ ਹਰਿਆਣੇ ਦਾ ਸ਼ੇਅਰ ਉਹਨਾਂ ਨੇ ਉਹੀ ਰੱਖਿਆ 3.5 ਪਰ ਪੰਜਾਬ ਦਾ ਸ਼ੇਅਰ ਵਧਾਤਾ 1981 ਤੱਕ ਤੇ ਰਾਜਸਥਾਨ ਦਾ ਵਧਾਤਾ, ਠੀਕ ਆ। ਇਸ ਤੋਂ ਬਾਅਦ ਸਾਰੀਆਂ ਸਟੇਟਾਂ ਦੇ ਆਪਸੀ ਮਸਲੇ ਜਿਹੜੇ ਆ ਜੀ ਸੈਟਲ ਹੋ ਗਏ ਤੇ ਅਪ੍ਰੈਲ ਦੀ 8 ਤਰੀਕ 1982 ਨੂੰ ਕਪੂਰੀ ਦੇ ਵਿੱਚ ਉਸ ਟਾਈਮ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ, ਮੁੱਖ ਮੰਤਰੀ ਸੀ ਦਰਬਾਰਾ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸੀ ਲੀਡਰ ਸੀ, ਇਹਨਾਂ ਸਭ ਨੇ ਮਿਲ ਕੇ ਇਸ ਨਦੀ ਦਾ ਪੰਜਾਬ ਵਾਲੀ ਸਾਈਡ ਤੋਂ ਕਪੂਰੀ ਤੋਂ ਉਦਘਾਟਨ ਕੀਤਾ 1900 ਤੇ। ਪਰ ਉਸ ਤੋਂ ਬਾਅਦ 1983 ਚ ਹੀ ਪੰਜਾਬ ਦੇ ਵਿੱਚ ਐਕਸਟ੍ਰੀਮਿਜ਼ਮ ਬਹੁਤ ਪੀਕ ਤੇ ਆ ਗਿਆ, ਖਾੜਕੂਵਾਦ ਬਹੁਤ ਐਕਸਟ੍ਰੀਮ ਤੇ ਚਲੇ ਗਿਆ ਤੇ ਕਪੂਰੀ ਚ ਇਸ ਨਹਿਰ ਨੂੰ ਬੰਦ ਕੀਤਾ ਜਾਵੇ, ਬਣਾਇਆ ਨਾ ਜਾਵੇ। ਕਪੂਰੀ ਮੋਰਚੇ ਲੱਗੇ, ਬਹੁਤ ਸਾਰੇ ਲੋਕਾਂ ਨੇ ਜੇਲ੍ਹਾਂ ਕੱਟੀਆਂ, ਪਟਿਆਲੇ ਦੀ ਜੇਲ੍ਹ ਜਾਂ ਮਾਲਵੇ ਦੀਆਂ ਕਾਫੀ ਜੇਲ੍ਹਾਂ ਜਿਹੜੀਆਂ ਸੀ ਉਹ ਭਰੀਆਂ ਗਈਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਇਸ ਲਹਿਰ ਨੂੰ ਲੀਡ ਕਰ ਰਹੇ ਸੀਗੇ ਬਿਕੋਜ਼ ਉਹਨਾਂ ਨੇ ਜਿਹੜਾ ਧਰਮ ਯੁੱਧ ਮੋਰਚਾ ਚਲਾਇਆ ਹੋਇਆ ਸੀਗਾ, ਕਿਤੇ ਨਾ ਕਿਤੇ ਧਰਮ ਯੁੱਧ ਮੋਰਚਾ ਤੇ ਕਪੂਰੀ ਮੋਰਚਾ ਇੱਕੋ ਹੀ ਹੁੰਦੇ ਜਾ ਰਹੇ ਸੀ ਉਹਨਾਂ ਸਮਿਆਂ 'ਚ। ਖੈਰ ਉਸ ਤੋਂ ਬਾਅਦ 1984 ਹੋ ਗਿਆ, ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆ, ਇੰਦਰਾ ਗਾਂਧੀ ਦੀ ਡੈਥ ਹੋ ਗਈ। 1985 ਚ ਇੰਦਰਾ ਗਾਂਧੀ ਦੇ ਬੇਟੇ ਰਾਜੀਵ ਗਾਂਧੀ ਨੇ 1985 ਦੇ ਜੁਲਾਈ ਦੇ ਵਿੱਚ ਪੰਜਾਬ ਦੇ ਉਸ ਟਾਈਮ ਦੇ ਹਰਚਰਨ ਸਿੰਘ ਲੌਂਗੋਵਾਲ ਨਾਮ ਦੇ ਲੀਡਰ ਨਾਲ ਸਮਝੌਤਾ ਕੀਤਾ, ਰਾਜੀਵ ਲੌਂਗੋਵਾਲ ਅਕੋਰਡ। ਉਹਦੇ ਅਕੋਰਡਿੰਗ ਪੰਜਾਬ 'ਚ ਸਤੰਬਰ 'ਚ ਇਲੈਕਸ਼ਨ ਹੋਏ ਤੇ 29 ਸਤੰਬਰ 1985 ਨੂੰ ਅਕਾਲੀ ਦਲ ਦੀ ਬਰਨਾਲਾ ਸਰਕਾਰ ਸੱਤਾ 'ਚ ਆ ਗਈ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਵੀਂ ਸਰਕਾਰ ਨੇ ਇਸ ਪੁਰਾਣੇ 81 ਵਾਲੇ ਸਮਝੌਤੇ ਨੂੰ ਕੈਂਸਲ ਕਰਤਾ, ਠੀਕ ਆ, ਕਿ ਬਈ ਸਾਨੂੰ ਇਹ ਸਮਝੌਤਾ ਹੀ ਨਹੀਂ ਪਸੰਦ ਜਿਹਦੇ ਅਕੋਰਡਿੰਗ ਅਸੀਂ ਨਹਿਰ ਬਣਨੀ ਨਹੀਂ ਦੇਣੀ, ਕਿਉਂਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਲੋਕਾਂ ਦਾ ਪ੍ਰੈਸ਼ਰ ਕੀ ਆ ਸਾਡੇ ਤੇ, ਸਾਨੂੰ ਕਦੇ ਵੀ ਹਿਲਾਇਆ ਜਾ ਸਕਦਾ ਹੈ। ਖੈਰ ਉਸ ਤੋਂ ਬਾਅਦ ਫਿਰ ਜਸਟਿਸ ਇਰਾਦੀ ਦੇ ਅੰਡਰ ਇੱਕ ਟ੍ਰਿਬਿਊਨਲ ਬਣਾਈ ਗਈ, ਟ੍ਰਿਬਿਊਨਲ ਮਤਲਬ ਫੈਸਲਾ ਕਰਾਉਣ ਵਾਲੀ ਸੰਸਥਾ, ਇਹਨੂੰ ਰਾਵੀ ਤੇ ਬਿਆਸ ਵਾਟਰ ਟ੍ਰਿਬਿਊਨਲ ਇਹਦਾ ਆਫੀਸ਼ੀਅਲ ਨਾਮ ਆ, ਇਹਦਾ ਅਨਆਫੀਸ਼ੀਅਲ ਨਾਮ ਆ ਇਰਾਦੀ ਟ੍ਰਿਬਿਊਨਲ। ਉਹ 2 ਅਪ੍ਰੈਲ 1986 ਨੂੰ ਬਣਾਈ ਗਈ ਤੇ ਉਹਨੂੰ ਕਿਹਾ ਗਿਆ ਕਿ ਤੂੰ ਪਾਣੀ ਦੀ ਇਸ ਵੰਡ ਨੂੰ ਦੱਸ ਕਿ ਸਹੀ ਆ ਕਿ ਗਲਤ ਆ। ਇਰਾਦੀ ਟ੍ਰਿਬਿਊਨਲ SYL ਸਤਲੁਜ ਤੇ ਰਾਵੀ ਬਿਆਸ ਦੇ ਪਾਣੀਆਂ ਨੂੰ ਲੈ ਕੇ ਬਣੀ ਪੰਜਾਬ ਦੀ ਇੱਕ ਬਹੁਤ ਇੰਪੋਰਟੈਂਟ ਟ੍ਰਿਬਿਊਨਲ ਆ। ਇਹਨੇ ਕੀ ਕੀਤਾ, ਇਸ ਟ੍ਰਿਬਿਊਨਲ ਨੇ ਕਿਹਾ ਕਿ ਜਿਹੜੇ ਪੁਰਾਣੀਆਂ ਐਗਰੀਮੈਂਟ ਹੋਏ ਆ 55 ਚ 76 ਤੇ 81 ਚ ਉਹ ਬਿਲਕੁਲ ਸਹੀ ਸੀਗੇ, ਪਰ ਕਹਿੰਦਾ ਪਾਣੀ ਵਧਣਾ ਚਾਹੀਦਾ ਹੈ। ਇਹਨੇ ਪੰਜਾਬ ਤੇ ਹਰਿਆਣੇ ਦਾ ਦੋਵਾਂ ਦਾ ਸ਼ੇਅਰ ਵਧਾਤਾ, ਪੰਜਾਬ ਦਾ ਸ਼ੇਅਰ ਵੀ 5 ਕਰਤਾ, ਹਰਿਆਣੇ ਦਾ ਵੀ 5, ਹਰਿਆਣੇ ਦਾ ਪਹਿਲਾਂ ਪੰਜਾਬ ਦਾ ਪਹਿਲਾਂ ਸੀਗਾ ਇਹ ਆ ਰਿਹਾ 81 ਵਾਲੇ ਐਗਰੀਮੈਂਟ ਦੇ ਅਕੋਰਡਿੰਗ, 81 ਵਾਲੇ ਐਗਰੀਮੈਂਟ ਦੇ ਅਕੋਰਡਿੰਗ ਪੰਜਾਬ ਦਾ ਸ਼ੇਅਰ ਸੀਗਾ 4.22, ਇਹਦਾ ਸ਼ੇਅਰ ਪੰਜਾਬ ਦਾ ਸ਼ੇਅਰ ਵਧਾ ਕੇ ਕਰਤਾ 5 ਤੇ ਹਰਿਆਣੇ ਦਾ ਜਿਹੜਾ ਸ਼ੇਅਰ ਸੀਗਾ ਉਹਨੂੰ ਥੋੜਾ ਜਿਹਾ ਵਧਾਤਾ ਤੇ 3.83 ਕਰਤਾ, ਠੀਕ ਆ। ਇਸ ਤੋਂ ਬਾਅਦ 1986 ਤੋਂ ਬਾਅਦ ਉਸ ਨਹਿਰ ਤੇ ਕੰਮ ਫੇਰ ਸ਼ੁਰੂ ਹੋ ਗਿਆ। ਜਦੋਂ ਨਹਿਰ ਤੇ ਕੰਮ ਸ਼ੁਰੂ ਹੋ ਗਿਆ ਤਾਂ ਪਹਿਲਾਂ ਤਾਂ ਸੰਤ ਲੌਂਗੋਵਾਲ ਜਿਹੜੇ ਕਿ ਸਮਝੌਤਾ ਕਰਕੇ ਆਏ ਸੀ ਰਾਜੀਵ ਲੌਂਗੋਵਾਲ ਅਕੋਰਡ ਦਾ, ਉਹਨਾਂ ਨੂੰ ਮਿਲੀਟੈਂਟਸ ਨੇ ਅਸੈਸੀਨੇਟ ਕਰਤਾ। ਉਸ ਤੋਂ ਬਾਅਦ ਜਿਹੜੀ SYL ਤੇ ਕੰਮ ਕਰ ਰਹੇ ਸੀ ਉਹਦੇ ਚੀਫ ਇੰਜੀਨੀਅਰ ML ਸਿਖਰੀ ਤੇ ਸੁਪਰੀਡੈਂਟੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ, ਇਹਨਾਂ ਨੂੰ ਮਿਲੀਟੈਂਟਸ ਵਗੈਰਾ ਦੁਆਰਾ ਅਸੈਸੀਨੇਟ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਕਈ ਲੇਬਰਰਸ ਨੂੰ ਮਿਲੀਟੈਂਟਸ ਦੁਆਰਾ ਅਸੈਸੀਨੇਟ ਕੀਤਾ ਗਿਆ। ਕਾਫੀ ਕੰਟਰੋਵਰਸੀ ਹੋਈ ਸੀ ਕਿ
ਮਿਲੀਟੈਂਟਸ ਨੇ ਲੇਬਰ ਤੇ ਇੰਜੀਨੀਅਰਸ ਤੇ ਹਮਲਾ ਕੀਤਾ, ਪੋਲੀਟੀਕਲ ਲੋਕਾਂ ਨੂੰ ਟਾਰਗੇਟ ਨਹੀਂ ਕੀਤਾ। ਬਟ ਜੋ ਸੱਚ ਆ ਉਹ ਤੁਹਾਡੇ ਸਾਹਮਣੇ ਦੱਸਤਾ ਮੈਂ ਤੁਹਾਨੂੰ ਕਿ ਇਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਸਰਕਾਰ ਦੀ ਹਿੰਮਤ ਨਹੀਂ ਪਈ, ਫਿਰ SYL ਦਾ ਕੰਮ ਜਿਹੜਾ ਸੀਗਾ ਉੱਥੇ ਹੀ ਰੋਕ ਦਿੱਤਾ ਗਿਆ। ਸੋ ਉਸ ਤੋਂ ਬਾਅਦ SYL ਦੇ ਬਣਨ ਦਾ ਕੰਮ ਰੁਕ ਗਿਆ। 92 ਕਿਲੋਮੀਟਰ 213 ਕਿਲੋਮੀਟਰ 'ਚ ਜਿਹੜੀ ਹਰਿਆਣੇ ਦੇ ਹਿੱਸੇ ਆਈ ਆ ਉਹ ਆਲਰੇਡੀ ਬਣ ਚੁੱਕੀ ਆ, ਠੀਕ ਆ। ਪਰ ਜੋ ਪੰਜਾਬ ਦੇ ਹਿੱਸੇ ਸੀਗੀ ਉਹ ਨਹੀਂ ਬਣੀ। ਸਤਲੁਜ ਜਿਹੜੀ ਆ, ਸਤਲੁਜ ਦਰਿਆ ਨੂੰ ਯਮੁਨਾ ਦਰਿਆ ਨਾਲ ਜੋੜਨ ਵਾਸਤੇ ਇਹ SYL ਦਾ ਕਨਸੈਪਟ ਸੀਗਾ, ਠੀਕ ਆ। ਸੋ ਇਹ ਸਾਰੀ ਦੀ ਸਾਰੀ ਸਟੋਰੀ ਸੀ ਸਤਲੁਜ ਯਮੁਨਾ ਲਿੰਕ ਨੂੰ ਲੈ ਕੇ। ਹੁਣ ਅੱਗੇ ਚੱਲਦੇ ਹਾਂ ਕਿ ਅੱਗੇ ਕੀ ਹੋਇਆ। 99 ਦੇ ਵਿੱਚ ਹਰਿਆਣੇ ਨੇ ਫਿਰ ਕੇਸ ਫਾਈਲ ਕਰਤਾ ਸੁਪਰੀਮ ਕੋਰਟ 'ਚ ਕਿ ਬਈ ਅਸੀਂ ਇਹ ਬਣਾਉਣੀ ਆ। 2002 ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਬਈ ਤੁਸੀਂ ਆਪਣੇ ਵਾਲਾ ਕੰਮ ਪੂਰਾ ਕਰੋ। ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਇਹਨਾਂ ਨੇ ਇੱਕ ਨਾ ਵਿਧਾਨ ਸਭਾ 'ਚ ਕਾਨੂੰਨ ਪਾਸ ਕਰਤਾ। ਕਾਨੂੰਨ ਜਿਹੜਾ ਪਾਸ ਕੀਤਾ ਸੀਗਾ ਉਹ ਸੀਗਾ ਪੰਜਾਬ ਨੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਕਿ ਪੰਜਾਬ ਨੇ ਪੁਰਾਣੇ ਸਾਰੇ ਐਕਟ ਜਿਹੜੇ ਨਾਲ ਦੀਆਂ ਸਟੇਟਾਂ ਨਾਲ ਪਾਣੀ ਦੇ ਸਮਝੌਤਿਆਂ ਨੂੰ ਕੀਤੇ ਆ ਸਾਰੇ ਕੈਂਸਲ। ਅਸਲ ਦੇ ਵਿੱਚ ਇਹ ਕਿਉਂ ਕੀਤਾ ਗਿਆ ਸੀਗਾ ਕਿਉਂਕਿ ਸੈਂਟਰ ਨੇ 2004 ਚ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਕਹਿਤਾ ਸੀ ਕਿ ਜੇ ਪੰਜਾਬ ਨਹੀਂ ਪੂਰਾ ਕਰਦਾ ਤੁਸੀਂ ਕਰੋ, ਜੇ ਪੰਜਾਬ ਦਾ PWD ਪੂਰਾ ਨਹੀਂ ਕਰਦਾ ਤਾਂ ਸੈਂਟਰ ਦਾ PWD ਡਿਪਾਰਟਮੈਂਟ ਜਿਹੜਾ ਹੈ ਉਹ ਇਸ ਕਨਾਲ ਨੂੰ ਪੂਰਾ ਕਰੇ ਜਿਵੇਂ ਮਰਜ਼ੀ ਕਰੇ। ਪੰਜਾਬ ਨੇ ਕਾਨੂੰਨ ਬਣਾ ਕੇ ਪਾਸ ਕਰਤਾ ਕਿ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਕਿ ਪੰਜਾਬ ਦੇ ਸਾਰੇ ਸਮਝੌਤੇ ਦੂਜੀਆਂ ਸਟੇਟਾਂ ਨਾਲ ਕੈਂਸਲ ਆ। ਹੁਣ ਤੁਹਾਨੂੰ ਪਤਾ 2 ਸਟੇਟਾਂ ਦੇ ਵਿੱਚ ਪਾਣੀਆਂ ਦਾ ਮਸਲਾ ਜਿਹੜਾ ਹੈ, 2 ਸਟੇਟਾਂ ਦੇ ਵਿੱਚ ਪਾਣੀਆਂ ਦਾ ਮਸਲਾ ਜਿਹੜਾ ਹੈ ਉਹ ਸੁਪਰੀਮ ਕੋਰਟ ਨਹੀਂ ਜਾ ਸਕਦਾ। ਇੰਟਰ ਸਟੇਟ ਵਾਟਰ ਡਿਸਪਿਊਟ ਇਹ ਸੁਪਰੀਮ ਕੋਰਟ ਦੇ ਦਾਇਰੇ ਚੋਂ ਬਾਹਰ ਨੇ। ਪਰ ਪੰਜਾਬ ਦਾ ਇਹ ਕਹਿਣਾ ਕਿ ਅਸੀਂ ਸਾਰੇ ਐਗਰੀਮੈਂਟ ਕੈਂਸਲ ਕਰਦੇ ਹਾਂ, ਇਹ ਤਾਂ ਕੋਈ ਪਾਣੀਆਂ ਦਾ ਰੌਲਾ ਨਹੀਂਗਾ, ਇਹ ਤਾਂ ਨੈਤਿਕਤਾ ਦਾ ਇੱਕ ਫੈਸਲਾ ਹੈ। ਹਰਿਆਣੇ ਨੇ ਕਿਹਾ ਇਹਦਾ ਮਤਲਬ ਤੁਸੀਂ ਤਾਂ ਕਾਨੂੰਨ ਬਣਾ ਕੇ ਸਾਰੇ ਐਗਰੀਮੈਂਟ ਹੀ ਕੈਂਸਲ ਕਰ ਦੋਗੇ। ਕੱਲ੍ਹ ਨੂੰ ਅਸੀਂ ਕਿਸੇ ਨਾਲ ਐਗਰੀਮੈਂਟ ਕੀਤਾ ਅਸੀਂ ਪੂਰਾ ਨਹੀਂ ਕਰਨਾ, ਅਸੀਂ ਐਗਰੀਮੈਂਟ ਕੈਂਸਲ ਕਰਨ ਵਾਸਤੇ ਕਾਨੂੰਨ ਬਣਾ ਦਾਂਗੇ। ਉਹਨਾਂ ਨੇ ਚੱਕ ਕੇ ਇਸ ਕਾਨੂੰਨ ਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਤਾ। ਤਾਂ ਉਹਨਾਂ ਨੇ ਰਾਸ਼ਟਰਪਤੀ ਨੇ 2016 ਦੀ 15 ਮਾਰਚ ਨੂੰ ਪੰਜਾਬ ਵਿਧਾਨ ਸਭਾ ਨੇ ਫਿਰ ਇੱਕ ਕਾਨੂੰਨ ਪਾਸ ਕਰਤਾ। ਉਹ ਕਾਨੂੰਨ ਕੀ ਸੀਗਾ? ਉਹ ਕਾਨੂੰਨ ਇਹ ਸੀਗਾ ਕਿ ਸਤਲੁਜ ਯਮੁਨਾ ਲਿੰਕ ਦੇ ਸਾਰੀ ਦੀ ਸਾਰੀ ਪ੍ਰਾਪਰਟੀ ਜਾਂ ਸਾਰੀ ਜ਼ਮੀਨ ਉਹਨਾਂ ਦੇ ਮਾਲਕਾਂ ਨੂੰ ਵਾਪਸ ਕੀਤੀ ਜਾਂਦੀ ਹੈ। ਮੀਨਸ ਇਹ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਇਹ ਉਹ ਸਮਾਂ ਸੀਗਾ ਜਦੋਂ ਇਲੈਕਸ਼ਨਸ 'ਚ 1 ਸਾਲ ਰਹਿੰਦਾ ਸੀ, ਤਾਂ ਇਹ ਇੱਕ ਇਲੈਕਸ਼ਨ ਦਾ ਸਟੰਟ ਵੀ ਹੋ ਸਕਦਾ ਹੈ। ਸੁਪਰੀਮ ਕੋਰਟ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਸੁਪਰੀਮ ਕੋਰਟ ਨੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਸਟੇ ਲਾਤਾ। 10 ਨਵੰਬਰ ਨੂੰ 2017 ਦੇ ਇਲੈਕਸ਼ਨ ਆਉਣ ਵਾਲੇ ਆ, 10 ਨਵੰਬਰ 2016 ਨੂੰ ਕੋਰਟ ਨੇ ਆਪਣਾ ਓਪੀਨੀਅਨ ਦਿੱਤਾ ਕਿ ਪੰਜਾਬ ਸਰਕਾਰ ਦਾ ਜਿਹੜਾ 2004 ਵਾਲਾ ਬਿੱਲ ਸੀ ਨਾ ਟਰਮੀਨੇਸ਼ਨ ਆਫ ਆਲ ਐਗਰੀਮੈਂਟ ਉਹ ਗਲਤ ਆ। ਤਾਂ 15 ਨਵੰਬਰ ਨੂੰ ਪੰਜਾਬ ਸਰਕਾਰ ਨੇ ਇੱਕ ਮਤਾ ਪਾ ਕੇ ਪੰਜਾਬ ਸਰਕਾਰ ਨੇ ਆਪਣੇ FC ਨੂੰ ਫਾਈਨਾਂਸ ਕਮਿਸ਼ਨਰ ਨੂੰ ਆਰਡਰ ਦੇਤਾ ਕਿ ਪੰਜਾਬ ਫਾਈਨਾਂਸ ਕਮਿਸ਼ਨਰ ਨੂੰ ਕਹਿਤਾ, ਫਾਈਨਾਂਸ ਕਮਿਸ਼ਨਰ ਉਹ ਜਿਹੜਾ ਜ਼ਮੀਨਾਂ ਨਾਲ ਸੰਬੰਧਿਤ ਰੈਵਨਿਊ ਨਾਲ ਸੰਬੰਧਿਤ ਦੇਖਦਾ ਹੈ, FCR ਕਹਿ ਦਿੰਦੇ ਉਹਨੂੰ, ਫਾਈਨਾਂਸ ਕਮਿਸ਼ਨਰ ਰੈਵਨਿਊ। ਉਹਨੂੰ ਕਹਿਦਾ ਕਿ ਤੂੰ ਆਪਣੇ ਅਧਿਕਾਰ ਖੇਤਰਾਂ ਦਾ ਇਸਤੇਮਾਲ ਕਰ। ਉਸ ਟਾਈਮ KBS ਸਿੱਧੂ ਸ਼ਾਇਦ ਪੰਜਾਬ ਦੇ FCR ਸੀਗੇ ਕਿ ਆਪਣੇ ਅਧਿਕਾਰ ਖੇਤਰ ਦਾ ਯੂਜ਼ ਕਰਕੇ ਸਾਰੀ ਜ਼ਮੀਨ ਜਿਹੜੀ ਆ ਉਹ ਡੀਐਲੋਕੇਟ ਕਰ ਦੇ, ਕਿਸਾਨਾਂ ਨੂੰ ਵਾਪਸ ਦੇ ਦੇ। ਪੰਜਾਬ ਸਰਕਾਰ ਕਿਵੇਂ ਸੁਪਰੀਮ ਕੋਰਟ ਤੇ ਸੈਂਟਰ ਸਰਕਾਰ ਨੂੰ ਖਾਰਜ ਕਰ ਰਹੀ ਸੀ ਤਾਂ ਪੰਜਾਬ ਦੇ FCR ਦੁਆਰਾ ਸਾਰੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਵਾਪਸ ਕਰਵਾਉਣ ਦਾ ਮਤਾ ਦੇ ਦਿੱਤਾ ਗਿਆ। ਅਗਲੇ ਦਿਨ ਵਿਧਾਨ ਸਭਾ 'ਚ ਵੀ ਮਤਾ ਪਾਸ ਕਰਤਾ ਕਿ ਬਈ ਅਸੀਂ ਹਰਿਆਣੇ ਤੋਂ ਰਾਜਸਥਾਨ ਤੋਂ ਸਾਰੀ ਰਾਇਲਟੀ ਵਾਪਸ ਮੰਗਦੇ ਹਾਂ, ਜਿਹੜੇ ਵੀ ਸਾਡੇ ਖਰਚੇ ਲੱਗੇ ਆ ਉਹ ਵੀ ਸਾਨੂੰ ਪੈਸਾ ਵਾਪਸ ਦਿੱਤਾ ਜਾਵੇ, ਬਿਕੋਜ਼ ਅਸੀਂ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਰੱਖਣਾ ਸੀਗਾ, ਮਜਬੂਰ ਕੀਤਾ ਗਿਆ ਤੇ ਇਹਦੇ 'ਚ ਜੋ ਸਾਡਾ ਖਰਚਾ ਹੋਇਆ ਸਾਰੇ ਦੇ ਸਾਰੇ ਪੈਸੇ ਜਿਹੜੇ ਆ ਵਾਪਸ ਕੀਤੇ ਜਾਣ। ਠੀਕ ਆ, ਸਾਰੀ ਜ਼ਮੀਨ ਜਿਹੜੀ ਸੀਗੀ ਉਹ 20 ਨਵੰਬਰ ਤੱਕ ਵਾਪਸ ਕਰ ਦਿੱਤੀ ਜਾਵੇ। ਸੋ ਇਹ ਸੀਗਾ। ਜਦੋਂ ਸੁਪਰੀਮ ਕੋਰਟ ਨੂੰ ਇਹ ਗੱਲ ਪਤਾ ਲੱਗੀ ਤਾਂ ਸੁਪਰੀਮ ਕੋਰਟ ਨੇ 30 ਨਵੰਬਰ ਨੂੰ ਇਹਦੇ ਤੇ ਫਿਰ ਸਟੇਟਸ ਕੋ ਲਾਤਾ ਕਿ ਰੁਕ ਜਾਓ, ਕੁਛ ਨਹੀਂ ਕਰਨਾ ਅੱਗੇ। ਬਿਕੋਜ਼ ਸੁਪਰੀਮ ਕੋਰਟ ਵਾਸਤੇ ਸਭ ਤੋਂ ਵੱਧ ਹੈਰਾਨੀਜਨਕ ਗੱਲ ਇਹ ਸੀਗੀ ਕਿ ਸੁਪਰੀਮ ਕੋਰਟ ਦੇ ਦਿੱਤੇ ਹੋਏ ਡਿਸੀਜਨਸ ਨੂੰ ਪੰਜਾਬ ਚੈਲੰਜ ਕਰ ਰਿਹਾ ਸੀਗਾ। ਸੋ ਇਹ 2017 ਦੇ ਵਿੱਚ ਤੇ 2022 ਚ ਸਰਵੇ ਕੀ ਹੋਇਆ, ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣੇ ਦੇ CM ਨੂੰ ਡਾਇਰੈਕਟ ਕੀਤਾ ਹੈ, 2020 ਚ ਕੀਤਾ ਸੀਗਾ ਕਿ ਭਾਈ ਤੁਸੀਂ ਆਪਣਾ ਦੁਬਾਰਾ ਚੈੱਕ ਕਰੋ ਤੇ ਆਪਸ ਚ ਇੱਕੋ ਟੇਬਲ ਤੇ ਬਹਿ ਕੇ ਟੇਬਲ ਟਾਕਸ ਕਰੋ ਤੇ ਸਮਝੌਤਾ ਕਰੋ। ਪਰ ਉਸ ਤੋਂ ਪਹਿਲਾਂ ਇਹ ਕਨਫਰਮ ਕਰ ਲਓ ਕਿ ਵਾਕਈ ਪਾਣੀ ਹੁਣ 17.7 ਰਿਹਾ ਹੈ, ਜਿਹੜਾ 1981 ਚ 17.17 MAF ਪਾਣੀ ਸੀਗਾ ਉਹ ਹੁਣ ਦਰਿਆ ਦੇ ਵਿੱਚ 13.38 ਆ। ਨਵੇਂ ਸਿਰਿਓਂ ਸਾਰਾ ਕੁਝ ਦੇਖਣਾ ਪਊਗਾ, ਬਿਕੋਜ਼ ਜੇ ਤੁਸੀਂ ਨਵੇਂ ਸਿਰਿਓਂ ਸਾਰਾ ਕੁਝ ਨਹੀਂ ਦੇਖੋਗੇ ਤਾਂ ਤੁਸੀਂ 17.17 MAF ਪਾਣੀ ਦੇ ਅੰਕੜੇ ਨਾਲ 13
3 MAF ਪਾਣੀ ਨੂੰ ਕਿਵੇਂ ਵੰਡ ਸਕਦੇ ਹੋ? ਹੁਣ ਤਾਂ ਪਾਣੀ ਇਸ ਤੋਂ ਵੀ ਘੱਟ ਆ, ਤਾਂ ਉਹ ਪਾਣੀ ਨੂੰ ਵੰਡਿਆ ਕਿਵੇਂ ਜਾਵੇ? ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣੇ 'ਚ ਜਾਊਗਾ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਡਾਰਕ ਬਲੌਕ ਨੇ ਜਿੱਥੇ ਪਾਣੀ ਦੀ ਬਹੁਤ ਸ਼ਾਰਟੇਜ ਆ ਚੁੱਕੀ ਹੈ ਉਹਨਾਂ ਦਾ ਕੀ ਬਣੂਗਾ? ਕੀ ਅਲਟਰਨੇਟ ਹੈ ਇਹਦਾ? ਕੀ ਸਤਲੁਜ ਦੀ ਜਗ੍ਹਾ ਤੇ ਕਿਸੇ ਹੋਰ ਰਿਵਰ ਨੂੰ ਯਮੁਨਾ ਨਾਲ ਲਿੰਕ ਕੀਤਾ ਜਾ ਸਕਦਾ, ਜਿਵੇਂ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਸ਼ਾਰਦਾ, ਜਾਂ ਹੋਰ ਕੋਈ ਅਲਟਰਨੇਟ ਹੈਗਾ ਹੈ? ਇਹ ਬਹੁਤ ਸੀਰੀਅਸ ਮੈਟਰ ਨੇ ਤੇ ਇਹਨਾਂ ਨੂੰ ਟੇਬਲ ਟਾਕ ਦੇ ਥਰੂ ਨਿਬੇੜਨਾ ਚਾਹੀਦਾ ਹੈ, ਨਾ ਜਜ਼ਬਾਤੀ ਹੋ ਕੇ। ਤੇ ਇਹਦੇ ਜੇ ਤੁਸੀਂ ਟੇਬਲ ਟਾਕਸ ਦੇ ਥਰੂ ਜਾਓਗੇ, ਕੀ ਪਤਾ ਕੱਲ ਨੂੰ ਇਹ ਹੱਲ ਨਿਕਲੇ ਕਿ ਪੰਜਾਬ ਹਰਿਆਣੇ ਨੂੰ ਪੈਸੇ ਦੇਵੇ ਤੇ ਹਰਿਆਣਾ ਕਿਸੇ ਹੋਰ ਪਾਸਿਓਂ ਪਾਣੀ ਦਾ ਪ੍ਰਬੰਧ ਕਰ ਲੇ, ਕਿਸੇ ਹੋਰ ਰਿਵਰ ਨੂੰ ਇਹਦੇ ਨਾਲ ਜੋੜ ਲੇ। ਕਿਤੇ ਦਾ ਕੋਈ ਨਾ ਕੋਈ ਹੱਲ ਕਰਨਾ ਹੀ ਪਊਗਾ ਨਾ, ਜਿਹਦੇ ਨਾਲ ਕਿ ਇਨਵਾਇਰਮੈਂਟ ਤੇ ਈ ਫਲੋ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਨਵਾਇਰਮੈਂਟ ਫਲੋ, ਨਦੀ ਦਾ ਉਹ ਫਲੋ ਜਿਹਦੇ ਨਾਲ ਇਨਵਾਇਰਮੈਂਟ ਦਾ, ਵਾਤਾਵਰਨ ਦਾ ਨੁਕਸਾਨ ਨਾ ਹੋਵੇ। ਸੋ ਇਸ ਚੀਜ਼ ਨੂੰ ਵੀ ਬਚਾਇਆ ਜਾ ਸਕੇ। ਸੋ ਮਸਲੇ ਬਹੁਤ ਗੰਭੀਰ ਨੇ। ਕਹਿੰਦੇ ਜੀ ਹੁਣ ਜੇ ਕੋਈ ਮੈਨੂੰ ਪੁੱਛੇ ਕਿ ਪਾਣੀ ਨੂੰ ਲੈ ਕੇ ਸਟੇਟਾਂ ਦਾ ਰੌਲਾ ਕੀ ਹੈ, ਕਹਿੰਦੇ ਵਾਟਰ ਜਿਹੜਾ ਹੈ ਨਾ ਉਹ ਵੈਸੇ ਵੀ ਸਟੇਟ ਸਬਜੈਕਟ ਆ, ਇਹ ਪਾਣੀ ਨੂੰ ਲੈ ਕੇ ਸੈਂਟਰ ਕੋਲ ਅਧਿਕਾਰ ਨਹੀਂ। ਹਾਂ, ਜੇ ਮੈਂ ਯੂਨੀਅਨ ਲਿਸਟ ਦੀ ਗੱਲ ਕਰਾਂ, ਜਿਹੜੀ ਕੇਂਦਰੀ ਸੂਚੀ ਆ, ਉਹਦਾ ਆਰਟੀਕਲ 56 ਕਹਿੰਦਾ ਹੈ ਕਿ ਪਾਣੀਆਂ ਦੇ ਮਸਲੇ ਜਿਹੜੇ ਆ ਉਹ ਸੈਂਟਰ ਦੇ ਅਧਿਕਾਰ ਖੇਤਰ 'ਚ ਨੇ, ਪਰ ਪਾਣੀ ਸਟੇਟਾਂ ਦਾ ਵਿਸ਼ਾ ਹੈ। ਆਰਟੀਕਲ 262 ਵੀ ਇਹ ਕਹਿੰਦਾ ਹੈ ਕਿ ਪਾਰਲੀਮੈਂਟ ਦੋ ਸਟੇਟਾਂ ਦੇ ਪਾਣੀਆਂ ਦੇ ਝਗੜੇ ਨੂੰ ਲੈ ਕੇ ਇੰਟਰ ਸਟੇਟ ਵਾਟਰ ਡਿਸਪਿਊਟ ਟ੍ਰਿਬਿਊਨਲ ਬਣਾ ਸਕਦੀ ਹੈ। ਦੋ ਸਟੇਟਾਂ ਦੇ ਵਿੱਚ ਪਾਣੀ ਦਾ ਝਗੜਾ ਖਤਮ ਕਰਨ ਵਾਸਤੇ ਅੰਤਰਰਾਜੀ ਨਦੀ ਮਤਲਬ ਕਿ ਪਾਣੀ ਝਗੜਾ ਟ੍ਰਿਬਿਊਨਲ ਨਾਮ ਦੀ ਸੰਸਥਾ ਬਣਾ ਸਕਦੀ ਹੈ, ਪਰ ਪਾਣੀਆਂ ਨੂੰ ਲੈ ਕੇ ਮਸਲੇ ਜਿਹੜੇ ਆ ਉਹ ਸਟੇਟਾਂ ਆਪਸ 'ਚ ਆਪਣੇ ਆਪ ਹੀ ਹੱਲ ਕਰਨਗੇ। ਠੀਕ ਆ, ਸੋ ਇਹ 2-3 ਆਰਟੀਕਲ ਜ਼ਰੂਰ ਨੇ ਇਹਨੂੰ ਲੈ ਕੇ। ਸੋ ਮੇਰੀ ਉਮੀਦ ਇਹ ਆ ਕਿ ਮੈਂ ਤੁਹਾਨੂੰ ਅੱਜ ਦੇ ਲੈਕਚਰ 'ਚ ਜੋ ਕੁਛ ਵੀ ਸਮਝਾਇਆ ਹੈ, ਜਾਂ ਅੱਗੇ ਹੁਣ ਭਾਖੜਾ ਮੈਨੇਜਮੈਂਟ ਨੂੰ ਲੈ ਕੇ ਵੀ ਸਮਝਾਊਂਗਾ, ਤਾਂ ਉਹ ਬੇਸਿਕਲੀ ਇਹਦੇ ਨਾਲ ਸੰਬੰਧਿਤ ਹੈ ਕਿ ਜੋ ਪੰਜਾਬ ਦੇ ਵਿੱਚ ਹੋਇਆ SYL ਨੂੰ ਲੈ ਕੇ ਨਾ, ਜੋ ਮੈਂ ਤੁਹਾਨੂੰ ਇਹਦੇ 'ਚ ਪੜ੍ਹਾਇਆ ਹੈ, ਇਹ PDF ਨੂੰ ਤੁਸੀਂ ਐਪ ਦੇ ਵਿੱਚ ਜਾ ਕੇ ਚੰਗੀ ਤਰ੍ਹਾਂ ਸਮਝਣਾ ਹੈ ਤੇ ਦੇਖਣਾ ਹੈ। ਬਿਕੋਜ਼ ਜੋ ਕੁਛ ਤੁਹਾਡੇ ਨੇੜੇ ਤੇੜੇ ਹੋ ਰਿਹਾ ਹੈ ਤੁਹਾਨੂੰ ਸਭ ਪਤਾ ਹੋਣਾ ਚਾਹੀਦਾ ਹੈ। ਪੇਪਰ 'ਚ ਵੀ ਸਵਾਲ ਆਉਣਗੇ ਤੇ ਉਹਦੇ ਨਾਲ ਤੁਹਾਡੀ ਆਪਣੀ ਸਮਝ ਵੀ ਤਾਂ ਵੱਧ ਹੋਣੀ ਚਾਹੀਦੀ ਹੈ ਨਾ ਇਹਨਾਂ ਮਸਲਿਆਂ ਨੂੰ ਲੈ ਕੇ, ਬਿਕੋਜ਼ ਇਹ ਮਸਲੇ ਕਿਤਾਬਾਂ 'ਚ ਕਿਤੇ ਨਾ ਕਿਤੇ ਗੈਪ ਰਹਿੰਦੇ ਆ। ਹੁਣ ਆ ਜਾਓ ਅੱਗੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB। ਠੀਕ ਆ, ਕਹਿੰਦੇ ਜੀ ਪਿੱਛੇ ਜੇ ਪਤਾ ਲੱਗਿਆ ਸੀਗਾ ਕਿ ਸਾਡਾ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਆ ਇਹ ਵੀ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਬੋਰਡ ਰਿਹਾ ਹੈ। ਠੀਕ ਆ, ਪਹਿਲਾਂ ਇਹਦੀ ਸਟੋਰੀ ਸੁਣਦੀ ਏ। ਕਹਿੰਦੇ ਜਦੋਂ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਭਾਰਤ ਤੇ ਪਾਕਿਸਤਾਨ 'ਚ ਹੋਈ, ਉਸ ਤੋਂ ਬਾਅਦ 3 ਨਦੀਆਂ ਪਾਕਿਸਤਾਨ ਨੂੰ ਮਿਲ ਗਈਆਂ, 3 ਭਾਰਤ ਨੂੰ। ਉਹਨਾਂ ਨਦੀਆਂ ਦਾ ਵਿਕਾਸ ਕਰਨ ਵਾਸਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਗਿਆ। ਬਿਆਸ ਮਤਲਬ ਪੌਂਗ ਤੇ ਪਾਂਦੋ ਡੈਮ ਦਾ ਵਿਕਾਸ ਕਰਨਾ ਬਿਆਸ ਨਦੀ ਤੇ ਭਾਖੜਾ ਦਾ ਮਤਲਬ ਭਾਖੜਾ ਡੈਮ ਦਾ ਪ੍ਰਬੰਧ ਕਰਨਾ ਸਤਲੁਜ ਨਦੀ ਤੇ। ਉਹਦੇ ਵਾਸਤੇ ਇਹ ਬੋਰਡ ਬਣਾਇਆ ਗਿਆ। ਇਹ ਮਾਸਟਰ ਪਲਾਨ ਸੀਗਾ ਕਿ ਭਾਖੜਾ ਤੇ ਬਿਆਸ ਪ੍ਰੋਜੈਕਟ ਜਿਹੜੇ ਸੀਗੇ ਇਹਨਾਂ ਦੋਵਾਂ ਨੂੰ ਜੁਆਇੰਟ ਤਰੀਕੇ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਇਹਨਾਂ ਦੇ ਪਾਣੀ ਨੂੰ ਕਿਵੇਂ ਵੰਡਿਆ ਜਾਵੇ। ਦੂਜੀ ਗੱਲ, 1 ਨਵੰਬਰ 1966 ਨੂੰ ਜਦੋਂ ਪੰਜਾਬ ਵੰਡ ਹੋਇਆ ਤਾਂ ਭਾਖੜਾ ਮੈਨੇਜਮੈਂਟ ਬੋਰਡ ਦਾ ਕਲੌਜ਼ ਸੈਕਸ਼ਨ 79 ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਇੱਕ ਬੋਰਡ ਹੋਊਗਾ। ਠੀਕ ਆ, ਤਾਂ ਇਸ ਬੋਰਡ ਦਾ ਜਿਹੜਾ ਪ੍ਰੋਜੈਕਟ ਸੀਗਾ, ਠੀਕ ਆ, ਭਾਖੜਾ ਨੰਗਲ ਜਿਹੜਾ ਸੀ, ਪਹਿਲਾਂ ਭਾਖੜਾ ਨੰਗਲ ਪ੍ਰੋਜੈਕਟ ਬਣਿਆ, ਉਹ ਭਾਰਤ ਸਰਕਾਰ ਨੇ ਬਣਾਇਆ। ਤੇ ਭਾਰਤ ਸਰਕਾਰ ਨੇ ਜਦੋਂ ਭਾਖੜਾ ਪ੍ਰੋਜੈਕਟ ਬਣਾਇਆ ਤਾਂ 1 ਅਕਤੂਬਰ 1967 ਨੂੰ ਇਹਨੂੰ ਭਾਖੜਾ ਮੈਨੇਜਮੈਂਟ ਨੂੰ ਦੇ ਦਿੱਤਾ ਗਿਆ, ਭਾਖੜਾ ਮੈਨੇਜਮੈਂਟ ਬੋਰਡ ਨੂੰ। ਉਸ ਤੋਂ ਬਾਅਦ ਇੱਕ ਪੌਂਗ ਡੈਮ ਬਣਿਆ। ਜਦੋਂ ਪੌਂਗ ਡੈਮ ਬਣਿਆ, ਬਿਆਸ ਪ੍ਰੋਜੈਕਟ ਵਿੱਚ ਬਣ ਗਿਆ। ਉਸ ਤੋਂ ਬਾਅਦ ਬਿਆਸ ਪ੍ਰੋਜੈਕਟ ਵੀ ਭਾਖੜਾ ਮੈਨੇਜਮੈਂਟ ਬੋਰਡ ਨੂੰ ਦੇ ਦਿੱਤਾ ਗਿਆ ਤੇ ਫਿਰ ਇਹਦਾ ਨਾਮ ਵੀ ਬਦਲਣਾ ਪੈ ਗਿਆ। ਫਿਰ ਇਹਦਾ ਨਾਮ ਹੋ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬਿਕੋਜ਼ ਹੁਣ ਬਿਆਸ ਨਦੀ ਦੇ ਜਿਹੜੇ ਪ੍ਰੋਜੈਕਟ ਆ ਉਹ ਵੀ ਇਹਦੇ ਕੋਲ ਹੀ ਆ ਗਏ ਸੀ ਨਾ। ਤਾਂ ਇਹ ਸੈਕਸ਼ਨ 80 ਦੇ ਅਕੋਰਡਿੰਗ ਲਿਖਿਆ ਗਿਆ ਸੀਗਾ ਕਿ ਬਿਆਸ ਪ੍ਰੋਜੈਕਟ ਵੀ ਜਿਹੜਾ ਹੈ ਉਹ ਬਾਅਦ 'ਚ ਭਾਖੜਾ ਮੈਨੇਜਮੈਂਟ ਬੋਰਡ ਨੂੰ ਦਿੱਤਾ ਜਾਊਗਾ। ਠੀਕ ਆ, 79 ਸੀ ਕਿ ਭਾਖੜਾ ਮੈਨੇਜਮੈਂਟ ਬੋਰਡ ਭਾਖੜਾ ਪ੍ਰੋਜੈਕਟ ਜਿਹੜੇ ਹੋਊਗਾ, ਕਿਉਂਕਿ ਇਹ ਜਿਹੜਾ ਭਾਖੜਾ ਪ੍ਰੋਜੈਕਟ ਸੀ ਨਾ ਬਣਾਇਆ ਤਾਂ ਸੈਂਟਰ ਸਰਕਾਰ ਨੇ ਸੀ ਭਾਖੜਾ ਡੈਮ, ਬਾਅਦ 'ਚ ਭਾਖੜਾ ਮੈਨੇਜਮੈਂਟ ਬੋਰਡ ਨੂੰ ਦੇ ਦਿੱਤਾ ਗਿਆ। ਭਾਖੜਾ ਮੈਨੇਜਮੈਂਟ ਬੋਰਡ ਇੱਕ ਇਹੋ ਜਿਹਾ ਬੋਰਡ ਸੀ ਜਿਹਦੇ 'ਚ ਇੱਕ ਚੇਅਰਮੈਨ ਹੋਊਗਾ, 2 ਪੱਕੇ ਮੈਂਬਰ ਹੋਣਗੇ, ਇੱਕ ਮੈਂਬਰ ਪੰਜਾਬ ਦਾ, ਇੱਕ ਹਰਿਆਣੇ ਦਾ। ਤਾਂ ਇਹ ਬੋਰਡ ਜਿਹੜਾ ਸੀਗਾ ਇਹ ਬੇਸਿਕਲੀ ਪੰਜਾਬ ਤੇ ਹਰਿਆਣੇ
ਦੀ ਸਾਂਝਾ ਬੋਰਡ ਸੀਗਾ ਇੱਕ, ਕਿ ਸੈਂਟਰ ਇਹ ਪ੍ਰੋਜੈਕਟ ਬਣਾ ਕੇ ਬਾਅਦ ਚ ਪੰਜਾਬ ਨੂੰ ਸੌਂਪ ਦਊਗਾ। ਪਹਿਲਾਂ ਭਾਖੜਾ ਪ੍ਰੋਜੈਕਟ ਸੌਂਪਿਆ ਗਿਆ, ਉਸ ਤੋਂ ਬਾਅਦ 80 ਦੇ ਦਹਾਕੇ ਚ ਬਿਆਸ ਪ੍ਰੋਜੈਕਟ ਵੀ ਸੌਂਪ ਦਿੱਤਾ ਗਿਆ, ਤੇ ਫਿਰ ਇਹਦਾ ਨਾਮ ਹੀ ਬਦਲ ਕੇ ਜਿਹੜਾ ਹੈ ਉਹ ਭਾਖੜਾ ਮੈਨੇਜਮੈਂਟ ਬੋਰਡ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੋ ਗਿਆ 1976 ਚ। 76-75 ਚ ਹੀ ਬਿਆਸ ਜਿਹੜਾ ਪ੍ਰੋਜੈਕਟ ਸੀਗਾ ਉਹ ਸੌਂਪਿਆ ਗਿਆ ਸੀ ਇਹਦੇ ਅਰਾਊਂਡ ਹੀ, ਠੀਕ ਆ। ਉਦੋਂ ਤੋਂ ਲੈ ਕੇ ਇਹ ਜਿਹੜਾ BBMB ਆ, ਇਹ ਪੰਜਾਬ ਤੇ ਹਰਿਆਣੇ ਚ ਪਾਣੀ ਤੇ ਬਿਜਲੀ ਦੀ ਸਪਲਾਈ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਦਿੱਲੀ ਤੇ ਚੰਡੀਗੜ੍ਹ ਚ ਬਿਜਲੀ ਦੀ ਸਪਲਾਈ ਨੂੰ ਇਹੀ ਰੈਗੂਲੇਟ ਕਰਦਾ ਹੈ। ਇਹ ਚ ਹੈ ਕੌਣ ਆ? ਇੱਕ ਚੇਅਰਮੈਨ ਆ ਤੇ 2 ਪੱਕੇ ਮੈਂਬਰ ਨੇ, ਬਾਕੀ ਐਕਸ ਆਫੀਸ਼ੀਓ ਮੈਂਬਰ ਨੇ, ਉਹਨਾਂ ਦੀ ਕੋਈ ਬਹੁਤੀ ਚੱਲਦੀ ਨਹੀਂ। ਜਿਹੜੇ 2 ਪੱਕੇ ਮੈਂਬਰ ਨੇ, ਇੱਕ ਹੈਗਾ ਜੀ ਬਿਜਲੀ ਬੋਰਡ ਦਾ ਮੈਂਬਰ, ਇੱਕ ਇਰੀਗੇਸ਼ਨ ਦਾ। ਬਿਜਲੀ ਵਾਲਾ ਮੈਂਬਰ ਜਿਹੜਾ ਹੈ ਪੰਜਾਬ ਤੋਂ ਆਊਗਾ, ਤੇ ਇਰੀਗੇਸ਼ਨ ਦਾ ਮੈਂਬਰ ਜਿਹੜਾ ਹੈ ਉਹ ਹਰਿਆਣੇ ਚ ਆਊਗਾ। ਇਸ ਤੋਂ ਬਿਨਾਂ ਰਾਜਸਥਾਨ, ਹਿਮਾਚਲ ਦੇ ਵੀ ਨੋਮੀਨੀਜ਼ ਨੇ, ਬਟ ਉਹਨਾਂ ਦੀ ਚੱਲਦੀ ਨਹੀਂ। ਸਿਰਫ ਆਹੀ 2 ਮੈਂਬਰ ਤੇ ਚੇਅਰਮੈਨ ਮਿਲ ਕੇ ਇਸ ਬੋਰਡ ਨੂੰ ਚਲਾਉਂਦੇ ਆ। ਭਾਖੜਾ ਦਾ ਲੈਵਲ, ਭਾਖੜਾ ਦੇ ਗੋਬਿੰਦ ਸਾਗਰ ਲੇਕ 'ਚ ਕਿੰਨਾ ਪਾਣੀ ਦਾ ਲੈਵਲ ਚੱਕਣਾ ਹੈ, ਕਿੰਨੀ ਉੱਥੋਂ ਬਿਜਲੀ ਪੈਦਾ ਕਰਨੀ ਆ, ਕਿੰਨਾ ਪਾਣੀ ਛੱਡਣਾ ਹੈ, ਇਹ 2 ਮੈਂਬਰ ਤੇ ਚੇਅਰਮੈਨ ਮਿਲ ਕੇ ਡਿਸਾਈਡ ਕਰਦੇ ਆ। ਇੱਕ ਵਾਰੀ ਜਦੋਂ ਭਾਖੜਾ ਪ੍ਰੋਜੈਕਟ ਨੂੰ 25 ਸਾਲ ਪੂਰੇ ਹੋਏ ਸੀ ਨਾ, 87-88 ਦੀ ਗੱਲ ਆ, ਰਾਜੀਵ ਗਾਂਧੀ ਨੂੰ ਇਹ ਦਿਖਾਉਣ ਵਾਸਤੇ ਕਿ ਦੇਖੋ ਭਾਖੜਾ ਦਾ ਇੰਨਾ ਉੱਚੇ ਲੈਵਲ ਤੱਕ ਪਾਣੀ ਸਟੋਰ ਕਰ ਸਕਦੀ ਹੈ, ਇਹਨਾਂ ਨੇ ਜਿਹੜੇ ਪਾਣੀ ਸੀ ਉਹ ਉਹਦੇ 'ਚ ਡੈਮ 'ਚ ਵਧਣ ਦਿੱਤਾ। ਤੇ ਅਚਾਨਕ ਉਧਰੋਂ ਐਡੀ ਬਦਕਿਸਮਤੀ ਕਿ ਅਗਲੇ ਦਿਨਾਂ 'ਚ ਮੀਂਹ ਵੀ ਪੈ ਗਿਆ, ਪਾਣੀ ਹੋਰ ਉੱਪਰ ਹੋ ਗਿਆ। ਤਾਂ ਪਹਿਲਾਂ ਹੀ ਪਾਣੀ ਬਹੁਤ ਸਟੋਰ ਕਰੀ ਬੈਠੇ ਸੀ, ਉੱਪਰੋਂ ਮੀਂਹ ਦਾ ਪਾਣੀ ਸਟੋਰ ਹੋ ਗਿਆ, ਤੇ ਜਦੋਂ ਪਾਣੀ ਛੱਡਿਆ ਬਹੁਤ ਜ਼ਿਆਦਾ ਛੱਡਿਆ ਗਿਆ, ਤਾਂ ਉਹਦੇ ਕਰਕੇ ਹੜ੍ਹ ਆ ਗਿਆ। ਤਾਂ ਇਹ ਵੀ ਉਦੋਂ ਪੰਜਾਬ ਦੇ ਲੋਕਾਂ ਲਈ ਬੜੇ ਸੈਂਟੀਮੈਂਟਸ ਦੀ ਗੱਲ ਸੀ ਕਿ ਪੰਜਾਬ ਦੀ ਡੈਮ ਦੇ ਵਿੱਚ ਹੜ੍ਹ ਜਿਹੜੇ ਆ, ਇਹ ਹੜ੍ਹ ਲਿਆਉਣ ਵਾਸਤੇ ਜ਼ਿੰਮੇਵਾਰ ਆ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਆ। ਤਾਂ ਇਹਦੇ ਚੇਅਰਮੈਨ ਨੂੰ ਵੀ ਅਸੈਸੀਨੇਟ ਕੀਤਾ ਗਿਆ ਸੀ। ਇਹ ਕਈ ਵਾਰੀ ਘੱਟ ਹੀ ਖਬਰਾਂ 'ਚ ਆਉਂਦਾ, ਇਹਦਾ SYL ਨਾਲ ਕੋਈ ਬਹੁਤਾ ਲਾਗਾ ਤੇਗਾ ਨਹੀਂਗਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਇਸ ਕਰਕੇ ਅਸੈਸੀਨੇਟ ਕੀਤਾ ਗਿਆ ਸੀਗਾ ਬਿਕੋਜ਼ ਭਾਖੜਾ ਪ੍ਰੋਜੈਕਟ ਸੀ ਜਿਹੜਾ, ਜਾਂ ਭਾਖੜਾ ਡੈਮ ਆ, ਉਹ ਪੰਜਾਬ ਦੇ ਵਿੱਚ 86-87 ਦੇ ਹੜ੍ਹਾਂ ਵਾਸਤੇ ਜ਼ਿੰਮੇਵਾਰ ਸੀ। ਇਹ ਵੀ ਇੱਕ ਸਟੋਰੀ ਹੈ, ਠੀਕ ਆ। ਤਾਂ ਇਹ ਸੀਗਾ ਖਬਰਾਂ 'ਚ ਕਿਉਂ ਆ, ਆਖਰ ਮੈਂ ਕਿਉਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੜ੍ਹਾ ਰਿਹਾ, ਬਿਕੋਜ਼ 2022 ਦੇ ਵਿੱਚ ਹੁਣੇ ਖਬਰ ਆਈ ਆ ਕਿ 74 ਦੇ ਰੂਲਸ ਨੂੰ ਬਦਲ ਕੇ ਜਿਹੜਾ ਪਾਵਰ ਵਾਲਾ ਮੈਂਬਰ ਸੀਗਾ, ਜਿਹੜਾ ਕਿ ਪੰਜਾਬ ਵਾਲੇ ਪਾਸੇ ਆਉਂਦਾ ਸੀਗਾ, ਤੇ ਜਿਹੜਾ ਇਰੀਗੇਸ਼ਨ ਵਾਲਾ ਮੈਂਬਰ ਆ ਉਹ ਹਰਿਆਣੇ ਵਾਲੇ ਪਾਸੇ ਆਉਂਦਾ ਸੀ, ਹੁਣ ਇਹਦੀ ਜਗ੍ਹਾ ਤੇ ਕਿਸੇ ਵੀ IES ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼ ਦੇ ਲੈਵਲ ਦੇ ਕਿਸੇ ਵੀ ਅਫਸਰ ਨੂੰ ਇਹਦੇ 'ਚ ਮੈਂਬਰ ਬਣਾਇਆ ਜਾ ਸਕਦਾ ਹੈ। ਉਹਨਾਂ ਦਾ ਪੰਜਾਬ ਜਾਂ ਹਰਿਆਣੇ 'ਚ ਹੋਣਾ ਕੋਈ ਜ਼ਰੂਰੀ ਨਹੀਂ। ਸਰਕਾਰ ਇਹ ਤਰਕ ਦਿੰਦੀ ਹੈ ਕਿ ਇਹਦੇ ਨਾਲ ਐਕਸਪਰਟਸ, ਵਧੀਆ ਐਕਸਪਰਟ ਜਿਹੜੇ ਆ ਉਹ ਐਜ਼ ਅ ਮੈਂਬਰ ਲੱਗਣਗੇ, ਪਰ ਪੰਜਾਬ ਤੇ ਹਰਿਆਣਾ ਕਹਿੰਦਾ ਕਿ ਤੁਸੀਂ ਸੋਚ ਕੇ ਦੇਖੋ, ਇੱਕ ਬੰਦਾ ਅਸੀਂ ਭੇਜਣਾ ਹੁੰਦਾ ਹੈ, ਅਸੀਂ ਆਪਣਾ ਟੌਪ ਐਕਸਪਰਟ ਭੇਜ ਦਾਂਗੇ। ਇਟ ਮੀਨਸ ਤੁਸੀਂ ਤਾਂ ਇਹ ਕਹਿ ਰਹੇ ਹੋ ਨਾ ਕਿ ਪੰਜਾਬ ਤੇ ਹਰਿਆਣੇ 'ਚ ਕੋਈ ਐਕਸਪਰਟ ਹੀ ਹੈ ਨਹੀਂ, ਤਾਂ ਹੀ ਤੁਸੀਂ ਕਹਿ ਰਹੇ ਹੋ ਕਿ ਆਲ ਓਵਰ ਇੰਡੀਆ 'ਚੋਂ ਕੋਈ ਵੀ ਐਕਸਪਰਟ ਬੰਦਾ ਹੈ ਉਹਨੂੰ ਆਪਾਂ ਮੈਂਬਰ ਇਰੀਗੇਸ਼ਨ ਜਾਂ ਮੈਂਬਰ ਪਾਵਰ BBMB ਬਣਾ ਕੇ ਭੇਜ ਸਕਦੇ ਹਾਂ। ਤਾਂ ਪੰਜਾਬ ਹਰਿਆਣੇ ਦੇ ਆਪਣੇ ਤਰਕ ਆ, ਤੇ ਸੈਂਟਰ ਇਹਨਾਂ ਤਰਕਾਂ ਤੋਂ ਬਹੁਤਾ ਜ਼ਿਆਦਾ ਲੋਕ ਇਹਨਾਂ ਨੂੰ ਸੈਟੀਸਫਾਈ ਨਹੀਂ ਕਰ ਰਿਹਾ। ਤਾਂ ਜਿਹੜੇ ਪੰਜਾਬ ਦਾ ਇੰਜੀਨੀਅਰ ਜਾਂ ਹਰਿਆਣੇ ਦੇ ਇੰਜੀਨੀਅਰਸ ਆ, ਤੇ ਪੰਜਾਬ ਦੇ ਤੇ ਹਰਿਆਣੇ ਦੇ ਲੋਕ ਆ, ਉਹਨਾਂ ਨੂੰ ਲੱਗ ਰਿਹਾ ਕਿ ਇਹ ਮਸਲਾ ਹੋਰ ਕੋਈ ਨਹੀਂਗਾ, ਸੰਘੀ ਢਾਂਚੇ ਫੈਡਰਲਿਜ਼ਮ ਨੂੰ ਚੋਟ ਪਹੁੰਚਾਉਣ ਵਾਸਤੇ ਸੈਂਟਰ ਸਰਕਾਰ ਦੀ ਇੱਕ ਬੇਹੂਦਾ ਹਰਕਤ ਆ। ਹੈ ਕਿ ਨਹੀਂ ਇਹ ਨਹੀਂ ਮੈਨੂੰ ਪਤਾ, ਬਟ ਜੋ ਵੀ ਤੁਹਾਡੇ ਸਾਹਮਣੇ ਆ ਮੈਂ ਫੈਕਟਸ ਦੱਸਦੇ ਆ। ਮੈਂ ਹਜੇ ਵੀ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹ ਪੰਜਾਬ ਦਾ ਪੂਰਾ ਡਰੇਨੇਜ ਜੋ ਵੀ ਇੰਪੋਰਟੈਂਟ ਸੀਗਾ, ਠੀਕ ਆ। ਬਾਕੀ ਐਪ ਦੇ ਵਿੱਚ ਤੁਹਾਨੂੰ ਲਗਾਤਾਰ ਨਾਲ ਦੀ ਨਾਲ ਆਪਣੇ ਫੁੱਲ ਕੋਰਸ ਤੇ LPE ਕੋਰਸ ਦੇ ਵਿੱਚ ਟੈਸਟ ਮਿਲਣਗੇ, ਜਿਹੜੇ ਕਿ ਇੱਕ ਟੈਸਟ 'ਚ 50-50 ਟੈਸਟ ਸਵਾਲ ਨੇ, ਬਾਇਲਿੰਗੁਅਲ ਨੇ, ਐਕਸਪਲੇਨੇਸ਼ਨ ਉਹਨਾਂ ਦੀ ਨਾਲ ਆ, ਤੇ ਤੁਸੀਂ ਉਹਨਾਂ ਨੂੰ ਮੀਨਸ ਕਿ 10-10 15-15 ਟੈਸਟ ਇੱਕ ਸਬਜੈਕਟ ਦੇ ਆ, ਤਾਂ ਕਿ ਹਰ ਇੱਕ ਚੈਪਟਰ ਕਵਰ ਕੀਤਾ ਜਾ ਸਕੇ। ਬੜੇ ਵਧੀਆ ਤਰੀਕੇ ਨਾਲ ਆਪਾਂ ਆਪਣੇ ਸਬਜੈਕਟ ਨੂੰ ਕੰਪਾਈਲ ਕਰ ਰਹੇ ਹਾਂ। ਕਿਸੇ ਵੀ ਤਰੀਕੇ ਦੀ ਕੁਐਰੀ ਹੋਵੇ, ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਡਾਊਨਲੋਡ ਕਰਕੇ ਐਪ ਦੇ ਚੈਟ ਬਾਕਸ 'ਚ ਸਾਨੂੰ ਕਿਸੇ ਵੀ ਕੋਰਸ ਵਾਸਤੇ ਪੁੱਛ ਸਕਦੇ ਹੋ, ਅਸੀਂ ਤੁਹਾਨੂੰ ਜਵਾਬ ਦੇਵਾਂਗੇ, ਠੀਕ ਆ। ਉਮੀਦ ਕਰਦਾ ਤੁਸੀਂ ਖੁਦ ਵੀ ਜਾ ਕੇ ਡਾਇਰੈਕਟ ਕੋਰਸ ਬਾਏ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਇਹ ਕੋਰਸ ਵਾਕਈ ਸਾਡੇ ਵਾਸਤੇ ਕਾਬਲੀਅਤ ਕੀ ਹੈਗੀ ਆ ਕਿ ਅਸੀਂ ਇਹ ਕੋਰਸ ਜਿਹੜੇ ਆ ਇਹਦੇ ਤੁਹਾਡੀ ਤਿਆਰੀ ਕਰਵਾ ਸਕਦੇ ਹਾਂ। ਉਮੀਦ ਕਰਦੇ ਹਾਂ ਕਿ ਲੈਕਚਰ ਵਧੀਆ ਲੱਗਾ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਹੈ ਜੀ, ਧੰਨਵਾਦ।